ਕਿ ਅਸੀਂ ਨਿਰੰਕਾਰ ਦੇ ਨਾਲ ਮਿਲਾਪ ਕਰ ਸਕਦੇ ਹਾਂ। ਇਹ ਇੱਕ ਪੌੜੀ ਹੈ ਜਿਹੜੀ ਉਹ ਸੱਚਖੰਡ ਨੂੰ ਜਾਂਦੀ ਹੈ। ਹੁਣ ਇਹ ਜਿਹੜਾ ਮਾਨਸਜਾਮਾ ਬਣਾਇਆ ਹੈ, ਮਹਾਰਾਜ ਨੇ ਸਾਨੂੰ ਗਿਆਨ ਦਿੱਤਾ ਹੈ। ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਹੁਣ ਜੋ ਬਾਹਰ ਬ੍ਰਹਮੰਡ ਦੇ ਵਿੱਚ ਉਹੀ ਇਸ ਸਰੀਰ ਦੇ ਵਿੱਚ ਹੈ। ਜਿੰਨਾ ਬਾਹਰ ਪਸਾਰਾ ਹੈ ਉਹੀ ਇਸ ਕਾਇਆ ਦੇ ਵਿੱਚ ਵੀ ਹੈ। ਜਿਹਨੂੰ ਮਹਾਰਾਜ ਜੀ ਕਹਿੰਦੇ ਆ, ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤ ਅਗਮ ਅਪਾਰਾ, ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣੇ। ਕਹਿੰਦੇ ਇਸ ਕਾਇਆ ਦੇ ਵਿੱਚ ਬਹੁਤ ਜ਼ਿਆਦਾ ਪਸਾਰਾ ਕਰ ਦਿੱਤਾ ਗਿਆ ਆ। ਬਾਹਰ ਬ੍ਰਹਿਮੰਡ ਦੀ ਐਸੀ ਕੋਈ ਅਵਸਥਾ ਨਹੀਂ ਜਿਹਦਾ ਕਾਇਆ ਦੇ ਵਿੱਚ ਇੰਤਜ਼ਾਮ ਨਹੀਂ ਕੀਤਾ ਗਿਆ। ਗੱਲ ਹੈ ਖੋਜਣ ਦੀ, ਵਿਚਾਰਨ ਦੀ। ਉਸੇ ਲਈ ਹੁਣ ਆਪਾਂ ਸਤ ਸੰਗਤ ਦੇ ਵਿੱਚ ਆਉਨੇ ਆ। ਹੁਣ ਜਿਵੇਂ ਸਤ ਸੰਗਤ ਦੇ ਵਿੱਚ ਆ ਕੇ ਸਾਨੂੰ ਮਹਾਰਾਜ ਨੇ ਦੱਸ ਦਿੱਤਾ ਹੈ, ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ, ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ, ਕਾਇਆ ਅੰਦਰ ਆਪੇ ਵਸੈ, ਲੱਖ ਨ ਲਖਿਆ ਜਾਈ, ਮਨਮੁਖ ਮੁਗਧ ਬੂਝੇ ਨਾਹੀ, ਬਾਹਰ ਭਾਲਣ ਜਾਈ। ਹੁਣ ਸਾਰਾ ਕਹਿੰਦੇ ਖੇਲ ਜਿਹੜਾ ਆ ਉਹ ਇਸ ਕਾਇਆ ਦੇ ਵਿੱਚ ਪ੍ਰਗਟ ਕਰ ਦਿੱਤਾ ਹੈ ਮਾਲਕ ਨੇ। ਖੰਡ ਮੰਡਲ ਪਤਾਲ, ਮਹਾਰਾਜ ਨੇ ਕਿਹਾ ਨਾ, ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਤਾਲ। ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ, ਹਾਟ ਪਟਨ ਬਜ਼ਾਰਾ। ਕਹਿੰਦੇ ਜਿੰਨੇ 9 ਖੰਡ ਆ, ਪ੍ਰਿਥਵੀਆਂ ਆ, ਹੱਟ ਨੇ ਪੱਟਣ ਨੇ ਬਾਜ਼ਾਰ ਆ ਇਸ ਕਾਇਆ ਦੇ ਵਿੱਚ। ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ, ਹਾਟ ਪੱਟਣ ਬਾਜ਼ਾਰਾ, ਇਸ ਕਾਇਆ ਅੰਦਰ ਨਾਮ 9 ਨਿਧ ਪਾਈਐ, ਗੁਰ ਕੇ ਸ਼ਬਦ ਵਿਚਾਰਾ, ਕਾਇਆ ਅੰਦਰ ਤੋਲ ਤੁਲਾਵੇ ਆਪੇ ਤੋਲਣ ਹਾਰਾ। ਸਭ ਕਾਇਆ ਦੇ ਵਿੱਚ ਪਸਾਰਾ ਕਰ ਦਿੱਤਾ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਉਪਤ ਜਿਤ ਸੰਸਾਰਾ, ਸੱਚੇ ਆਪਣਾ ਖੇਲ ਰਚਾਇਆ, ਆਵਾ ਗੌਣ ਪਸਾਰਾ, ਪੂਰੇ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ। ਹੁਣ ਮੁੱਕਦੀ ਗੱਲ ਇਹ ਹੈ ਕਿ ਜਿੰਨੀ ਬਾਹਰ 84 ਲੱਖ ਜੂਨ ਆ, 84 ਲੱਖ ਕਿਸਮਾਂ ਆ, ਜਿਵੇਂ ਦਾ ਉਹਨਾਂ ਦਾ ਸੁਭਾਵ ਹੈ, ਜਿਵੇਂ ਦਾ ਉਸ ਜੂਨੀ ਦੇ ਵਿੱਚ ਜਾਣ ਤੇ ਫੁਰਨੇ ਵਿਚਾਰ ਪੈਦਾ ਹੁੰਦੇ ਆ। ਜਿਵੇਂ ਇੱਕ ਸ਼ੇਰ ਦਾ ਸੁਭਾਵ ਹੈ, ਇੱਕ ਚੀਤੇ ਦਾ ਸੁਭਾਵ ਹੈ, ਇੱਕ ਉੱਡਣ ਵਾਲੇ ਪੰਛੀਆਂ ਦੇ ਵਿੱਚ ਕਾਂ ਦਾ ਸੁਭਾਵ ਹੈ, ਤੋਤੇ ਦਾ ਸੁਭਾਵ ਹੈ, ਚਿੜੀ ਦਾ ਸੁਭਾਵ ਹੈ। ਇਸ ਤਰੀਕੇ ਜੋ ਭੂਮਲੋਕ ਦੇ ਜਾਨਵਰ ਆ, ਮੱਝਾਂ ਗਾਈਆਂ ਘੋੜੇ, ਇਹਨਾਂ ਦੇ ਅਲੱਗ-ਅਲੱਗ ਸੁਭਾਵ ਆ ਨਾ। ਹੁਣ ਇੰਨੇ ਵੱਡੇ ਆਕਾਰ ਤਾਂ ਅੰਦਰ ਫਿੱਟ ਨਹੀਂ ਸੀ ਹੋ ਸਕਦੇ, ਪਰ ਉਹੀ ਐਜ਼ ਇਟ ਇਜ਼ ਜੋ ਸੁਭਾਵ ਹੈ ਉਹਨਾਂ ਦਾ, ਜੋ ਜਿਸ ਤੱਤ ਤੋਂ, ਜਿਸ DNA ਤੋਂ ਉਹ ਪੈਦਾ ਹੋਏ ਆ। ਕਿਉਂਕਿ ਹਰ ਇੱਕ ਜਿਹੜੀ ਜੂਨ ਆ ਉਹ DNA ਤੋਂ, ਤੱਤ ਤੋਂ ਹੀ ਪ੍ਰਗਟ ਹੋਈ ਹੈ ਨਾ। ਉਹ ਸਾਰੇ ਤੱਤ ਰੂਪ ਦੇ ਵਿੱਚ ਉਹ 84 ਲੱਖ ਜੂਨ ਸਾਡੇ ਅੰਦਰ ਹੈ। ਜਿਵੇਂ ਗਾਂ ਦਾ ਤੱਤ ਵੀ ਸਾਡੇ ਅੰਦਰ ਹੈ, ਘੋੜੇ ਦਾ ਤੱਤ ਵੀ ਸਾਡੇ ਅੰਦਰ ਹੈ, ਤੱਤ ਪ੍ਰਕਾਸ਼ ਦਾ ਵੀ ਤੇ ਅਸਥੂਲ ਤੱਤ ਵੀ, ਜਿਹੜੇ 5 ਤੱਤਾਂ ਦੇ ਵਿੱਚੋਂ ਪ੍ਰਗਟ ਹੋਏ ਨੇ ਸਾਰਾ ਸੰਸਾਰ। ਤੇ ਉਸ ਤੱਤ ਨੂੰ ਕਿਸ ਤਰੀਕੇ ਘੜਿਆ ਗਿਆ, ਉਹ ਸਾਰੇ ਤੱਤ ਸਾਡੇ ਅੰਦਰ ਆ। ਸਾਰਿਆਂ ਦਾ ਸੁਭਾਵ ਸਾਡੀ ਕਾਇਆ ਦੇ ਵਿੱਚ ਮਿਲ ਕੇ ਬਣਦਾ ਆ। ਹੁਣ ਜਿਹੜਾ ਇਹ ਸਰੀਰ ਬਣਾ ਦਿੱਤਾ, ਇਹ ਸਭ ਤੋਂ ਸਿਰਮੌਰ ਬਣਾ ਦਿੱਤਾ, ਤੇ ਇਸ ਸਰੀਰ ਦਾ, ਇਸ 84 ਲੱਖ ਜੂਨ ਨੂੰ ਜੇਕਰ ਆਪਾਂ ਇਕੱਠਾ ਕਰ ਲਈਏ ਤੇ ਉਸ ਜੂਨ ਦਾ, ਸਾਰੀ ਜੂਨ ਨੂੰ ਇਕੱਠਾ ਕਰਕੇ ਇੱਕ ਨਕਸ਼ਾ ਬਣਾਈਏ, ਤੇ ਆਪਾਂ ਕਹਿ ਸਕਦੇ ਹਾਂ ਵੀ ਉਹ ਮਾਨਸਜਾਮਾ ਬਣੇਗਾ ਸਾਰੀ ਜੂਨ ਦਾ। ਮਨੁੱਖੀ ਜਾਮਾ ਬਣਾ ਕੇ 84 ਲੱਖ ਜੂਨ ਜਦੋਂ ਸਾਰੀ ਇਕੱਠੀ ਕਰ ਦਿੱਤੀ ਤਾਂ ਇੱਕ ਜੂਨ ਬਣੀ ਇਕੱਠੀ ਹੋਣ ਤੇ, ਜਿਹਨੂੰ ਅਸੀਂ ਮਾਨਸਜਾਮਾ ਕਹਿ ਦਿੰਦੇ ਹਾਂ। ਹੁਣ ਇਹਦੇ ਵਿੱਚ ਪਤਾ ਨਹੀਂ ਅਨੇਕਾਂ ਮਨ ਨੇ, ਅਨੇਕਾਂ ਹੀ ਜੋਤਾਂ ਨੇ, ਕਿਉਂਕਿ ਹਰ ਇੱਕ ਤੱਤ ਦੇ ਵਿੱਚ ਮਨ ਹੈ, ਜੋਤ ਹੈ।
ਅਨੇਕਾਂ ਮਨ ਇਸ ਕਾਇਆ ਦੇ ਵਿੱਚ ਵਸਦੇ ਆ। ਜਿਵੇਂ ਆਪਾਂ ਪਹਿਲੋਂ ਗੁਰਬਾਣੀ ਤੋਂ ਪੁੱਛ ਹੀ ਲਿਆ ਵੀ ਖੰਡ ਮੰਡਲ ਬ੍ਰਹਿਮੰਡ ਨਾਮ ਨੌ ਨਿਧ ਜਿਹੜਾ ਜਿਹਦੀ ਪ੍ਰਾਪਤੀ ਨਾਲ ਸਾਡਾ ਮਨ ਅਮਰ ਹੋ ਜਾਂਦਾ ਹੈ। ਹੁਣ ਇਹਨਾਂ ਸਾਰੀ ਕਾਇਆ ਦਾ ਜਿਹੜਾ ਇੱਕ ਮੁਖੀ ਬਣਾ ਦਿੱਤਾ, ਜਿਹੜਾ ਮਨ ਜਿਹੜਾ ਇਹਦੇ ਵਿੱਚ ਵਿਚਰਦਾ ਹੈ। ਹੁਣ ਇੱਕ ਘਰ ਆ, ਇੱਕ ਪਿੰਡ ਹੈ, ਇੱਕ ਦੇਸ਼ ਹੈ, ਇਹਦੇ ਵਿੱਚ ਅਨੇਕਾਂ ਜੀਵ ਵਸਦੇ ਆ, ਅਨੇਕਾਂ ਤੱਤ ਵਸਦੇ ਆ, ਤੱਤ ਸਰੂਪ ਹੋ ਕੇ ਜੀਵ ਵਸਦੇ ਆ ਇਹਦੇ ਵਿੱਚ। ਤੇ ਹਰ ਇੱਕ ਜੀਵ ਦਾ ਆਪ ਆਪ ਦਾ ਵਿਚਾਰ ਆ। ਇਸ ਕਾਇਆ ਦਾ ਵੀ ਫੁਰਨੇ ਆ, ਇਸ ਕਾਇਆ ਦਾ ਵੀ ਫੁਰਨਾ ਆ। ਹੁਣ ਜਦੋਂ ਆਪਾਂ ਉਸ ਨਿਰੰਕਾਰ ਦੇ ਦੇਸ਼ ਦੇ ਵਿੱਚੋਂ ਨਿਕਲੇ, ਜਾਂ ਕਹਿ ਦਈਏ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਉਹ ਜਦੋਂ ਸੱਚ ਤੋਂ ਇਹ ਆਕਾਰ ਪ੍ਰਗਟ ਹੋਇਆ, ਸਾਰਾ 84 ਲੱਖ ਜੂਨ ਦਾ ਨਿਰੰਕਾਰ ਨੇ ਖੁਦ ਵਿੱਚੋਂ ਆਕਾਰ ਪ੍ਰਗਟ ਕੀਤਾ। ਆਪਾਂ ਉਦੋਂ ਦੇ ਇਸ ਧਰਤੀ ਦੇ ਉੱਪਰ ਸਾਰੇ ਸੰਜੋਗੀ ਚੱਲਣ ਲੱਗੇ। ਹੁਣ ਸਾਡਾ ਮੈਚ, ਸਾਡੇ ਮਨ ਦਾ ਮੈਚ ਸੀਗਾ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ, ਕਾਲ ਦੇ ਨਾਲ। ਅਸੀਂ ਸਾਰੇ ਨਿਰੰਕਾਰ ਦੇ ਵੰਸ਼ਜ ਹਾਂ, ਨਿਰੰਕਾਰ ਦੇ ਵਿੱਚੋਂ ਪ੍ਰਗਟ ਹੋਏ ਹਾਂ। ਪਰ ਜਿਉਂ ਹੀ ਅਸੀਂ ਇੱਧਰ ਕਾਇਆ ਦੇ ਨਾਲ ਸੰਪਰਕ ਕਰ ਲਿਆ, ਇੱਧਰ ਦੇ ਆਕਾਰਾਂ ਦੇ ਨਾਲ ਸੰਪਰਕ ਕਰ ਲਿਆ, ਇਹ ਆਕਾਰ, ਇਹ ਕਾਇਆ ਸਾਰੀਆਂ ਚੱਲਦੀਆਂ ਆ ਪਾਉਣ ਦੁਆਰਾ। ਪਾਉਣ ਦੇ ਵਿੱਚ ਜਿਵੇਂ ਹੀ ਸਾਡੇ ਸੂਖਮ ਮਨਾਂ ਦਾ, ਸਾਡੇ ਜੋਤ ਸਰੂਪ ਮਨਾਂ ਦਾ ਇੱਥੇ ਆ ਕੇ ਸੰਪਰਕ ਹੋਇਆ, ਤੇ ਪਾਉਣ ਦਾ ਦਾਇਰਾ ਜਿਹੜਾ ਆ ਉਹ ਮਾਇਆ ਤੱਕ ਹੀ ਆ, ਸਿਰਫ ਆਕਾਰਾਂ ਤੱਕ ਹੀ ਆ। ਇਹ ਜਿਸ ਸੂਖਮ ਦੇ ਵਿੱਚੋਂ ਅਸੀਂ ਪ੍ਰਗਟ ਹੋਏ ਹਾਂ, ਪਾਉਣ ਉੱਥੇ ਨਹੀਂ ਹੈਗੀ। ਇਸ ਕਰਕੇ ਜਦੋਂ ਅਸੀਂ ਪਾਉਣ ਦੇ ਵਿੱਚ ਆਉਂਦੇ ਹਾਂ ਤੇ ਉਧਰ ਦੀ ਜਿਹੜੀ ਯਾਦਾਸ਼ਤ ਹੈ ਸਾਨੂੰ ਭੁੱਲ ਜਾਂਦੀ ਹੈ ਕਿ ਅਸੀਂ ਆਏ ਕਿੱਥੋਂ ਆ, ਅਸੀਂ ਕਰਨ ਕੀ ਆਏ ਆ ਤੇ ਜਾਣਾ ਕਿੱਥੇ ਆ। ਸਿਰਫ ਇਧਰ ਦੀ ਯਾਦਾਸ਼ਤ ਰਹਿ ਜਾਂਦੀ ਸਾਨੂੰ। ਸੋ ਇਸੇ ਅਵਸਥਾ ਦੇ ਵਿੱਚ ਜਦੋਂ ਜੀਵ ਚੱਲਦਾ, ਉਹਨੂੰ ਮਨਮੁਖ ਕਹਿੰਦੇ ਨੇ, ਜਿਹਨੂੰ ਉਧਰ ਦਾ ਪਤਾ ਨਹੀਂ ਹੁੰਦਾ ਵੀ ਉਹ ਆਇਆ ਕਿੱਥੋਂ ਆ। ਪਰ ਜਿਹੜੇ ਵਿਰਲੇ ਵਿਰਲੇ ਗੁਰੂ ਜਿਨ੍ਹਾਂ ਤੇ ਕਿਰਪਾ ਕਰਦਾ, ਜਿਹੜੇ ਇੱਥੇ ਆਣ ਕੇ ਆਪਦੇ ਆਪ ਨੂੰ ਖੋਜਣ ਲੱਗੇ, ਜਿਨ੍ਹਾਂ ਨੇ ਇਸ ਕਾਇਆ ਅੰਦਰ ਨੌ ਨਿਧ ਅੰਮ੍ਰਿਤ ਜਿਹੜਾ ਹੈਗਾ ਆ ਉਹਦੀ ਖੋਜ ਕਰਕੇ ਜਦੋਂ ਨੌ ਨਿਧ ਨਾਮ ਦੇ ਨਾਲ ਅੰਦਰੋਂ ਅਸੀਂ ਸੁਰਤੀ ਜੋੜ ਲੈਂਦੇ ਹਾਂ, ਤੇ ਫਿਰ ਸਾਨੂੰ ਉਹ, ਕਿਉਂਕਿ ਜਿੱਥੋਂ ਅਸੀਂ ਪ੍ਰਗਟ ਹੋਏ ਹਾਂ ਉੱਥੇ ਸ਼ਬਦ ਗੁਰੂ ਹੈ, ਇੱਧਰ ਅਸੀਂ ਆਏ ਹਾਂ ਇੱਥੇ ਪਵਨ ਗੁਰੂ ਹੈ। ਉਸ ਸ਼ਬਦ ਗੁਰੂ ਦੇ ਨਾਲ ਜਦੋਂ ਸਾਡੀ ਸੁਰਤੀ ਜੁੜ ਜਾਂਦੀ ਹੈ, ਸ਼ਬਦ ਜਦੋਂ ਅੰਦਰੋਂ ਸਾਨੂੰ ਸੁਣਨ ਲੱਗ ਜਾਂਦਾ, ਫਿਰ ਉਧਰ ਦੀ ਯਾਦਾਸ਼ਤ ਵੀ ਸਾਡੇ ਮਨ ਨੂੰ ਆ ਜਾਂਦੀ ਹੈ। ਕਿਉਂਕਿ ਸ਼ਬਦ ਦੇ ਵਿੱਚ ਸਮਾਉਣ ਤੋਂ ਬਾਅਦ ਹੀ ਸਾਡੇ ਮਨ ਦੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਕੰਮ ਕਰਦੀਆਂ ਆ। ਨਾਦ ਦੇ ਵਿੱਚ ਜਦੋਂ ਸਾਡਾ ਮਨ ਸਮਾਏਗਾ, ਫਿਰ ਸਾਡੇ ਮਨ ਦੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ, ਉਹਦੀਆਂ ਅੱਖਾਂ, ਕੰਨ, ਨੱਕ ਕੰਮ ਕਰਨਗੇ ਸਾਡੀ ਮਰਜ਼ੀ ਦੁਆਰਾ। ਨਹੀਂ ਤਾਂ ਉਹ ਸਹਿਜ ਸੁਭਾਅ ਇੱਧਰ ਸੁੱਤੀਆਂ ਰਹਿੰਦੀਆਂ ਨੇ, ਆਣ ਕੇ ਸਿਰਫ ਸਰੀਰ ਦੀਆਂ, ਇਸ ਪੰਜ ਭੌਤਿਕ ਸਰੀਰ ਦੀਆਂ, ਦ੍ਰਿਸ਼ਟਮਾਨ ਸਰੀਰ ਦੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਕੰਮ ਲੈਂਦਾ, ਆਪ ਮੁਹਾਰਾ ਹੋ ਕੇ ਚੱਲਦਾ, ਉਹਨੂੰ ਪਤਾ ਨਹੀਂ ਹੁੰਦਾ। ਜਦੋਂ ਨਾਮ ਦੇ ਵਿੱਚ, ਨਾਦ ਦੇ ਵਿੱਚ ਸਮਾ ਜਾਂਦਾ, ਫਿਰ ਇਹਦੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਕੰਮ ਕਰਦੀਆਂ ਆ। ਹੁਣ ਸਾਨੂੰ ਤਾਂ ਇੱਕ ਮਾਨਸ ਜਾਮਾ ਦੇ ਦਿੱਤਾ, ਮਾਨਸ ਜਾਮੇ ਦੇ ਵਿੱਚ ਸਰਬ ਉੱਤਮ ਗਿਆਨ ਦੇ ਦਿੱਤਾ। ਅਸੀਂ ਇਸ ਜਨਮ ਦੇ ਵਿੱਚ ਆ ਕੇ ਕਾਲ ਦੇ ਪੰਜਾਂ ਦੂਤਾਂ ਨੂੰ ਜਿੱਤ ਕੇ ਪਰਮੇਸ਼ਰ ਦੇ ਘਰ ਜਾ ਸਕਦੇ ਆ। ਪਰ ਇਸੇ ਤਰੀਕੇ ਹੀ ਸਾਰੀ 84 ਲੱਖ ਜੂਨ ਨੂੰ ਵੀ ਮੌਕਾ ਦਿੱਤਾ ਗਿਆ ਸੀਗਾ, ਜਿੰਨੀ ਜੂਨਾ ਹੋ ਰਿਹਾ, ਵੀ ਤੁਸੀਂ ਵੀ ਇਹਨਾਂ ਪੰਜਾਂ ਦਾ ਬਲ ਤੋੜ ਕੇ ਸੱਚਖੰਡ ਆਓ। ਪਰ ਕਿਉਂਕਿ ਮਾਨਸ ਜਾਮੇ ਦੇ ਵਿੱਚ ਸਭ ਤੋਂ ਜ਼ਿਆਦਾ ਗਿਆਨ ਹੈ ਔਰ ਦੂਸਰੀਆਂ ਜੂਨਾਂ ਵਿੱਚ ਘੱਟ ਗਿਆਨ ਹੈ, ਜਦੋਂ ਹਰ ਇੱਕ ਜੂਨੀ ਦੇ ਵਿੱਚ ਮਨ ਪ੍ਰਵੇਸ਼ ਹੋਇਆ, ਭੂਮ ਲੋਕ ਦੀਆਂ ਜੂਨਾਂ, ਆਕਾਸ਼ ਲੋਕ ਦੀਆਂ ਜੂਨਾਂ, ਪਤਾਲ ਲੋਕ ਦੀਆਂ ਜੂਨਾਂ, ਉਹਨਾਂ ਵਿੱਚ ਵੀ ਵਿਚਾਰ ਚੱਲਣ ਲੱਗੇ, ਜਿਵੇਂ ਆਪਣੇ ਵਿੱਚ ਵਿਚਾਰ ਚੱਲਦੇ ਨੇ। ਉਹਨਾਂ ਵਿੱਚ ਵਿਚਾਰ ਚੱਲਣ ਲੱਗੇ, ਪਰ ਉਹਨਾਂ ਦਾ ਬਲ ਥੋੜਾ ਸੀ, ਗਿਆਨ ਥੋੜਾ ਸੀ। ਇਸ ਕਰਕੇ ਜਿਹੜਾ ਕਾਲ ਹੈ ਉਹ ਬਾਕੀ ਸਾਰੀਆਂ ਜੂਨਾਂ ਨੂੰ ਜਿੱਤ ਜਾਂਦਾ, ਜਿੱਤ ਗਿਆ। ਉਹਨਾਂ ਦੇ ਮਨਾਂ ਉੱਤੇ ਵੀ ਇਹਨੇ ਪਰਦਾ ਪਾ ਕੇ ਉਹਨਾਂ ਨੂੰ ਆਪ ਦੇ ਵੱਸ ਕਰ ਲਿਆ। ਉਹ ਇਹਦੀ ਦਬਿਸ਼ ਵਿੱਚ ਆ ਗਏ ਨੇ। ਦੂਸਰੀ ਜਿੰਨੀ ਵੀ ਜੂਨ ਹੈ, ਕਿਸੇ ਨੂੰ ਮੋਹ ਵਿੱਚ ਫਸਾ ਲਿਆ, ਕਿਸੇ ਨੂੰ ਕ੍ਰੋਧ ਵਿੱਚ, ਕਿਸੇ ਨੂੰ ਕਾਮ ਵਿੱਚ, ਕਿਸੇ ਨੂੰ ਲੋਭ ਵਿੱਚ, ਕਿਸੇ ਨੂੰ ਹੰਕਾਰ ਵਿੱਚ। ਸਾਨੂੰ ਗੁਰਬਾਣੀ ਵਿੱਚ ਦੱਸਦੇ ਆ ਨਾ, ਜਿਵੇਂ ਕਾਮ ਦੀਆਂ ਜੂਨਾਂ ਆ, ਹਾਥੀ ਕਾਮਵਸ ਹੈ, ਮਿਰਗ ਕਾਮਵਸ ਹੈ, ਭਵਰਾ ਕਾਮਵਸ ਹੈ। ਇਵੇਂ ਕ੍ਰੋਧ ਦੀਆਂ ਅਲੱਗ ਜੂਨਾਂ ਆ, ਜਿਵੇਂ ਸ਼ੇਰ, ਚੀਤੇ, ਜੋ ਇੱਕ ਦੂਜੇ ਦੇ ਨਾਲ ਸੱਪ ਲੜਦੇ ਆ, ਨਿਓਲਾ। ਇਵੇਂ ਲੋਭ ਦੀਆਂ ਜੂਨਾਂ ਅਲੱਗ ਆ, ਮੋਹ ਦੀਆਂ ਅਲੱਗ ਆ, ਹੰਕਾਰ ਦੀਆਂ ਅਲੱਗ ਆ। ਫਸਾ ਲਿਆ ਪੰਜਾਂ ਨੇ, ਆਪ ਆਪ ਦੇ ਜੂਨਾਂ ਵਿੱਚ ਫਸਾ ਲਿਆ ਸਾਰਿਆਂ ਨੂੰ। ਸਾਡੇ
ਮਾਨਸ ਜਾਮੇ ਦੇ ਵਿੱਚ ਆ ਕੇ ਇਹ ਇੱਕ ਮੈਚ ਚੱਲਦਾ ਹੈ ਵੀ ਜੇ ਆਪਾਂ ਇੱਥੇ ਆ ਕੇ ਕਾਮ ਕਰੋ ਲੋਭ ਮੋਹ ਹੰਕਾਰ ਅੰਦਰ ਦੇ ਵਿਚਾਰਾਂ ਦਾ ਭੇਤ ਲੈ ਲਿਆ ਤਾਂ ਆਪਾਂ ਇਸ ਮਾਨਸ ਜਾਮੇ ਨੂੰ ਜਿੱਤ ਕੇ ਤੇ ਸੱਚ ਦੇ ਵਿੱਚ ਜਾ ਸਕਦੇ ਹਾਂ। ਹੁਣ ਇਸੇ ਤਰੀਕੇ ਉਹ ਜਿੰਨੀ ਸਾਰੀ ਜੂਨ ਹੈ 84 ਲੱਖ ਜੂਨ, ਇਹ ਸਾਰੀ ਕਾਲ ਨੇ ਵਸ ਕਰ ਲਈ ਤੇ ਇਹ ਜਦੋਂ ਮਾਨਸ ਜਾਮਾ ਬਣ ਜਾਂਦਾ ਹੈ ਤੇ ਇਹਦੇ ਵਿੱਚ ਆ ਕੇ ਜੂਨ ਦੇ ਵਿੱਚ ਇਹ ਮੈਚ ਚੱਲਦਾ। ਦੂਜੀ ਜੂਨਾਂ ਮੈਚ ਨਹੀਂ ਕਰ ਸਕਦੀਆਂ, ਉਹ ਗੁਰਮੰਤਰ ਦਾ ਜਾਪ ਨਹੀਂ ਕਰ ਸਕਦੀਆਂ, ਉਹ ਗਿਆਨ ਨਹੀਂ ਲੈ ਸਕਦੀਆਂ। ਜਾਂ ਆਪਾਂ ਮੁੱਕ ਦੀ ਗੱਲ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਅਸੀਂ ਫਸੇ ਹੋਏ ਹਾਂ, ਉਹਨਾਂ ਨੂੰ ਆਪ ਦੀ ਜੂਨ ਦੇ ਨਾਲ ਪਿਆਰ ਪੈ ਗਿਆ ਤੇ ਉਹ ਇੱਥੋਂ ਦੇ ਕਰਮ ਕਰਨ ਲੱਗੇ। ਹੁਣ ਮਾਲਕ ਨੇ ਦੇਖਿਆ ਕਿ ਇਹ ਦੂਸਰੀਆਂ ਜੂਨਾਂ ਜਿੱਤਦਾ 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 ਮਾਨਸ ਜਾਮੇ ਤੱਕ ਇਹ ਪਹੁੰਚ ਗਿਆ। ਹੁਣ ਕਿਵੇਂ ਕੀਤਾ ਜਾਵੇ ਵੀ ਮੁਕਤ ਸਾਰਿਆਂ ਨੂੰ ਹੀ ਕਰਨਾ, ਇਕੱਲੇ ਮਨੁੱਖ ਨੂੰ ਕਰਨਾ ਨਹੀਂ। ਹੁਣ ਇੱਥੋਂ ਫੜਨਾ ਹੀ ਗੱਲ, ਮੁਕਤ ਸਾਰਿਆਂ ਨੂੰ ਹੀ ਕਰਨਾ ਚਾਹੁੰਦਾ ਮਾਲਕ। ਫਿਰ ਸੱਚੇ ਪਾਤਸ਼ਾਹ ਨੇ ਕੀ ਕੀਤਾ, ਉਹ ਸਾਰੀ 84 ਲੱਖ ਜੂਨ ਜੋ ਅੰਦਰ ਹੈ ਬਾਹਰ ਹੈ ਉਹੀ ਅੰਦਰ ਹੈ। ਜਿਵੇਂ ਬਾਹਰੋਂ ਇਹਨੇ 84 ਲੱਖ ਜੂਨ ਨੂੰ ਵਸ ਕਰ ਲਿਆ, ਇਵੇਂ ਇਸ ਕਾਇਆ ਦੀ ਕਾਇਆ ਜਿਹੜੀ 84 ਲੱਖ ਜੂਨ ਅੰਦਰ ਵਾਲੀ ਹੈ ਇਹਨੂੰ ਵੀ ਇਹਨੇ ਵਸ ਕਰ ਲਿਆ। ਸਾਡੀ ਕਹਿਣ ਦਾ ਭਾਵ ਕਿ ਸਾਡੀ ਕਾਇਆ ਜਿਹੜੀ ਹੈ ਇਹ 84 ਲੱਖ ਜੂਨ ਦੇ ਤੱਤਾਂ ਦੁਆਰਾ ਬਣੀ ਹੋਈ ਹੈ, 5 ਤੱਤਾਂ ਦੁਆਰਾ ਬਣੀ ਹੋਈ ਹੈ। ਸੋ ਇਹ ਕਾਲ ਦੇ ਵਸ ਪੈ ਗਈ, ਇਹ ਵੀ ਵਿਚਾਰ ਲੈਣ ਲੱਗ ਪਈ ਆ। ਸਾਡਾ ਜਿਹੜਾ ਇਹ ਤਨ ਹੈ ਨਾ 5 ਤੱਤਾਂ ਦਾ, ਇਹ ਵੀ ਵਿਚਾਰ ਲੈਂਦਾ। ਸਕਿਨ ਜਿਹਨੂੰ ਅਸੀਂ 5ਵੀਂ ਸੈਂਸ ਕਹਿ ਦਿੰਦੇ ਹਾਂ, ਜਿਵੇਂ ਅੱਖਾਂ ਦੁਆਰਾ ਦੇਖਦੇ ਹਾਂ, ਕੰਨਾਂ ਦੁਆਰਾ ਸੁਣਦੇ ਹਾਂ, ਮੂੰਹ ਦੁਆਰਾ ਟੇਸਟ ਕਰਦੇ ਹਾਂ, ਨਾਸਕਾ ਦੁਆਰਾ ਸੁੰਘਦੇ ਹਾਂ, ਤੇ 5ਵਾਂ ਸਾਡੀ ਸਕਿਨ ਹੈ। ਠੰਡਾ ਗਰਮ ਜਾਂ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਹਾਂ ਉੱਥੋਂ ਦਾ ਪਿਆਰ ਪੈ ਜਾਂਦਾ। ਜਿਵੇਂ ਅੰਨ ਪਾਣੀ ਜੋ ਅਸੀਂ ਪੀਂਦੇ ਹਾਂ ਉਹਦੇ ਨਾਲ ਪਿਆਰ ਪੈ ਜਾਂਦਾ, ਸਕਿਨ ਹੀ ਪਿਆਰ ਪਾ ਲੈਂਦੀ ਹੈ ਨਾ, ਇਹ ਵੀ ਫੁਰਨੇ ਲੈਂਦੀ ਹੈ। ਇਹਦੇ ਵਿੱਚ ਵਸਣ ਵਾਲੇ ਤੱਤ ਸਾਰੇ ਫੁਰਨੇ ਲੈ ਰਹੇ ਆ। ਤੇ ਮੁੱਖ ਦੀ ਗੱਲ ਆ ਕਿ ਜਿੰਨੀ ਜੂਨ ਆ, ਚਾਹੇ ਅੰਦਰ ਆ ਚਾਹੇ ਬਾਹਰ ਆ, ਉਹ ਇਹਨੇ ਵਸ ਕਰ ਲਈ। ਹੁਣ ਜੋ ਮਨ ਹੈ ਇਹਨੂੰ ਸਿਰਮੌਰ ਬਣਾਇਆ ਗਿਆ, ਇੱਕ ਮਨ ਨੂੰ ਚੁਣਿਆ ਗਿਆ। ਇੰਨੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਮਨਾਂ ਦੇ ਵਿੱਚੋਂ ਇੱਕ ਮਨ ਨੂੰ ਚੁਣ ਕੇ ਮਾਨਸ ਜਾਮਾ ਜੋ ਕਿ ਸਾਰੀ 84 ਲੱਖ ਜੂਨ ਦਾ ਇੱਕ ਪੁਤਲਾ ਹੈ, ਇਹਦੇ ਵਿੱਚ ਇੱਕ ਮਨ ਨੂੰ ਸਿਰਮੌਰ ਬਣਾਇਆ ਗਿਆ। ਉਹਨੂੰ ਕਿਹਾ ਕਿ ਪਹਿਲੋਂ ਤੂੰ ਆਪ ਦੇ ਉੱਤੇ ਜਿਹੜਾ ਤੇਰਾ ਪਰਦੇ ਪਏ ਹੋਏ ਆ ਤੇਰੀਆਂ ਅੱਖਾਂ ਤੇ ਤੇਰੇ ਕੰਨਾਂ ਤੇ, ਜੋ ਤੇਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੇ, ਇਹ ਆਪ ਦਾ ਪਰਦਾ ਕੱਟ। ਤੇ ਜਿਹੜਾ ਫਿਰ ਤੇਰੀ ਇਹ ਕਾਇਆ ਦੇ ਵਿੱਚ ਜਿਹੜੀ 84 ਲੱਖ ਜੂਨ ਨੂੰ ਇਹਨੇ ਵਸ ਕੀਤਾ ਹੋਇਆ, ਇਹਨਾਂ ਨੂੰ ਵੀ ਮੁਕਤ ਕਰਾ, ਇਸ ਸੰਸਾਰ ਨੂੰ ਮੁਕਤ ਕਰਾ। ਹੁਣ ਮਨ ਨੇ ਜੇਕਰ ਮੁਕਤ ਹੋਣਾ, ਉਹਨੂੰ ਸਾਰਾ ਭੇਤ ਹੋਣਾ ਚਾਹੀਦਾ। ਅੱਜ ਦਾ ਵਿਸ਼ਾ ਇਹ ਹੈ ਵੀ ਸਾਨੂੰ ਵਿਚਾਰ ਆਉਂਦੇ ਕਿਉਂ ਨੇ, ਕੌਣ ਦਿੰਦਾ ਸਾਨੂੰ ਵਿਚਾਰ। ਹੁਣ ਮਨ ਨੇ ਜਦੋਂ ਮੁਕਤ ਹੋਇਆ ਤੇ ਉਹ ਮੁਕਤ ਹੋ ਕੇ ਵੇਖਣ ਲੱਗਾ ਕਿ ਇਹ ਕਾਲ ਜਿਹੜਾ ਫਸਾਉਂਦਾ ਕਿਵੇਂ ਹੈ। ਜਿਹਨੂੰ ਕਹਿੰਦੇ ਹਰ ਜੀ ਸੱਚਾ ਸੱਚ ਤੂੰ, ਸਭ ਕਿਛ ਤੇਰੇ ਚੀਰੇ, ਲੱਖ 84 ਤਰਸਦੇ ਫਿਰੇ, ਬਿਨ ਗੁਰ ਭੇਟੇ ਪੀਰੇ। ਹਰ ਜੀਓ ਬਖਸ਼ੇ ਬਖਸ਼ ਲਏ, ਸੂਖ ਸਦਾ ਸਰੀਰੇ, ਗੁਰ ਪ੍ਰਸਾਦੀ ਸੇਵ ਕਰੀ, ਸੱਚ ਗਹਿਰ ਗੰਭੀਰੇ। ਕਹਿੰਦੇ ਪਹਿਲਾਂ ਉਹਨੇ ਦੇਖਿਆ, ਕਹਿੰਦੇ ਸਾਰੀ 84 ਲੱਖ ਜੂਨ ਆ, ਇਹ ਗੁਰੂ ਧਾਰਨ ਨਹੀਂ ਕਰ ਸਕਦੀ, ਨਾ ਤਾਂ ਆਕਾਰ ਦੇ ਵਿੱਚ, ਤੇ ਜਿਹੜਾ ਅੰਦਰਲਾ ਸ਼ਬਦ ਗੁਰੂ ਹੈ, ਹਰ ਇੱਕ ਦੇ ਅੰਦਰ ਸ਼ਬਦ ਗੁਰੂ ਚੱਲਦਾ ਪਿਆ, ਉਹਦਾ ਇਹਨਾਂ ਨੂੰ ਭੇਤ ਨਹੀਂ। ਇਸ ਕਰਕੇ ਇਹਨੇ ਵਸ ਕਰ ਲਿਆ, ਸੱਚ ਨੂੰ ਭੁੱਲ ਗਏ। ਤੇ ਵਸ ਕੀਤਾ ਕਿਵੇਂ? ਉਹ ਦੇਖਦਾ ਹੈ ਕਿ ਕਾਲ ਦੇ ਕੋਲ ਇਹ 5 ਜਵਾਨ ਨੇ, ਤੇ 5 ਦੇ ਜਵਾਨਾਂ ਨੇ ਇਹ 3 ਗੁਣ ਦੀਆਂ 3 ਗੁਣਾਂ ਦੀਆਂ ਹੱਟਾਂ ਨੇ ਇਹਨਾਂ ਦੇ ਕੋਲ। ਇਹ 3 ਗੁਣ ਨੇ, ਰਜਗੁਣ, ਤਮਗੁਣ, ਸਤਗੁਣ। ਇਹ ਤਿੰਨਾਂ ਤੋਂ ਅੱਗੇ ਵੱਧ ਜਾਂਦੇ ਆ, 3 ਤੋਂ ਅੱਗੇ ਇਹ 14 ਹੋ ਜਾਂਦੇ ਨੇ, 14 ਤੋਂ ਅੱਗੇ ਚੱਲ ਕੇ ਇਹ 31 ਹੋ ਜਾਂਦੇ ਨੇ, 31 ਤੋਂ ਅੱਗੇ ਫਿਰ ਚੱਲ ਕੇ 68 ਹੋ ਜਾਂਦੇ ਆ, ਜਿਨ੍ਹਾਂ ਨੂੰ 68 ਹੱਟਾਂ ਵੀ ਕਹਿ ਦਿੰਦੇ ਨੇ। ਇਸ ਕਾਇਆ ਅੰਦਰ ਹੱਟ ਪਟਨ ਬਜ਼ਾਰਾ, ਜਿਵੇਂ ਆਪਾਂ ਕਹਿ ਦਈਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਦਵੈਤ, ਚੁਗਲੀ, ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾ, ਸੰਸੇ, ਫੁਰਨੇ, ਫਿਕਰਾਂ, ਅੱਗੇ ਦੇ ਅੱਗੇ ਵਿਚਾਰ ਨੇ ਜਿਹੜੇ, ਇਹ ਜੀਵਤ ਨੇ ਸਾਰੇ ਵਿਚਾਰ। ਇਹ ਬਹੁਤ ਵੱਡਾ ਬਿਖਮ ਦਲ ਇਹਨਾਂ ਨੇ ਅੰਦਰ ਬਣਾਇਆ ਹੋਇਆ। ਇਹ ਵਸ ਕਿਵੇਂ ਕਰਦੇ ਆ ਵੀ ਜਿਵੇਂ ਹੁਣ ਆਪਾਂ ਦੇਖਦੇ ਹਾਂ ਆਮ ਤੌਰ ਤੇ ਇੱਕ ਸੂਰ ਦੀ ਜੂਨ ਹੈ। ਸੂਰ ਕਿੰਨੇ ਮੋਹ ਦੇ ਵਿੱਚ ਹੁੰਦਾ ਹੈ ਵੀ ਉਹ ਜਿਹੜੀ ਫੀਮੇਲ ਸੂਰ ਹੈ ਉਹ ਕਿੰਨੇ ਬੱਚੇ ਜੰਮਦੀ ਹੈ ਤੇ ਕਿੰਨਾ ਉਹਦਾ ਨਾਲ ਪਿਆਰ ਹੁੰਦਾ। ਤੇ ਜੇਕਰ ਤੁਸੀਂ ਉਹ ਜੰਮਦੀ ਦਾ ਬੱਚਾ ਉਹਦਾ ਚੁੱਕ ਕੇ ਲੈ ਜਾਓ ਨਾ,
ਤੇ ਉਹ ਇੰਨੀ ਖੁੰਖਾਰ ਹੋ ਜਾਂਦੀ ਵੀ ਜੇ ਉਹਦੇ ਕੋਈ ਕੋਲ ਜਾਊਗਾ ਤੇ ਉਹਨੂੰ ਮਾਰਨ ਤੱਕ ਜਾਂਦੀ ਹੈ। ਜੇ ਉਹਦਾ ਕੋਈ ਸੂਰ ਦਾ ਜਾਂ ਕੋਈ ਵੀ ਫੀਮੇਲ ਡੌਗ ਹੈ ਜਾਂ ਕੋਈ ਵੀ ਹੈ, ਜੇ ਬੱਚਾ ਮਰ ਵੀ ਜਾਏ ਨਾ ਤੇ ਉਹ ਆਮ ਤੌਰ ਤੇ ਜਿਹੜਾ ਵੀ ਉਹਦੇ ਸਾਹਮਣੇ ਆਉਂਦਾ ਉਹਨੂੰ ਵੱਢਣ ਲੱਗ ਜਾਂਦੀ। ਕਿਉਂ? ਉਹ ਮੋਹ ਦੇ ਵਿੱਚ। ਇਹ ਅਸੀਂ ਦੇਖਣਾ ਫਿਰ ਸਾਨੂੰ ਇਹ ਫਸਾਉਂਦੇ ਕਿਵੇਂ ਨੇ। ਤੇ ਉਹਨਾਂ ਨੇ ਦੇਖਿਆ ਵੀ ਇਹ ਸਾਰੇ 68 ਹੱਟਾਂ ਦੇ ਵਿੱਚ ਇਹਨਾਂ ਨੇ ਫਸਾਇਆ ਹੋਇਆ ਇੱਕ ਦੂਜੇ ਨੂੰ। ਸਾਨੂੰ ਵਿਚਾਰ ਆਉਂਦਾ ਕਿਉਂ? 68 ਹੱਟਾਂ ਦੇ ਵਿੱਚ ਫਸਾਇਆ, ਕਿਸੇ ਨੂੰ ਈਰਖਾ ਦੇ ਵਿੱਚ ਫਸਾਇਆ, ਕਿਸੇ ਨੂੰ ਦੁਬਦਾ ਦੇ ਵਿੱਚ ਫਸਾਇਆ, ਕਿਸੇ ਨੂੰ ਚੁਗਲੀ ਦੇ ਵਿੱਚ ਫਸਾਇਆ। ਹੁਣ ਜਿਵੇਂ ਆਮ ਜਿਹੜੇ ਸੂਖਮ ਭੂਤ ਪ੍ਰੇਤ ਦੀਆਂ ਜੂਨਾਂ ਆ, ਇਹ ਚੁਗਲੀ, ਈਰਖਾ ਤੇ ਦਵੈਤ, ਇਹ ਤਿੰਨ ਗੁਣ ਨੇ ਇਹਨਾਂ ਦੇ ਵਿੱਚ ਮੁੱਖ। ਇਹ ਚੁਗਲ, ਈਰਖਾ ਤੇ ਦਵੈਤ ਤੇ ਇੱਕ ਦੂਜੇ ਦੇ ਨਾਲ ਕਾਟ ਦੀ ਭਾਵਨਾ ਜਿਹੜਾ ਰੱਖਦਾ, ਉਹ ਪ੍ਰੇਤ ਜੂਨ ਤੇ ਭੂਤ ਜੂਨ ਦੇ ਵੱਲ ਉਤਰਦਾ, ਜਾਂ ਜਿੰਦਾ ਘਰ ਦੇ ਨਾਲੋਂ ਮੋਹ ਨਹੀਂ ਟੁੱਟਦਾ। ਉਹਨਾਂ ਵੇਖਿਆ ਵੀ ਇਹ ਕਾਲ ਦੇ 5 ਜਵਾਨਾਂ ਦੇ ਕੋਲ 3 ਗੁਣਾਂ ਦੀ ਸਰਮੌਰ ਨੇ, ਇਹਨਾਂ ਦੇ ਕੋਲ ਹੱਟਾਂ ਨੇ, ਤੇ ਇਹ ਆਪ ਦੀਆਂ ਹੱਟਾਂ ਤੋਂ ਸੌਦਾ ਐਸਾ ਦਿੰਦੇ ਆ ਵੀ ਇਹਨਾਂ ਨੇ ਸਾਰੀ 84 ਲੱਖ ਜੂਨ ਨੂੰ, ਜਿਹਨੂੰ ਜਿਵੇਂ ਦਾ ਵਿਚਾਰ ਹੈ ਉਵੇਂ ਦਾ ਸੌਦਾ ਦੇ ਕੇ ਉਹਨੂੰ ਫਸਾਈ ਜਾਂਦੇ ਆ। ਤੇ ਐਸਾ ਵਿਚਾਰ ਦੇ ਦਿੰਦੇ ਨੇ ਕਿ ਅਗਲਾ ਨਾਮ ਨੂੰ ਭੁੱਲ ਜਾਂਦਾ ਹੈ। ਜਿਵੇਂ ਸ਼ੇਰ ਨੂੰ ਕ੍ਰੋਧ ਦਾ ਵਿਚਾਰ ਦੇ ਦਿੱਤਾ, ਕੁੱਤੇ ਨੂੰ ਲਾਲਚ ਦਾ ਵਿਚਾਰ ਦੇ ਦਿੱਤਾ, ਬਿੱਲੀ ਜਿਹੜੀ ਆ ਉਹ ਡਰਪੋਕ ਹੈ ਉਹਨੂੰ ਡਰ ਦਾ ਵਿਚਾਰ ਦੇ ਦਿੱਤਾ, ਚੂਹਾ ਬਾਂਦਰ ਜਿਹੜੇ ਨੇ ਇਹ ਚਲਾਕ ਨੇ ਇਹਨਾਂ ਨੂੰ ਚਲਾਕੀ ਦਾ ਵਿਚਾਰ ਦੇ ਦਿੱਤਾ, ਚੰਚਲਤਾ ਦਾ, ਚੰਚਲ ਬਹੁਤ ਨੇ, ਲੋਮੜੀ ਚੰਚਲ ਆ ਉਹ। ਐਵੇਂ ਹਰ ਇੱਕ ਨੂੰ ਵਿਚਾਰ ਦੇ ਦਿੱਤਾ ਤੇ ਉਸ ਵਿਚਾਰ ਦੁਆਰਾ ਉਹਦਾ ਪਿਆਰ ਪਵਾ ਕੇ ਇੱਕ ਵਿਚਾਰ ਦੇ ਦਿੱਤਾ ਜਿਹਨੂੰ ਜਿਵੇਂ ਦਾ। ਹੁਣ ਵਿਚਾਰ ਕੀ ਹੈ ਕਿ ਜਿਹੜਾ ਇੱਕ ਭਰਮ ਹੈ, ਇਹ ਇੱਕ ਚਾਹੇ ਨਿੰਦਿਆ ਹੈ, ਚਾਹੇ ਚੁਗਲੀ ਹੈ, ਚਾਹੇ ਭਰਮ ਹੈ, ਚਾਹੇ ਦਵੈਤ ਹੈ, ਇਹ ਇੱਕ ਸੂਖਮ ਸ਼ਕਤੀਆਂ ਨੇ, ਇਹ ਇੱਕ ਪੁਆਇੰਟ ਨੇ। ਜੇ ਤੁਹਾਡਾ ਭਰਮ ਦੇ ਪੁਆਇੰਟ ਦੇ ਉੱਪਰ ਧਿਆਨ ਲੱਗ ਗਿਆ ਤੇ ਤੁਹਾਨੂੰ ਭਰਮ ਹੀ ਆਈ ਜਾਏਗਾ। ਜੇ ਸਾਡਾ ਭਰਮ ਦੇ ਉੱਤੇ ਧਿਆਨ ਲੱਗ ਜਾਏਗਾ ਨਾ, ਜੇ ਸਾਡਾ ਡਰ ਵਾਲੇ ਪੁਆਇੰਟ ਤੇ ਅੰਦਰਲੇ ਬੰਨੇ ਧਿਆਨ ਲੱਗ ਗਿਆ ਨਾ, ਸਾਡੇ ਅੰਦਰ ਸਾਰੇ ਪੁਆਇੰਟ ਨੇ ਨਾ, ਕਿਉਂਕਿ 84 ਲੱਖ ਜੂਨ ਪੁਆਇੰਟਾਂ 'ਚ ਫਸਾਈ ਹੈ ਤੇ ਉਹੀ 84 ਲੱਖ ਜੂਨ ਸਾਡੇ ਅੰਦਰ ਹੈ। ਸਾਡੇ ਅੰਦਰ ਵੀ ਇਸ ਕਾਇਆ ਅੰਦਰ ਹੱਟ ਪਟਨ ਬਾਜ਼ਾਰ ਹੈ। ਜੇ ਸਾਡਾ ਦਵੈਤ ਵਾਲੇ ਪੁਆਇੰਟ ਤੇ ਅੰਦਰ ਧਿਆਨ ਲੱਗ ਗਿਆ ਤੇ ਦਵੈਤ ਹੀ ਆਈ ਜਾਊਗੀ, ਉਵੇਂ ਦੇ ਹੀ ਵਿਚਾਰ ਆਈ ਜਾਣਗੇ। ਇਹ ਕਿਉਂ ਨਹੀਂ ਦੱਸ। ਕਈ ਆਪਾਂ ਕਹਿੰਦੇ ਨਾ ਜਿੱਦੀ ਕਿੰਨੇ ਹੁੰਦੇ ਆ, ਜਿੱਦੀ ਹੁੰਦਾ ਨਾ ਕਈ ਜੀਵ, ਉਹਨੇ ਮੈਨੂੰ ਇਹ ਕਿਉਂ ਕਿਹਾ, ਉਹਦਾ ਧਿਆਨ ਅੰਦਰ ਦਵੈਤ ਵਾਲੇ ਹੰਕਾਰ ਵਾਲੇ ਪੁਆਇੰਟ ਤੇ ਲੱਗਾ ਹੁੰਦਾ ਨਾ, ਉਹਦਾ ਧਿਆਨ ਉਧਰੋਂ ਹਟੇ, ਉਹਨੂੰ ਲਗਾਤਾਰ ਜਿੱਥੇ ਪੁਆਇੰਟ ਤੇ ਧਿਆਨ ਲੱਗ ਗਿਆ ਉਹੀ ਫੁਰਨੇ ਉਹਨੂੰ ਚੱਲੀ ਜਾਣਗੇ ਅੰਦਰ। ਇਹਨਾਂ ਨੂੰ ਕਹਿ ਦਿੱਤਾ ਦੁਕਾਨਾਂ ਆ ਇਹਨਾਂ ਦੀਆਂ। ਜਿੰਦਾ ਮੋਹ ਵਾਲੇ ਪੁਆਇੰਟ ਤੇ ਧਿਆਨ ਲੱਗ ਗਿਆ ਉਹ ਮੋਹ ਦੇ ਹੀ ਫੁਰਨੇ ਲਈ ਜਾਏਗਾ। ਇਸ ਤਰੀਕੇ ਇਹਨਾਂ ਨੇ ਸੁਰਤੀਆਂ ਪਰਪੱਖ ਕਰ ਦਿੱਤੀਆਂ ਨੇ 68 ਹੱਟਾਂ ਦੇ ਵਿੱਚ। ਜਿਹੜਾ ਜੀਵ ਜਿਵੇਂ ਦਾ ਹੈ ਉਹਦਾ ਉਸੇ ਪੁਆਇੰਟ ਤੇ ਅੰਦਰ ਧਿਆਨ ਲਵਾ ਦਿੰਦੇ ਆ। ਮਨ ਨੇ ਜਾਗ ਕੇ ਵੇਖਿਆ ਵੀ ਇਹ ਸਾਰੀ 84 ਲੱਖ ਜੂਨ ਤਾਂ ਇਹਨਾਂ ਨੇ ਐਂ ਜਿੱਤੀ ਆ। ਹੁਣ ਉਹੀ ਉਹ ਵੇਖਦਾ ਕਿ ਇਹ ਮੇਰੀ ਇਹੀ 84 ਲੱਖ ਜੂਨ ਮੇਰੇ ਅੰਦਰ ਹੈ। ਉਹ ਕਹਿੰਦਾ ਮੈਂ ਤਾਂ ਮੁਕਤ ਹੋ ਗਿਆ ਇਸ ਸੰਸਾਰ ਨੂੰ, ਅੰਦਰ ਵਾਲੀ ਜੂਨ ਨੂੰ ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹਨਾਂ ਨੂੰ ਕਿਵੇਂ ਕੱਢਿਆ ਜਾਵੇ? ਤੇ ਫਿਰ ਉਹਨੂੰ ਦੱਸਿਆ ਵੀ ਜੇਕਰ ਇੱਕ ਮਨ ਜਿਹੜਾ ਹੈ ਆਪ ਜਾ ਕੇ ਸੱਚ ਦੇ ਵਿੱਚ ਆਸਣ ਲਾ ਕੇ ਬਹਿ ਜਾਏ, ਨਾਮ ਦੇ ਵਿੱਚ ਆਸਣ ਲਗਾ ਕੇ ਬਹਿ ਜਾਏ, ਤੇ ਸਹਿਜ ਸੁਭਾਅ ਦੀ ਕਾਇਆਂ ਦੇ ਫੁਰਨੇ ਰੁਕ ਜਾਣਗੇ। ਜਿੰਨਾ ਇੱਕ ਮਨ ਨੂੰ, ਜਿਹੜਾ ਮਨ ਹੈ ਦੇਹੀ ਦੇ ਵਿੱਚ, ਜਿਹੜਾ ਸਰਮੌਰ ਮਨ ਹੈ, ਜਿਹੜਾ ਮਨ ਰਾਜ ਹੈ, ਉਹਨੂੰ ਗਿਆਨ ਹੋਏਗਾ। ਉਸ ਗਿਆਨ ਦੁਆਰਾ ਜਦੋਂ ਦੇਹੀ ਵਿੱਚ ਆ ਕੇ ਪ੍ਰਵੇਸ਼ ਹੋ ਕੇ ਚੱਲੇਗਾ ਤੇ ਉਹਦੀ ਦੇਹੀ ਦੇ ਤੱਤਾਂ ਨੂੰ ਸਹਿਜ ਸੁਭਾਅ ਉਹਨਾਂ ਗਿਆਨ ਹੋ ਜਾਏਗਾ। ਉਹ ਕਹਿੰਦੇ ਤੂੰ ਆਪਦੇ ਆਪ ਨੂੰ ਜਿੰਨਾ ਜਿੱਤ ਲਏਗਾ ਉਹਨਾਂ ਤੇਰੀ ਦੇਹੀ ਦੇ ਵਿੱਚ ਗਿਆਨ ਪ੍ਰਵੇਸ਼ ਹੁੰਦਾ ਜਾਏਗਾ। ਤੂੰ ਇਹਨਾਂ ਦੀ ਫਿਕਰ ਛੱਡ, ਤੂੰ ਆਪ ਜਿੱਤ। ਹੁਣ ਜਦੋਂ ਮਨ ਜਿੱਤ ਤਾਂ ਜਾਂਦਾ ਹੈ, ਵਾਹਿਗੁਰੂ ਕਰਕੇ ਵਿਚਾਰ ਰੋਕ ਲੈਂਦਾ, ਪਰ ਹਜੇ ਉਹ ਸਰੀਰ ਉਹਦਾ ਮੁਕਤ ਨਹੀਂ ਹੋਇਆ ਹੁੰਦਾ। ਇਸ ਕਰਕੇ ਜਦੋਂ ਅਸੀਂ ਫਿਰ ਚੱਲਦੇ ਹਾਂ, ਸਾਡੀ ਉਹ ਬੁੱਧੀ ਦੀ ਪਰਪੱਕਤਾ ਹੋਈ ਹੁੰਦੀ ਹੈ। ਇਹ 84 ਲੱਖ ਜੂਨ ਦੇ ਉੱਤੇ ਫਿਰ ਮਨ ਦੇ ਉੱਤੇ ਉਹ ਜਾਲ ਪਾ ਦਿੰਦਾ ਤੇ ਇਹ ਫਿਰ ਵਿਚਾਰ ਲੈਣ ਲੱਗ ਜਾਂਦੀ ਹੈ ਅੰਦਰ, ਸਾਡੀ ਦੇਹੀ ਫਿਰ ਵਿਚਾਰ ਲੈਣ ਲੱਗ ਜਾਂਦੀ ਹੈ। ਹੁਣ ਆਪਾਂ ਆਮ ਤੌਰ ਤੇ ਕਰਦੇ ਆ ਨਾ ਵੀ ਇਸ ਬੰਦੇ ਨੂੰ ਸਮਝ ਨਹੀਂ ਆਉਂਦੀ, ਪਤਾ ਨਹੀਂ ਇਹ ਮੋਹ ਦੇ ਵਿੱਚ ਕਿਉਂ ਫਸਿਆ ਹੋਇਆ। ਉਹਦੀ ਸੁਰਤੀ ਮੋਹ ਤੇ ਪਰਪੱਕ ਹੋਈ ਹੈ। ਸਹਿਜ ਸੁਭਾਅ ਜਿਵੇਂ ਆ ਸਾਹਮਣੇ ਖਾਲੀ ਖਿਲਾਇਆ ਨਾ, ਇਹਦੇ ਵਿੱਚ ਨਿਰੰਕਾਰ ਹੈ, ਇਹਦੇ ਵਿੱਚ ਤ੍ਰੈ ਗੁਣ ਵੀ ਹੈ, ਇਹਦੇ ਵਿੱਚ ਮਾਇਆ ਵੀ ਹੈ, ਇਹਦੇ ਵਿੱਚ ਅੰਮ੍ਰਿਤ ਰਸ ਵੀ ਹੈ, ਇਹਦੇ ਵਿੱਚ ਇਹ ਸਾਰੀਆਂ 68 ਹੱਟਾਂ ਮਾਇਆ ਦੀਆਂ ਵੀ ਨੇ। ਉਹਦਾ ਸਹਿਜ ਸੁਭਾਅ ਸਾਹਮਣੇ ਧਿਆਨ ਚੱਲ ਕੇ ਮੋਹ ਤੇ ਹੀ ਟਿਕ ਜਾਂਦਾ ਹੈ ਤੇ ਉਹਦਾ ਨਹੀਂ, ਉਹਦੇ ਜੀਵ ਦੇ ਵੱਸ ਨਹੀਂ ਰਹਿੰਦਾ। ਫਿਰ ਜਦੋਂ ਉਹਦਾ ਮੋਹ ਤੇ ਧਿਆਨ ਲੱਗ ਗਿਆ ਤੇ ਉਹ ਮੋਹ ਹੀ ਆਈ ਜਾਊਗਾ ਉਹਨੂੰ। ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ ਇੰਨਾ ਅਗਿਆਨੀ ਹੈ ਨਾ, ਇਹ ਸਮਝਦਾ ਨਹੀਂ ਮੇਰੀ ਗੱਲ ਨੂੰ।
ਪਤਾ ਨਹੀਂ ਕਿਉਂ ਇੰਨੀ ਦਵੈਤ ਕਰੀ ਜਾਂਦਾ। ਤੇ ਜੇਕਰ ਉਸ ਜੀਵ ਦੀ ਤੁਸੀਂ ਗੁਰਮੰਤਰ ਦੁਆਰਾ ਸੁਰਤੀ ਪੱਟ ਦਿਓਗੇ, ਗਿਆਨ ਦੁਆਰਾ ਪੱਟ ਕੇ ਉਹਦੀ ਸੱਚ ਤੇ ਲਵਾ ਦਿਓਗੇ, ਨਾਦ ਤੇ ਲਵਾ ਦਿਓਗੇ, ਉਹਦੇ ਵਿਚਾਰ ਬਦਲ ਜਾਣਗੇ। ਕਿਉਂ? ਜਿੱਥੋਂ ਵਿਚਾਰ ਲੈਂਦਾ ਸੀ, ਜਿੱਥੇ ਉਹਦੀ ਸੁਰਤੀ ਜਾ ਕੇ ਟਿਕ ਜਾਂਦੀ ਸੀ, ਤੁਸੀਂ ਉਹਦਾ ਧਿਆਨ ਹੀ ਪਲਟ ਦਿੱਤਾ ਉੱਥੋਂ। ਇਸ ਕਰਕੇ ਉਹ ਜੀਵ ਸਿਆਣਾ ਹੋ ਜਾਏਗਾ। ਉਹ ਫਸਿਆ ਕਿਉਂ ਹੋਇਆ? ਉਹਦਾ ਧਿਆਨ ਅੰਦਰ ਚੱਲ ਕੇ ਚੰਚਲਤਾ ਵਾਲੀ ਹੱਟ ਤੇ ਲੱਗਾ ਹੋਇਆ। ਉਹ ਚੰਚਲ ਹੀ ਬਹੁਤ ਹੋਇਆ ਪਿਆ। ਕੋਈ ਜੀਵ ਏ, ਉਹਦਾ ਕਾਮ ਦੇ ਵਸ, ਕਾਮ ਦੇ ਪੁਆਇੰਟ ਤੇ ਅੱਗੇ ਚੱਲ ਕੇ ਉਹਦੇ ਅੰਦਰ ਤ੍ਰਿਸ਼ਨਾ ਵਾਲੀ ਹੱਟ ਦੇ ਉੱਤੇ ਲਵਾ ਦਿੱਤਾ ਹੈ। ਇਸ ਕਰਕੇ ਇੰਨੀ ਤ੍ਰਿਸ਼ਨਾ ਉਹਦੇ ਵਿੱਚ ਕਾਮ ਦੀ ਆਈ ਪਈ ਹੈ ਕਿ ਉਹ ਉਸ ਕਾਮ ਦੀ ਤ੍ਰਿਸ਼ਨਾ ਨੂੰ ਪੂਰਨ ਕਰਨ ਵਾਸਤੇ ਨਸ਼ਾ, ਵੇਸਵਾਵਾ, ਪਰ ਇਸਤਰੀ ਪਰ ਮਰਦ ਦਾ ਸੰਗ ਕਰੀ ਜਾਂਦਾ, ਕਿਉਂਕਿ ਉਹਦਾ ਧਿਆਨ ਉੱਥੇ ਲੱਗਾ ਪਿਆ ਅੰਦਰ। ਸੂਖਮ ਧਿਆਨ, ਸੂਖਮ ਸੁਰਤ ਦਾ ਧਿਆਨ ਹੈ। ਇਸ ਕਰਕੇ ਉਹਨੂੰ ਵਿਚਾਰ ਆਈ ਜਾਂਦੇ ਨੇ। ਕੋਈ ਐਸਾ ਹੈ ਕਿ ਉਹਨੂੰ ਲੋਭ ਦੀ ਤ੍ਰਿਸ਼ਨਾ ਵਸ, ਲੋਭ ਨੇ ਆਪ ਦੀ ਤ੍ਰਿਸ਼ਨਾ ਵਸ ਕਰ ਲਿਆ। ਇਸ ਕਰਕੇ ਉਹਨੂੰ ਰੱਜ ਆਉਂਦਾ ਹੀ ਨਹੀਂ, ਸੰਤੋਖ ਹੈ ਹੀ ਨਹੀਂ। ਤੇ ਉਹ ਕਮਾ ਕੇ ਵੀ ਉਹ ਕਹੀ ਜਾਂਦਾ ਕਿ ਨਹੀਂ, ਮੇਰੇ ਕੋਲ ਤਾਂ ਕੋਈ ਗੱਲ ਹੀ ਨਹੀਂ ਬਣੀ। ਸਮਝ ਆਇਆ ਨਾ ਕਿਉਂ ਧਿਆਨ ਆਉਂਦੇ ਨੇ, ਇਹ ਕਿਉਂ ਵਿਚਾਰ ਆਉਂਦੇ ਨੇ? ਇਹ ਸਾਡੇ ਅੰਦਰ ਹੱਟਾਂ ਨੇ, ਪੰਜਾਂ ਦੀਆਂ, ਤ੍ਰੈ ਗੁਣ ਦੀਆਂ ਹੱਟਾਂ ਨੇ, ਰਜੋ ਤਮੋ ਸਤੋ ਗੁਣ ਦੀਆਂ 68 ਹੱਟਾਂ ਨੇ ਸਾਡੇ ਅੰਦਰ। ਕੋਈ ਤ੍ਰਿਸ਼ਨਾ ਦੀ ਹੱਟ ਏ, ਕੋਈ ਚੁਗਲੀ ਦੀ ਹੱਟ ਏ, ਕੋਈ ਨਿੰਦਿਆ ਦੀ ਹੱਟ ਏ। ਇਹ ਸਾਡੇ ਅੰਦਰ ਪੁਆਇੰਟ ਆ। ਸੂਖਮ ਹੱਡੀਆਂ ਖੂਨ ਦੇ ਵਿੱਚ ਨਹੀਂ, ਸਕਿਨ ਦੇ ਵਿੱਚ ਨਹੀਂ, ਇਹ ਸੂਖਮ ਅੰਦਰ ਖੇਲ ਆ। ਉਹ ਜਿੱਥੇ ਕਿ ਜਾ ਕੇ ਸਾਡੀ ਸੁਰਤੀ ਦਾ ਟਿਕਾਓ ਹੋ ਜਾਂਦਾ ਹੈ। ਹੁਣ ਕੋਈ ਸੁਰਤੀਆਂ ਐਸੀਆਂ ਨੇ, ਉਹ ਅੰਦਰ ਬਾਹਰ ਸੱਚ ਦੇ ਉੱਤੇ ਉਹਨਾਂ ਨੇ ਧਿਆਨ ਲਾ ਲਿਆ। ਨਿਜ ਪਦ ਉੱਪਰ ਲਾਗੋ ਧਿਆਨ ਰਾਜਾ ਰਾਮ ਮੋਰਾ ਬ੍ਰਹਮ ਗਿਆਨ। ਉਹਨਾਂ ਨੂੰ ਬ੍ਰਹਮ ਦਾ ਹੀ ਵਿਚਾਰ, ਸਾਰਾ ਦਿਨ ਬ੍ਰਹਮ ਦੀ ਅਵਸਥਾ ਬਣੀ ਰਹਿੰਦੀ ਹੈ। ਕੋਈ ਸੁਰਤੀ ਐਸੀ ਹੈ ਕਿ ਉਹਦਾ ਅੰਦਰਲੇ ਬੰਨੇ ਲੋਕ ਲੱਜਾ ਉੱਤੇ ਹੀ ਧਿਆਨ ਲੱਗਾ ਪਿਆ। ਉਹ ਸਾਰਾ ਦਿਨ ਲੋਕ ਲੱਜਾ ਵਿੱਚ ਹੀ ਚੱਲੀ ਜਾਂਦਾ। ਉਹ ਮੈਨੂੰ ਐਂ ਦੇਖ ਕੇ ਸੋਚਦਾ ਹੈ ਜੀ, ਉਹ ਮੇਰੇ ਬਾਰੇ ਐ ਨਾ ਸੋਚ ਲੇ, ਕੋਈ ਮੈਨੂੰ ਆ ਨਾ ਕਹਿ ਦੇ, ਕੋਈ ਮੈਨੂੰ, ਉਹਦਾ ਲੋਕ ਲੱਜਾ ਦੇ ਉੱਤੇ ਧਿਆਨ ਲੱਗਾ ਪਿਆ। ਤੇ ਸਾਰਿਆਂ ਦਾ ਤਾਂ ਹੀ ਕਿਹਾ ਆ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਵੀ ਇਹ ਤੁਹਾਡਾ ਧਿਆਨ ਜਿਹੜਾ ਆ, ਇਹ ਦੂਜੇ ਬੰਨੇ ਲੱਗ ਗਿਆ ਆ। ਇਹ ਤੁਸੀਂ ਦੂਸਰੇ ਦੇ ਪਿੱਛੇ ਹੋ ਗਏ ਹੋ, ਆਪ ਦਾ ਘਰ ਛੱਡ ਗਏ ਹੋ, ਆਪ ਦੀ ਮੱਤ ਛੱਡ ਗਏ ਹੋ, ਗੁਰੂ ਦੀ ਮੱਤ ਤੁਸੀਂ ਛੱਡ ਕੇ ਮਨ ਮੱਤ ਮਨੁੱਖ ਬਣ ਚੁੱਕੇ ਹੋ। ਇਹ ਅੰਦਰ ਜਿਹੜੀ ਪੰਜਾਂ ਦੀ ਤੁਸੀਂ ਮੱਤ ਗ੍ਰਹਿਣ ਕਰ ਲਈ ਆ। ਤੁਸੀਂ ਧਿਆਨ ਬਦਲੋ, ਦ੍ਰਿਸ਼ਟੀ ਬਦਲੋ ਤੁਹਾਡੀ, ਤਾਂ ਹੀ ਤਾਂ ਦ੍ਰਿਸ਼ਟੀ ਬਦਲਵਾ ਰਹੇ ਆਪਾਂ। ਗੁਰਬਾਣੀ ਦੇ ਵਿੱਚ ਜੋ ਗਿਆਨ ਦੱਸਿਆ ਵੀ ਦ੍ਰਿਸ਼ਟੀ ਬਦਲੋ, ਧਿਆਨ ਬਦਲ ਕੇ ਕਿੱਥੇ ਲਾਓ। ਗੁਰਮੰਤਰ ਵਾਰ-ਵਾਰ ਤਾਂ ਕਰਵਾਇਆ ਜਾਂਦਾ ਹੈ ਕਿ ਗੁਰਮੰਤਰ ਦਾ ਅਭਿਆਸ ਕਰਕੇ ਪਾਵਰ ਆ ਕੇ ਇਹਨਾਂ ਦਾ ਧਿਆਨ ਬਦਲਿਓ ਕਿ ਨਾਦ ਸੱਚ ਤੇ ਲੱਗ ਜਾਵੇ। ਹਰ ਇੱਕ ਜੀਵ ਦਾ ਅੰਦਰ ਧਿਆਨ ਕਿਤੇ ਨਾ ਕਿਤੇ ਲੱਗਾ ਪਿਆ ਹੈ। ਪੰਜਾਂ ਨੇ ਇਸੇ ਤਰੀਕੇ 84 ਲੱਖ ਜੂਨ ਵਸ ਕੀਤੀ ਹੈ। ਉਹੀ 84 ਸਾਡੇ ਅੰਦਰ ਹੈ। ਹੁਣ ਉਹ ਵਾਸੇ ਸਾਰੀ ਪੰਜ ਕਾਲ ਦੇ। ਹੁਣ ਜਿੰਦਾ ਜੋ ਵਿਚਾਰ ਹੈ ਉਹ ਅੰਦਰੋਂ ਸਾਨੂੰ ਦਿੱਤੀ ਜਾਂਦਾ। ਅਸੀਂ ਨਹੀਂ ਵਿਚਾਰ ਲੈ ਰਹੇ। ਉਹ ਜਿਹੜੇ ਸਰੀਰ ਦੇ ਤੱਤ ਨੇ, ਜਿਵੇਂ ਦੇ ਤੱਤ ਜਿੱਧਰ ਵਸ ਹੋਏ ਪਏ ਨੇ, ਉਵੇਂ ਦੇ ਵਿਚਾਰ ਉਹ ਤੱਤ ਸਾਨੂੰ ਅੰਦਰੋਂ ਦਿੱਤੀ ਜਾਂਦੇ ਆ। ਪੰਜ ਤੱਤਾਂ ਦੇ ਰਾਹੀਂ ਸਾਨੂੰ ਵਿਚਾਰ ਦੇ ਰਹੇ ਆ। ਕੁਝ ਤੱਤ ਅੰਦਰ ਸਾਡੇ ਐਸੇ ਆ, ਉਹ ਲੋਭ ਵਸ ਹੋਏ ਬੈਠੇ ਆ। ਉਹ ਹੁਣ ਦਿਨ ਰਾਤ ਕਹੀ ਜਾਂਦੇ ਆ ਵੀ ਕੁਝ ਬਣਦਾ ਹੀ ਨਹੀਂ ਤੇਰਾ, ਪੈਸੇ ਨਾਲ ਕੁਛ ਨਾ ਕੁਛ ਤਾਂ ਕਰ, ਇੰਨੀ ਕੁ ਕਮਾਈ ਨਾਲ ਤੇਰਾ ਕੀ ਬਣੇਗਾ। ਉਹ ਇਹ ਕਾਇਆ ਇੰਨੀ ਕੁ ਜਿਹੜੀ ਆ ਵਾਸਨਾਵਾਂ ਦੇ ਵਸ ਪੈ ਗਈ ਆ, ਇਹ ਅੰਦਰ ਲਗਾਤਾਰ ਲੋਭ ਦੇ ਵਿਚਾਰ ਲਈ ਜਾਂਦੀ ਹੈ, ਕਦੇ ਕਾਮ ਦੇ ਵਿਚਾਰ ਲਈ ਜਾਂਦੀ ਹੈ। ਤੁਸੀਂ ਕੋਈ ਵੀ ਦੇਖੋ, ਕੋਈ ਵੀ ਕਰਮ ਤੁਹਾਨੂੰ ਮਾੜਾ ਕਦੋਂ ਲੱਗਦਾ ਹੈ? ਮੰਨ ਲਓ ਤੁਹਾਨੂੰ ਕਿਸੇ ਦੁਖੀਏ ਦੀ ਸੇਵਾ ਕਰਨੀ ਪੈਂਦੀ ਹੈ। ਹਰ ਕੋਈ ਨਹੀਂ ਕੋਈ ਕਰ ਸਕਦਾ। ਕਿਸੇ ਬਜ਼ੁਰਗ ਦੀ ਤੁਸੀਂ ਸੇਵਾ ਕਰਨ ਲੱਗੇ ਹੋ, ਕੁਛ ਜੀਵ ਦਾ ਤਾਂ ਧਿਆਨ ਸੰਤੋਖ ਤੇ ਲੱਗਾ ਹੁੰਦਾ, ਸਤ ਸੰਤੋਖ ਤੇ ਹੁੰਦਾ, ਕੁਛ ਦਾ ਧਿਆਨ ਉਹ ਸੇਵਾ ਕਰ ਲੈਂਦੇ ਆ। ਤੇ ਜੇ ਕਿਸੇ ਨੂੰ ਬਜ਼ੁਰਗ ਦੀ ਸੇਵਾ ਕਰਨੀ ਪਵੇ, ਉਹ ਸੇਵਾ ਕਰੇਗਾ, ਅੰਦਰੋਂ ਇਹ ਬੋਲਣਾ ਸ਼ੁਰੂ ਕਰ ਦੇਣਗੇ, ਕੀ ਯਾਰ ਕਿੱਥੇ ਤੂੰ ਪੈ ਗਿਆ, ਕਿੱਧਰ ਤੈਨੂੰ ਇਹ ਸੇਵਾ ਕਰਨੀ ਪੈ ਗਈ ਆ, ਆਹ ਕੰਮ ਤਾਂ ਤੂੰ ਕਰ ਹੀ ਨਹੀਂ ਸੀ ਸਕਦਾ। ਸੇਵਾ ਕਰਕੇ ਨਹੀਂ ਤੁਸੀਂ ਪਰੇਸ਼ਾਨ ਹੋ ਰਹੇ, ਜਿਹੜਾ ਸੇਵਾ ਕਰਦਾ ਹੋਏ ਅੰਦਰ ਵਿਚਾਰ ਚੱਲ ਰਿਹਾ, ਉਹਦੇ ਕਰਕੇ ਤੁਸੀਂ ਪਰੇਸ਼ਾਨ ਹੋ ਰਹੇ ਹੋ। ਵੇਖੋ ਕੌਣ ਬੋਲਦਾ ਪਿਆ ਤੁਹਾਡੇ ਅੰਦਰ। ਇਹ ਸਾਰਿਆਂ ਨੂੰ ਮਾਲਕ ਖਿਡਾਉਂਦਾ ਪਿਆ ਆ। ਜਿੰਨਾ ਵੀ ਸਾਰਾ ਖੇਲ ਆ, ਇਹ ਨਿਰੰਕਾਰ ਦੇ ਵਿੱਚੋਂ ਚੱਲਦਾ ਹੋਇਆ। ਇਹ 84 ਲੱਖ ਜੂਨ, ਇਹ ਸਾਰੀ ਜਿੰਨੀ ਆਪਣੀ ਕਾਇਆ ਆ, ਮਨ ਆ, ਇਹ ਮਾਲਕ ਖਿਡਾਉਂਦਾ ਪਿਆ। ਪਰ ਜਦੋਂ ਮਾਲਕ ਦਾ ਵਿਚਾਰ ਆਉਂਦਾ ਹੈ ਸਾਨੂੰ ਖਿਡਾਉਣ ਦਾ, ਮਾਲਕ ਇਹ ਸਾਰੀ ਜੂਨ, ਪੰਜਾਂ ਨੂੰ, ਕਾਲ ਨੂੰ, ਮਨ ਨੂੰ ਖਿਡਾਉਣ ਦੇ ਲਈ ਵਿਚਾਰ ਦਿੰਦੇ ਨੇ। ਪਰ ਸਾਨੂੰ ਇਹ ਪਤਾ ਨਹੀਂ ਲੱਗਦਾ ਇਹ ਵਿਚਾਰ ਆ ਕਿੱਥੋਂ ਰਿਹਾ ਆ। ਅਸੀਂ ਉਸ ਵਿਚਾਰ ਨੂੰ ਲੈ ਕੇ ਕਾਲ ਵਸ ਹੋ ਕੇ ਸੋਚਣਾ ਸ਼ੁਰੂ ਕਰ ਦਿੰਦੇ ਆ। ਸਾਰੀ ਜੂਨ ਫਸ ਜਾਂਦੀ ਹੈ। ਇਸ ਕਰਕੇ ਸਾਡੀ ਕਾਇਆ ਫਸੀ ਹੈ। ਜਦੋਂ ਕਾਇਆ ਅੰਦਰੋਂ ਇਸ ਤਰੀਕੇ ਵਿਚਾਰਾਂ ਵਿੱਚ ਰੋਣਾ ਸ਼ੁਰੂ ਕਰਦੀ ਏ ਤੇ ਮਨ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਕੀ ਕਰਨਾ, ਇਸ ਕਾਇਆ ਦੇ ਨਾਲ ਮਿਲ ਕੇ ਇਹ ਵੀ ਰੋਣਾ ਸ਼ੁਰੂ ਕਰ ਦਿੰਦਾ।
ਥੋੜਾ ਜਿਹਾ ਅਭਿਆਸ ਕਰ ਲਓ, ਸੁਰਤੀ ਇੱਕ ਚਿੱਤ ਹੋਏਗੀ ਤਾਂ ਇਹ ਗਿਆਨ ਸਮਝ ਆਏਗਾ। ਜੇ ਕਥਾ ਸੁਣ ਕੇ ਸਮਝ ਕੇ ਸਾਨੂੰ ਪਤਾ ਨਹੀਂ ਨਾ ਲੱਗਾ ਵੀ ਸਾਡੇ ਵਿਚਾਰ ਕਿੱਥੋਂ ਆਉਂਦੇ ਪਏ ਨੇ, ਮਤਲਬ ਅਜੇ ਸੁਰਤੀ ਡੂੰਘਾਈ ਵਿੱਚ ਨਹੀਂ ਗਈ। ਕਰੋ ਸ਼ੁਰੂ ਅਭਿਆਸ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਕਰਕੇ ਇਹ ਕਾਇਆ ਦੇ ਵਿੱਚ ਕਿਸੇ ਵੀ ਜੀਵ ਨੂੰ, ਕਿਉਂਕਿ ਇਹ ਅਕਾਲ ਪੁਰਖ ਆਪ ਦੀ ਖੇਲ ਨੂੰ ਆਪ ਖੇਲ ਰਹੇ ਆ, ਪਰ ਇਹ ਸਾਨੂੰ ਭੇਤ ਨਹੀਂ ਹੈਗਾ ਵੀ ਅਕਾਲ ਪੁਰਖ ਆਪ ਦੀ ਖੇਲ ਨੂੰ ਆਪ ਖੇਲ ਰਹੇ ਆ। ਕਿਉਂ ਨਹੀਂ ਭੇਤ ਹੈਗਾ? ਕਿਉਂਕਿ ਸਾਡੇ ਉੱਤੇ ਕਾਲ ਨੇ ਜਾਲ ਪਾ ਦਿੱਤਾ ਹੈ, ਕਾਲ ਨੇ ਸਾਨੂੰ ਭੁਲਾ ਦਿੱਤਾ। ਸਾਡੇ ਮਨ ਦਾ ਸੰਪਰਕ ਟੁੱਟ ਗਿਆ ਦਰਗਾਹ ਦੇ ਨਾਲੋਂ। ਦਰਗਾਹ ਦੇ ਨਾਲੋਂ ਸੰਪਰਕ ਸਾਡਾ ਟੁੱਟਿਆ, ਪਰ ਖੇਲ ਤਾਂ ਸਾਰੀ ਦਰਗਾਹ ਦੇ ਵਿੱਚੋਂ ਚੱਲਦੀ ਪਈ ਆ ਨਾ। ਖੇਲ ਤਾਂ ਦਰਗਾਹ ਵਿੱਚੋਂ ਹੀ ਚੱਲਦੀ ਪਈ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਪਰ ਕੀ ਕਹਿੰਦੇ? ਨਾਨਕ ਹੁਕਮੈ ਜੇ ਬੁੱਝੈ ਤੈ ਹੁਮੈ ਰਹੇ ਨਾ ਕੋਈ। ਖੇਲ ਸਾਰੀ ਦਰਗਾਹ ਦੇ ਵਿੱਚੋਂ ਚੱਲਦੀ ਪਈ ਹੈ ਸੰਸਾਰ ਦੀ, ਪਰ ਅਸੀਂ ਭੁੱਲ ਗਏ ਕਿ ਖੇਲ ਦਰਗਾਹ ਵਿੱਚੋਂ ਚੱਲਦੀ ਆ, ਕਿਉਂਕਿ ਸਾਡਾ ਦਰਗਾਹ ਦੇ ਨਾਲੋਂ, ਉਸ ਸੱਚ ਨਿਰੰਕਾਰ ਦੇ ਨਾਲੋਂ, ਉਸ ਨਾਮ ਦੇ ਨਾਲੋਂ ਜਿਹੜਾ ਅੰਤਰਗਤ ਸਾਡੇ ਚੱਲਦਾ ਪਿਆ, ਜਿਹਦੇ ਰਾਹੀਂ ਖੇਲ ਚੱਲਦੀ ਪਈ ਆ, ਉਹਦੇ ਨਾਲ ਸੰਪਰਕ ਟੁੱਟ ਗਿਆ ਸਾਡਾ। ਤੇ ਇਸ ਕਰਕੇ ਅਸੀਂ ਆਪ ਮੁਹਾਰੇ ਚੱਲਣ ਲੱਗੇ, ਸਾਨੂੰ ਪਤਾ ਤਾਂ ਲੱਗਾ ਨਹੀਂ ਵੀ ਖੇਡ ਚੱਲਦੀ ਕਿਵੇਂ ਆ। ਇਸ ਕਰਕੇ ਜਿੰਨਾ ਕੁ ਸਰੀਰ ਦੇ ਵਿੱਚ ਰਹਿ ਕੇ ਸਾਨੂੰ ਗਿਆਨ ਆਉਂਦਾ ਹੈ, ਅਸੀਂ ਉਸੇ ਨੂੰ ਧਾਰਨ ਕਰ ਕਰਕੇ ਹੀ ਹਉਮੈ ਵਸ ਹੋਈ ਜਾਂਦੇ ਹਾਂ ਤੇ ਮਾਲਕ ਤੋਂ ਪਿਛੜਦੇ ਜਾਂਦੇ ਹਾਂ। ਤੇ ਇਸ ਗਿਆਨ ਨੂੰ ਅਸੀਂ ਥਿਰ ਕਰਕੇ ਮੰਨਣ ਲੱਗ ਜਾਂਦੇ ਹਾਂ। ਨਾ ਸਾਨੂੰ ਪਤਾ ਤੇ ਨਾ ਸਾਡੀ ਕਾਇਆ ਦੇ ਵਿੱਚ ਵਸਦੇ ਹੋਏ ਜੀਵਾਂ ਨੂੰ ਪਤਾ, ਕਿਉਂਕਿ ਇਹ ਤਾਂ ਪਹਿਲੋਂ ਕਾਲ ਜਿੱਤ ਗਿਆ। ਤੇ ਜਿੰਨੇ ਮੈਚ ਕਰਕੇ ਜਿਹੜੇ ਮਨ ਨੇ ਆਪ ਵੀ ਜਿੱਤਣਾ ਸੀ ਤੇ ਇਸ ਦੇਹੀ ਨੂੰ ਵੀ ਮੁਕਤ ਕਰਾਉਣਾ ਸੀ, ਉਹ ਵੀ ਕਾਲਵਸ ਹੋ ਗਏ। ਹੁਣ ਨਿਰੰਕਾਰ ਕਹਿੰਦੇ ਆ ਵੀ ਇਹ ਵਿਚਾਰਿਆਂ ਦਾ ਰਾਖਾ ਤਾਂ ਤੈਨੂੰ ਬਣਾ ਕੇ ਭੇਜਿਆ, ਇਸ ਦੇਸ਼ ਦਾ ਰਾਖਾ ਤੈਨੂੰ ਬਣਾ ਕੇ ਭੇਜਿਆ ਕਿ ਤੂੰ ਇਹਦੇ ਵਿੱਚ ਵਿਚਾਰਾਂ ਨੂੰ ਰੋਕ ਕੇ ਆਪ ਮੁਕਤ ਹੋਣਾ ਤੇ ਇਹਨਾਂ ਨੂੰ ਵੀ ਮੁਕਤ ਕਰਾਉਣਾ। ਜਿਹਨੂੰ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਸਾਰੇ ਪਰਿਵਾਰ ਨੂੰ ਤੂੰ ਭਰੋਸੇ ਵਿੱਚ, ਮਾਲਕ ਤੋਂ ਭਰੋਸਾ ਬਣਾ ਕੇ ਸਾਰੇ ਪਰਿਵਾਰ ਨੂੰ ਤੂੰ ਨਾਮ ਦੇ ਬੇੜੇ ਤੇ ਚੜਾਉਣਾ ਹੈ। ਜਦੋਂ ਤੂੰ ਅਵਸਥਾ ਬਣਾਏਗਾ ਇਸ ਕਾਇਆ ਦੇ ਵਿੱਚ, ਮਨ ਨੂੰ ਕਹਿੰਦੇ ਆ, ਜਦੋਂ ਮਨ ਤੂੰ ਅਵਸਥਾ ਬਣਾਏਗਾ ਤੇ ਇਸ ਕਾਇਆ ਦੇ ਤੱਤ ਤੈਨੂੰ ਦੇਖ ਦੇਖ ਕੇ ਆਪਣੇ ਆਪ ਸਿਆਣੇ ਹੋ ਜਾਣਗੇ। ਜਦੋਂ ਮਨ ਆਪ ਦਾ ਰੱਖਿਆ ਚੱਕਰ ਬਣਾਏਗਾ ਤੇ ਮਨ ਇਸ ਦੇਹੀ ਵਿੱਚ ਪ੍ਰਵੇਸ਼ ਹੋਏਗਾ, ਮਨ ਵਿਚਾਰਾਂ ਤੋਂ ਰਹਿਤ ਹੋਏਗਾ, ਇਸ ਦੇਹੀ ਦੇ ਸਾਰੇ ਵਿਚਾਰ ਸਹਿਜ ਸੁਭਾਅ ਰੁਕ ਜਾਣਗੇ, ਇਹ ਵੀ ਮੁਕਤ ਹੋ ਜਾਣਗੇ। ਜਦੋਂ ਇੱਕ ਮਨ ਅੰਮ੍ਰਿਤ ਰਸ ਲੈ ਕੇ ਇਸ ਦੇਹੀ ਵਿੱਚ ਪ੍ਰਵੇਸ਼ ਹੋਏਗਾ, ਇਸ ਦੇਹੀ ਵਿੱਚ ਵੀ ਅੰਮ੍ਰਿਤ ਰਸ ਆਊਗਾ, ਇਹ ਦੇਹੀ ਵੀ ਮੁਕਤ ਹੋ ਜਾਊਗੀ। ਤੇ ਇਸ ਕਰਕੇ ਕਹਿੰਦੇ ਜਿਹੜੀ 84 ਲੱਖ ਜੂਨ ਨੂੰ ਕਾਲ ਜਿੱਤ ਗਿਆ ਸੀਗਾ, ਹੁਣ ਤੂੰ ਇਹ ਭਲਾ ਕਰਦੇ, ਤੂੰ ਆਪ ਵੀ ਜਿੱਤ ਤੇ ਇਸ 84 ਲੱਖ ਜੂਨ ਨੂੰ ਵੀ ਮੁਕਤ ਕਰਾ ਦੇ ਉਹਦੀ ਦਬਿਸ਼ ਦੇ ਵਿੱਚੋਂ। ਬਾਹਰੋਂ ਤਾਂ ਇਹ ਮੁਕਤ ਨਹੀਂ ਹੋ ਸਕਦੇ, ਪਰ ਇਹਨਾਂ ਬਾਹਰਲਿਆਂ ਦਾ ਕਨੈਕਸ਼ਨ ਮੈਂ ਤੇਰੇ ਅੰਦਰ ਜੋੜ ਦਿੱਤਾ ਹੈ, ਅੰਦਰ ਤੱਤਾਂ ਰੂਪ ਚ ਤੇਰੇ ਪ੍ਰਗਟ ਕਰ ਦਿੱਤੇ ਆ। ਹਰ ਇੱਕ ਤੱਤ ਵਿਚਾਰ ਦੇ ਵਿੱਚ ਫਸਿਆ ਪਿਆ, ਇਸ ਦੇਹੀ ਦਾ ਇੱਕ ਇੱਕ ਤੱਤ ਵਿਚਾਰ ਦੇ ਵਿੱਚ ਫਸਿਆ ਪਿਆ। ਤੇ ਜਿਹੜਾ ਮਨਮੁਖ ਹੈ ਉਹਦਾ ਮਨ ਵਿਚਾਰਾਂ ਵੱਸ ਹੁੰਦਾ ਹੈ, ਉਹਦਾ ਮਨ ਵੀ ਜੂਨਾਂ ਵਿੱਚ ਜਾਂਦਾ ਹੈ। ਤੇ ਕਿਉਂਕਿ ਇਸ ਦੇਹੀ ਦਾ ਇੱਕ ਇੱਕ ਤੱਤ ਵਿਚਾਰ ਦੇ ਵਿੱਚ ਫਸਿਆ ਹੋਇਆ, ਇਹ ਦੇਹੀ ਵੀ ਜੂਨਾਂ ਵਿੱਚ ਚਲੀ ਜਾਂਦੀ ਹੈ। ਪਰ ਜਿਹੜਾ ਗੁਰਮੁਖ ਹੈ ਉਹ ਆਪ ਵੀ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਹੈ ਤੇ ਸਿਮਰਨ ਕਰਕੇ ਜਦੋਂ ਇਸ ਦੇਹੀ ਵਿੱਚ ਰਹਿੰਦਾ ਆ, ਸੱਚ ਦੇ ਸਨਮੁਖ ਹੋ ਕੇ ਇਸ ਦੇਹੀ ਦੇ ਵਿੱਚ ਵਿਚਰਦਾ ਆ। ਇਸ ਦੇਹੀ ਵਿੱਚ ਜਦੋਂ ਗੁਰਮੁਖ ਨੇ ਆਉਣਾ, ਉਹਨੇ ਸੱਚ ਦੇ ਸਮਦ੍ਰਿਸ਼ਟ ਹੋ ਕੇ, ਸੱਚ ਦੇ ਸਨਮੁਖ ਹੋ ਕੇ ਇਸ ਦੇਹੀ ਵਿੱਚ ਚੱਲਣਾ।
ਇਸ ਕਰਕੇ ਇਸ ਦੇਹੀ ਦੇ ਤੱਤ ਵੀ ਜਿਹੜੇ ਮੁਕਤ ਹੋ ਜਾਂਦੇ। ਹੁਣ ਜੇ ਕੋਈ ਤੱਤ ਅੰਦਰੋਂ ਵਿਚਾਰ ਲੈਂਦਾ ਵੀ ਹੈ, ਕਿਉਂਕਿ ਹਰ ਇੱਕ ਤੱਤ ਇੱਕ ਇੱਕ ਪੁਆਇੰਟ ਤੇ ਫਸਿਆ ਹੈ। 68 ਹੱਟਾਂ ਨੇ, 5 ਜਣੇ ਆ, 3 ਗੁਣਾ ਦੀ ਮਾਇਆ ਆ, ਇਹਨਾਂ ਨੇ ਫਸਾਇਆ ਹੋਇਆ, ਵਿਚਾਰ ਦੁਆਰਾ ਹੀ ਫਸਾਇਆ ਹੋਇਆ। ਹੁਣ ਜੇ ਕੋਈ ਗੁੰਡਾ ਬਣਦਾ, ਆਤੰਕਵਾਦੀ ਬਣਦਾ, ਕੀ ਹੁੰਦਾ? ਉਹਦੇ ਮਨ ਦੇ ਵਿੱਚ ਹੰਕਾਰ ਦਾ ਤੇ ਕ੍ਰੋਧ ਦਾ ਵਿਚਾਰ ਹੁੰਦਾ। ਬਸ ਉਹ ਇੱਕ ਵਿਚਾਰ ਹੈ। ਜੇਕਰ ਉਹਦਾ ਉਸ ਪੁਆਇੰਟ ਦੇ ਉੱਤੋਂ ਧਿਆਨ ਹਟ ਜਾਵੇ, ਤੁਹਾਡੇ ਘਰ ਹੈ, ਪਰਿਵਾਰ ਆ, ਆਮ ਤੌਰ ਤੇ ਗੁਰਮੁਖ ਪਰਿਵਾਰ ਤਾਂ ਬਹੁਤ ਖੁਸ਼ ਰਹਿੰਦੇ ਆ, ਪਰ ਜਿਹੜੇ ਕਹਿੰਦੇ ਆ ਵੀ ਮੇਰੇ ਪਾਪਾ ਤਾਂ ਐਂ ਕਰਦੇ ਨੇ, ਮੇਰਾ ਵੀਰਾ ਸਾਰਾ ਦਿਨ ਗੇਮਾਂ 'ਚ ਹੀ ਲੱਗਾ ਰਹਿੰਦਾ ਹੈ, ਮੇਰੀ ਦੀਦੀ ਸਾਰਾ ਦਿਨ ਬਸ ਉਹਨੂੰ ਫੈਸ਼ਨਾਂ ਪਾਸੇ ਧਿਆਨ ਹੈ, ਜਿਹੜਾ ਮੇਰਾ ਬੱਚਾ ਹੈ ਉਹ ਪੜ੍ਹਾਈ ਨਹੀਂ ਕਰਦਾ, ਉਹ ਚੰਚਲ ਬਹੁਤ ਹੈ। ਕਿਉਂ? ਕੀ ਕਾਰਨ ਹੈ? ਉਹਨਾਂ ਦੇ ਵਿਚਾਰ ਬਦਲੀ ਹੋਏ ਪਏ। ਉਹਨਾਂ ਦੇ ਵਿਚਾਰ ਬਦਲੀ ਹੋਣ ਦਾ ਕਾਰਨ ਕੀ ਹੈ? ਜੇ ਪਾਪਾ ਕ੍ਰੋਧ ਕਰਦਾ ਤੇ ਉਹਦਾ ਅੰਦਰੋਂ ਕ੍ਰੋਧ ਵਾਲੇ ਪੁਆਇੰਟ ਤੇ ਧਿਆਨ ਲੱਗਾ ਪਿਆ, ਤੇ ਜੇ ਮੰਮੀ ਚੁਗਲੀ ਕਰਦੀ ਤੇ ਮੰਮੀ ਦਾ ਚੁਗਲੀ ਵਾਲੇ ਪੁਆਇੰਟ ਤੇ ਧਿਆਨ ਲੱਗਾ ਪਿਆ। ਅੰਦਰ 68 ਹੱਟਾਂ ਨੇ ਨਾ, ਮਹਾਰਾਜ ਨੇ ਦੱਸਤਾ ਨਾ। ਆ ਸਾਹਮਣੇ ਜੇ ਆਪਾਂ ਦੂਜੇ ਪਾਸੇ ਚੱਲੀਏ ਤੇ ਸਾਹਮਣੇ ਖਾਲੀ ਖਲਾ ਆ, ਖਾਲੀ ਖਲਾ ਵਿੱਚ ਸੱਚ ਦੇ ਉੱਪਰ ਤਾਂ ਕਿਸੇ ਦਾ ਧਿਆਨ ਨਹੀਂ, ਪਰ ਇਸ ਖਾਲੀ ਖਲਾ ਨੂੰ ਖਜ਼ਾਨਾ ਕਹਿ ਦਿੱਤਾ ਆ। ਖੁੱਲੇ ਹੱਟ ਹੋਆ ਵਪਾਰ, ਇਹ ਖੁੱਲਾ ਹੱਟ ਕਹਿ ਦਿੱਤਾ। ਇਹਦੇ ਵਿੱਚ ਜੋ ਮਰਜ਼ੀ ਤੁਸੀਂ ਜਿੱਥੇ ਵੀ ਧਿਆਨ ਲਾਓਗੇ ਉਵੇਂ ਦਾ ਤੁਹਾਡੇ ਮਨ 'ਚ ਚੱਲਣ ਲੱਗ ਜਾਏਗਾ। ਸਾਹਮਣੇ ਹੁਣ ਸਾਹਮਣੇ ਸੱਚ ਵਿੱਚ ਤਾਂ ਧਿਆਨ ਹੈ ਨਹੀਂ, ਹੁਣ ਧਿਆਨ ਲੱਗਾ ਪਿਆ ਕਾਮ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ, ਤੇ ਉਹ ਸਾਰਾ ਦਿਨ ਉਹ ਕਾਮ ਨੂੰ ਪੂਰਾ ਕਰਨ ਲਈ ਉਹ ਗੇਮਾਂ ਹੀ ਖੇਡੀ ਜਾਂਦਾ। ਤ੍ਰਿਸ਼ਨਾ ਵਸ ਆ ਕੇ, ਵਲਵਲਿਆਂ ਵਸ ਆ ਕੇ ਉਹ ਗੇਮਾਂ ਖੇਡੀ ਜਾਂਦਾ। ਕੋਈ ਕਾਮ ਵਸ ਆ ਕੇ ਫੈਸ਼ਨ ਹੀ ਕਰੀ ਜਾਂਦਾ, ਕੋਈ ਕ੍ਰੋਧ ਵਸ ਆ ਕੇ ਬਦਮਾਸ਼ੀ ਕਰੀ ਜਾਂਦਾ। ਵੀਰਾ ਤਾਂ ਆਖੇ ਨਹੀਂ ਲੱਗਦਾ ਜੀ। ਹੁਣ ਇਹ ਫਸਾਇਆ ਹੋਇਆ। ਉਹ ਇੱਕ ਧੀ ਹੈ ਜੀ, ਇਹ ਤਾਂ ਵਸਦੀ ਨਹੀਂ ਜੀ, ਇਹਨੂੰ ਸਹੁਰਾ ਸਾਸੇ ਦੀ ਮਿਹਣੇ ਮਾਰਦੀ ਹੈ ਜੀ, ਸਹੁਰਾ ਇਹਨੂੰ ਗਲਤ ਕਹਿੰਦਾ ਜੀ। ਜੇਠ ਤਾਂ ਚਲੋ ਇਹਦਾ ਜੀ ਥੋੜਾ ਜਿਹਾ ਸ਼ਰੀਫ ਹੈ, ਨਨਾਣ ਵੀ ਥੋੜੀ ਜਿਹੀ ਇਹਦੀ ਸ਼ਰੀਫ ਹੈ, ਘਰ ਵਾਲਾ ਇਹਦਾ ਕੀ ਕਰੇ? ਉਹ ਕੀ ਚੱਕਰ ਹੈ? ਸਹੁਰੇ ਦਾ ਕ੍ਰੋਧ ਤੇ ਧਿਆਨ ਲਵਾਇਆ ਪਿਆ, ਸੱਸ ਦਾ ਲੋਭ ਵਿੱਚ ਧਿਆਨ ਲਵਾਇਆ ਪਿਆ, ਜੇਠ ਦਾ ਥੋੜਾ ਜਿਹਾ ਸਹਿਜ ਵਿੱਚ ਉਹਨਾਂ ਨੇ ਸਤੋਗੁਣ ਤੇ ਧਿਆਨ ਲਵਾ ਦਿੱਤਾ। ਜਿੰਦਾ ਜਿੱਥੇ ਧਿਆਨ ਲੱਗਾ ਅੰਦਰੋਂ ਮਨ ਦੀ ਅਵਸਥਾ ਦਾ, ਜਿੱਥੇ ਸੁਰਤ ਟਿਕੀ ਹੋਈ ਆ ਉਵੇਂ ਦੇ ਉਹ ਬਚਨ ਕਰੀ ਜਾਂਦਾ। ਹਰ ਇੱਕ ਦੇ ਵਿਚਾਰ ਤਾਂ ਬਦਲੀ ਆ ਕਿਉਂਕਿ ਸਾਡੇ ਅੰਦਰ ਅਲੱਗ-ਅਲੱਗ ਤਰੀਕਿਆਂ ਦੇ ਵਿਚਾਰ ਆ, ਹੱਟ ਆ ਸਾਡੇ ਅੰਦਰ। ਜਿਹੜੇ ਹੱਟ ਤੇ ਤੁਹਾਡਾ ਧਿਆਨ ਲੱਗ ਗਿਆ, ਤੁਹਾਡੀ ਘਰਵਾਲੀ ਦਾ, ਬੱਚੇ ਦਾ, ਉਹਨੇ ਉਵੇਂ ਦਾ ਬੋਲੀ ਜਾਣਾ। ਤੁਹਾਨੂੰ ਪਤਾ ਲੱਗ ਗਿਆ ਵੀ ਇਹ ਪੰਜਾਂ ਨੇ ਆਪਦੇ ਹੱਟਾਂ ਦੇ ਵਿੱਚ ਇਹਦਾ ਧਿਆਨ ਲਵਾਤਾ, ਕਿਉਂਕਿ ਤੁਸੀਂ ਖੇਲ ਜਿੱਤ ਚੁੱਕੇ ਹੋ, ਆਪਾਂ ਜਿੱਤ ਗਏ ਨਾ। ਸਾਡਾ ਮਨ ਖੇਲ ਜਿੱਤ ਗਿਆ, ਸਾਨੂੰ ਪਤਾ ਲੱਗ ਗਿਆ ਬਈ ਆ ਜਿਹੜੀ ਹੈ, ਜਿਹੜਾ ਮੇਰਾ ਬੱਚਾ ਹੈ ਇਹ ਕ੍ਰੋਧ ਵਸ ਪੈ ਗਿਆ, ਇਹਦਾ ਕ੍ਰੋਧ ਦੀ ਹੱਟ ਤੇ ਧਿਆਨ ਲੱਗ ਗਿਆ। ਇਸ ਤਰੀਕੇ ਸਾਰਾ ਸੰਸਾਰ ਇਹ ਭੇਤ ਨਾ ਹੋਣ ਕਰਕੇ ਵੀ ਇਹ ਅਲੱਗ-ਅਲੱਗ ਪੁਆਇੰਟਾਂ ਤੇ ਅੰਦਰੋਂ ਧਿਆਨ ਲਵਾ ਦਿੰਦੇ ਆ, ਮਨ ਦਾ ਵੀ, ਇਸ ਕਾਇਆ ਦਾ ਵੀ। ਇਸ ਕਰਕੇ ਨਾ ਤਾਂ ਕਾਇਆ ਸਾਡੇ ਵੱਸ ਹੋ ਕੇ ਚੱਲਦੀ ਪਈ ਹੈ। ਕਿਉਂ? ਕਾਇਆ ਕਿਉਂ ਨਹੀਂ ਸਾਡੇ ਵੱਸ ਹੋ ਕੇ ਚੱਲਦੀ? ਕਿਤੇ ਗੋਡੇ ਪੀੜ, ਕਿਤੇ ਹੱਡ ਪੀੜ, ਕਿਤੇ ਦਿਲ ਕਰਦਾ ਕੁਝ ਠੰਡਾ ਖਾ ਲਈਏ, ਕੁਝ ਕਹਿੰਦੇ ਦਿਲ ਕਰਦਾ ਗਰਮ ਖਾ ਲਈਏ। ਉਹ ਤੁਸੀਂ ਥੋੜੀ ਨਾ ਕਹਿ ਰਹੇ ਹੋ, ਜਿਹੜੇ ਅੰਦਰ ਤੱਤ ਨੇ ਉਹਨਾਂ ਦੇ ਵੀ ਫੁਰਨੇ ਬਦਲੀ ਕੀਤੀ ਪਏ ਨੇ। ਅੰਦਰ ਸਾਰੇ ਤੱਤ ਵੀ ਦਬਿਸ਼ ਵਿੱਚ ਆਏ ਪਏ ਆ ਕਾਲ ਦੀ। ਜਿਹੜੇ ਤੱਤ ਕਾਮ ਵਸ ਆਏ ਪਏ ਨੇ ਅੰਦਰੋਂ ਕਾਮ ਦੀ ਡਿਮਾਂਡ ਕਰੀ ਜਾਂਦੇ ਨੇ, ਜਿਹੜੇ ਅੰਦਰੋਂ ਕ੍ਰੋਧ ਵਸ ਆਏ ਪਏ ਨੇ ਕ੍ਰੋਧ ਦੀ ਡਿਮਾਂਡ ਕਰੀ ਜਾਂਦੇ ਨੇ। ਸਾਰਾ ਮਨਮੁਖ ਦਾ ਸੰਤੁਲਨ ਵਿਗੜਿਆ ਪਿਆ, ਮਨ ਦਾ ਵੀ ਤੇ ਤਨ ਦਾ ਵੀ। ਇੱਕ ਇੱਕ ਤੱਤ ਦਾ ਫੁਰਨਾ ਬਦਲੀ ਕੀਤਾ ਪਿਆ। ਇਹ ਤੱਤਾਂ ਵਿੱਚ ਵੀ ਜਾਣ ਆ ਸਾਡੀ ਕਾਇਆ ਦੇ। ਇਸ ਕਰਕੇ ਇਹ ਕਾਇਆ ਵੀ ਮਨਮੁਖ ਹੋਈ ਪਈ ਹੈ, ਇਹ ਤੱਤ ਮਨਮੁਖ ਹੋਏ ਪਏ ਆ, ਮਨ ਵੀ ਮਨਮੁਖ ਹੋਇਆ ਪਿਆ। ਤੇ ਤਾਂ ਕੀ ਬਣਿਆ ਪਿਆ? ਪ੍ਰੇਤ ਪਿੰਜਰ, ਜਿੱਥੇ ਨਾਮ ਹੈ ਹੀ ਨਹੀਂ। ਵਿਚਾਰ ਅਲੱਗ-ਅਲੱਗ ਵਿਚਾਰ, ਪਤਾ ਨਹੀਂ ਕਿੰਨੇ ਕੁ ਵਿਚਾਰ ਮਨਮੁਖ 'ਚ ਚੱਲੀ ਜਾ ਰਿਹਾ, ਕਾਇਆ ਦੇ ਅਲੱਗ, ਮਨ ਦੇ ਅਲੱਗ, ਤੱਤਾਂ ਦੇ ਅਲੱਗ। ਤੇ ਕੀ ਕਹਿੰਦੇ? ਪ੍ਰੇਤ ਪਿੰਜਰ ਮੈਂ, ਐਸੇ ਪਿੰਜਰ 'ਚ ਕੀ? ਦੁੱਖ ਕਨੇਰੇ। ਉੱਥੇ ਦੁੱਖ ਹੀ ਵੜਨੇ ਨੇ ਉਸ ਕਾਇਆ ਦੇ ਵਿੱਚ। ਜਿੱਥੇ ਜਾਏਗਾ ਉੱਥੇ ਵੀ ਉਹ ਦੁੱਖ ਪ੍ਰਗਟ ਕਰੇਗਾ, ਅੰਦਰ ਵੀ ਦੁੱਖ, ਬਾਹਰ ਵੀ ਦੁੱਖ। ਉਹਦੀ ਦ੍ਰਿਸ਼ਟੀ ਕਰੂਰ ਹੋਈ ਪਈ ਹੈ। ਪਰ ਹੁਣ ਇੱਕ ਇੱਕ ਤੱਤ ਦਾ ਤਾਂ ਅਸੀਂ ਫੁਰਨਾ ਰੋਕ ਨਹੀਂ ਸਕਦੇ। ਇਹ ਸਾਨੂੰ ਸਹੂਲਤ ਦੇ ਦਿੱਤੀ ਹੈ ਵੀ ਜਿਹੜਾ ਮਨ ਮੁਖੀ ਹੈ, ਜਿਹੜਾ ਬੋਲਦਾ, ਵੇਖਦਾ, ਸੁਣਦਾ ਹੈ, ਜੇਕਰ ਇਹ ਆਪਦੇ ਫੁਰਨੇ ਬੰਦ ਕਰ ਲਵੇ, ਜੇਕਰ ਇਹ ਇੱਕ ਮਨ ਆਪਦੀ ਜੋਤ ਦਾ ਇਸਤੇਮਾਲ ਕਰਨਾ ਸਿੱਖ ਜਾਵੇ, ਸੱਚ ਦੇ ਵਿੱਚ ਧਿਆਨ ਲਾ ਲਵੇ ਜਾਂ ਗੁਰਮੰਤਰ ਨਾਮ ਦੇ ਉੱਤੇ ਧਿਆਨ ਲਾ ਲਵੇ, ਤੇ ਸਾਰੀ ਕਾਇਆ ਆਪਣੇ ਆਪ ਸੈੱਟ ਹੋ ਜਾਏਗੀ। ਇਹ ਸਹੂਲਤ ਹੈ ਆਪਾਂ ਨੂੰ। ਜੇਕਰ ਇੱਕ ਮਨ ਗੁਰਮੁਖ ਹੋ ਗਿਆ, ਜਿਹੜਾ ਜਿਹਨੂੰ ਸਵਾਸਾਂ ਦਾ ਖਜ਼ਾਨਾ ਦੇ ਕੇ ਇੱਥੇ ਖੇਲਣ ਭੇਜਿਆ ਹੈ, ਜੇਕਰ ਇਹ ਮਨ ਗੁਰਮੁਖ ਹੋ ਜਾਏਗਾ, ਸਾਰੀ ਕਾਇਆ ਉੱਤੇ ਕਿਰਪਾ ਹੋ ਜਾਣੀ, ਸੰਸਾਰ ਉੱਤੇ ਕਿਰਪਾ ਹੋ ਜਾਏਗੀ।
ਜਿਵੇਂ ਕਹਿੰਦੇ ਨਾ ਰਾਜਾ ਜਨਕ ਜੀ ਆਪ ਵੀ ਮੁਕਤ ਹੋਏ ਤੇ ਨਾਲ ਸਾਰਾ ਪਿੰਡ ਛਡਾ ਕੇ ਲੈ ਗਏ। ਉਹ ਆ ਸਾਰੇ ਕਾਇਆ ਰੂਪੀ ਪਿੰਡ ਛਡਾ ਕੇ ਲੈ ਜਾਂਦੇ ਆ। ਇਹਨਾਂ ਨੂੰ ਕਹਿੰਦੇ ਨੇ ਕੁਲਾਂ ਤਾਰਨੀਆਂ, ਆਪ ਦੀਆਂ ਕੁਲਾਂ ਤਾਰ ਦੇਣੀਆਂ, ਜਿਹੜੀਆਂ ਇਹ ਕੁਲਾਂ ਅੰਦਰ ਨੇ। ਕੁਲ ਤਰ ਜਾਂਦੀ ਸਾਰੀ, ਆ ਸਾਰੀ ਸਰੀਰ ਰੂਪੀ ਕੁਲ ਤਰ ਜਾਂਦੀ। 21 ਕੁਲਾਂ ਕੀ ਸਾਰੀਆਂ ਪਤਾ ਨਹੀਂ ਕਿੰਨੀਆਂ ਕੁਲਾਂ ਤਰ ਜਾਂਦੀਆਂ ਨੇ। ਇਸੇ ਤਰੀਕੇ ਜਦੋਂ ਇਹ ਫਿਰ ਹੁਣ ਕਾਰਨ ਸਮਝ ਆ ਗਿਆ ਨਾ ਵੀ ਪਾਪਾ ਜੀ ਦੇ ਲੱਗ ਫੁਰਨੇ, ਦਾਦਾ ਜੀ ਦੇ ਲੱਗ ਨੇ, ਦਾਦੀ ਜਿਹੜੀ ਹੈ ਜੀ ਇਹ ਧੀਆਂ ਦਾ ਬਹੁਤ ਕਰਦੀ ਹੈ ਜੀ, ਇਹ ਨੂੰਹਾਂ ਦਾ ਨਹੀਂ ਕੁਛ ਕਰਦੀ। ਤੇ ਉਹ ਕੀ ਹੈ, ਉਹ ਵਿਤਕਰੇ ਦਾ, ਉਹ ਦਵੈਸ਼ ਭਾਵਨਾ, ਉਹਦਾ ਦਾਦੀ ਦਾ ਧਿਆਨ ਦਵੈਸ਼ 'ਚ ਲਵਾਇਆ ਪਿਆ। ਜਵਾਕ ਜਿੱਦੀ ਬਹੁਤ ਹੋ ਗਿਆ ਜੀ, ਉਹ ਕ੍ਰੋਧ ਦੀਆਂ ਲੱਗ ਹੱਟਾਂ ਨੇ ਉਹਦਾ ਜਿੱਦ ਤੇ ਧਿਆਨ ਲਵਾਇਆ ਪਿਆ। ਉਹ ਜਿੱਦ ਦਾ ਹੀ ਫੁਰਨੇ ਆਈ ਜਾਂਦੇ ਨੇ ਉਹਨੂੰ। ਹੁਣ ਇਹਨਾਂ ਤੋਂ ਬਚਿਆ ਕਿਵੇਂ ਜਾਏ? ਦੇਖੋ ਸਚਾਈ ਇਹੀ ਹੈ, ਜੋ ਮਰਜ਼ੀ ਭੱਜ ਲਓ। ਹੁਣ ਬਾਹਰੋਂ ਬਾਬਾ ਜੀ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲੈਣ, ਦੇਗ ਲਵਾ ਲੈਣ, ਭੋਗ ਲਵਾ ਦੇਣ, ਭੋਗ ਦੇਗ ਲਵਾਇਆ, ਅਰਦਾਸ ਕੀਤਿਆਂ ਦਾ ਕਿਸੇ ਦੇ ਵਿਚਾਰ ਰੁਕਦੇ ਨਹੀਂ। ਇਹ ਤਾਂ ਰੁਕਣੇ ਨੇ ਆਪੋ ਆਪ ਦੀ ਕਮਾਈ ਦੁਆਰਾ। ਇਸ ਕਰਕੇ ਇਹ ਮਹਾਰਾਜ ਨੇ ਇਹਨਾਂ ਦਾ ਸਿੱਟਾ ਕੱਢਿਆ ਹੈ ਵੀ ਜਿਹਦੇ ਵਿੱਚ ਵੀ ਤੁਸੀਂ ਸੁਧਾਰ ਕਰਨਾ ਚਾਹੁੰਦੇ ਜੇ, ਉਹਦਾ ਧਿਆਨ ਲੱਗ ਗਿਆ ਪੰਜਾਂ ਦੀਆਂ ਤ੍ਰੈਗੁਣਾਂ ਦੀਆਂ ਹੱਟਾਂ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਹੱਟਾਂ ਵਿੱਚ, ਉਹਦਾ ਧਿਆਨ ਬਦਲੀ ਕਰ ਦਿਓ। ਕਿਉਂਕਿ ਫੁਰਨਾ ਕਿਹਨੇ ਲੈਣਾ? ਮਨ ਨੇ। ਤੇ ਕਿਵੇਂ ਲੈਣਾ? ਸੁਰਤੀ ਦੁਆਰਾ, ਧਿਆਨ ਦੁਆਰਾ। ਤੇ ਜੇਕਰ ਤੁਸੀਂ ਉਹਦੀ ਸੁਰਤ ਨੂੰ ਚੱਕ ਕੇ ਗੁਰਮੰਤਰ ਤੇ ਲਾ ਦਿਓ, ਸੁਣ ਵਿੱਚ ਲੈ ਜਾਓ, ਨਾਦ ਉੱਤੇ ਧਿਆਨ ਲਵਾ ਦਿਓ, ਉਹਦਾ ਸੱਚ ਤੇ ਧਿਆਨ ਲਵਾ ਦਿਓ, ਉਸ ਹੱਟ ਤੇ ਉਹਨੂੰ ਜਾਣ ਹੀ ਨਾ ਦਿਓ ਜਿੱਥੇ ਜਾ ਕੇ ਉਹ ਜਿੱਦ ਲੈਂਦਾ। ਜਿੱਦ ਦੀ ਹੱਟ ਤੇ ਹੀ ਨਾ ਜਾਣ ਦਿਓ। ਉਸ ਦਵੈਤ ਦੀ ਹੱਟ ਤੇ ਜਾਣ ਹੀ ਨਾ ਦਿਓ ਜਿੱਥੋਂ ਉਹਨੂੰ ਦਵੈਤ ਦੇ ਫੁਰਨੇ ਆਉਣੇ ਨੇ। ਨਾ ਦਵੈਤ ਵਾਲੀ, ਮਨ ਵਿੱਚ ਦਵੈਤ ਨਹੀਂ ਹੈਗੀ। ਮਨ ਦਵੈਤ ਦੀ ਹੱਟ ਤੇ ਜਾਂਦਾ, ਉੱਥੋਂ ਦਵੈਤ ਲੈਂਦਾ। ਮਨ ਤਾਂ ਰੱਬ ਹੈ। ਮਨ ਵਿੱਚ ਚੰਚਲਤਾ ਨਹੀਂ ਹੈਗੀ। ਮਨ ਸਰੀਰ ਦੇ ਵਿੱਚ ਚੰਚਲਤਾ ਦੀ ਹੱਟ ਤੇ ਜਾਂਦਾ, ਉੱਥੋਂ ਚੰਚਲਤਾ ਲੈ। ਉਹ ਜੜ ਵੇਖ ਲਈ ਉਹਨਾਂ ਨੇ, ਜੜ ਵੱਢ ਦਿਓ, ਪੌਦਾ ਉੱਗੇਗਾ ਹੀ ਨਹੀਂ। ਮਨ ਵਿੱਚ ਕਾਮ ਨਹੀਂ ਹੈਗਾ। ਮਨ ਤਾਂ ਸੱਚੇ ਨਿਰੰਕਾਰ ਏ। ਮਨ ਕਾਮ ਦੀ ਹੱਟ ਤੇ ਜਾਂਦਾ, ਉੱਥੋਂ ਇਹ ਗੱਲਾਂ ਸਿੱਖਦਾ। ਉਹ ਆਂਦੇ ਇਹਦੀ ਸੰਗਤ ਬਦਲੋ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਇਹਨਾਂ ਦੀਆਂ ਜਿਹੜੀਆਂ ਹੱਟਾਂ ਨੇ, ਸੰਗਤ ਬਦਲੋ ਇਹਦੀ। ਇਹ ਵੇਖਿਆ, ਵੇਖੋ ਸਾਇੰਟਿਸਟ ਕਿੰਨੇ ਵੱਡੇ ਆ, ਕਿਉਂ ਅਲੱਗ-ਅਲੱਗ ਫੁਰਨੇ ਨੇ। ਇਸ ਕਰਕੇ ਸੰਤ ਸਾਧ ਵੀ ਬਣੀ ਬੈਠੇ ਆ। ਜੇ 700 ਸੰਤਾਂ ਦੇ ਕੋਲ ਤੁਸੀਂ ਚਲੇ ਜਾਓਗੇ ਨਾ, ਮੈਂ ਲਿਖ ਕੇ ਦਾਅਵਾ ਕਰਦਾ, 700 ਕੀ 1000 ਇੱਕ ਸੰਤ ਦੇ ਕੋਲ ਚਲੇ ਜਾਓ ਤੇ ਉਹ 1000 ਇੱਕ ਤਰੀਕੇ ਦੱਸੂਗਾ। ਤੁਸੀਂ ਫੁਰਨਿਆਂ 'ਚ ਪੈ ਜਾਓਗੇ ਵੀ ਕਿਹਦੀ ਮੈਂ ਮੰਨਾਂ। ਇੱਥੋਂ ਸਟੇਟ ਵਾਈਜ਼ ਸਟੇਟ, ਹਰੇਕ ਸਟੇਟ ਵਿੱਚ ਪਤਾ ਨਹੀਂ ਕਿੰਨੇ ਕੁ ਸੰਤ ਹੋਏ ਪਏ ਆ। ਹਰੇਕ ਨੂੰ ਜਾ ਕੇ ਪੁੱਛ ਲਾ ਵੀ ਰੱਬ ਨੂੰ ਮਿਲਣਾ ਕਿਵੇਂ ਮਿਲ ਗਏ। ਹਰੇਕ ਦੀ ਅਲੱਗ-ਅਲੱਗ ਮੱਤ ਏ। ਕਿਉਂ? ਅੰਦਰੋਂ ਪੁਆਇੰਟਾਂ ਤੇ ਧਿਆਨ ਲੱਗਾ ਪਿਆ, ਕਮਾਈ ਕੀਤੀ ਨਹੀਂ। ਇਸ ਕਰਕੇ ਸੰਤ ਵੀ ਆਪਸ 'ਚ ਲੜੀ ਜਾਂਦੇ ਨੇ ਵਿਚਾਰਾਂ 'ਚ, ਕਿਉਂਕਿ ਅੰਦਰ ਦਾ ਖੇਲ ਨਹੀਂ ਪਤਾ। ਬਾਹਰੋਂ ਵਸ ਕਰਨਾ ਚਾਹੁੰਦੇ ਨੇ, ਆਪ ਦੇ ਆਪ ਨੂੰ ਬਾਹਰੋਂ ਦ੍ਰਿਸ਼ਟਮਾਨ ਨੂੰ ਵਸ ਕਰਨਾ ਚਾਹੁੰਦੇ ਆ। ਅੰਦਰ ਦਾ ਖੇਲ ਵਿਚਾਰਾਂ ਦਾ ਉਵੇਂ ਚੱਲੀ ਜਾਂਦਾ। ਅੰਦਰੋਂ ਅਸੀਂ ਸੁਰਤੀ ਦਾ ਧਿਆਨ, ਅੰਦਰੋਂ ਮਨ ਦਾ ਧਿਆਨ ਬਦਲ ਦੇਣਾ, ਵਿਚਾਰ ਰੁਕ ਜਾਣਗੇ। ਹੁਣ ਤਾਂ ਹੀ ਫਿਰ ਉਹ ਧੁਨ ਦੇ ਵਿੱਚ ਧਿਆਨ ਲਵਾਇਆ। ਧੁਨਵੇਂ ਧਿਆਨ, ਧਿਆਨਵੇਂ ਜਾਣਿਆ ਗੁਰਮੁਖ ਕਥ ਕਹਾਣੀ। ਸ਼ਬਦ ਦੀ ਧੁਨ ਵਿੱਚ ਧਿਆਨ ਲਵਾ ਦਿੱਤਾ ਤੇ ਉਹ ਧਿਆਨ ਉਧਰੋਂ ਹਟ ਗਿਆ ਤੇ ਉਹ ਕਹਿੰਦਾ ਆ ਬਚ ਗਿਆ। ਇਹ ਕੀ ਹੋਇਆ ਜੀ? ਕਿਤੇ ਗੁਰਮੰਤਰ ਕੀਤਾ ਵਿਚਾਰ ਬੰਦ ਹੋ ਗਏ, ਕੀ ਹੋਇਆ? ਮੈਂ ਸਿਮਰਨ ਕਰਨਾ ਤੇ ਵਿਚਾਰ ਬੰਦ ਹੋ ਜਾਂਦੇ ਨੇ, ਫਿਰ ਚੱਲ ਪੈਂਦੇ ਨੇ। ਕਹਿੰਦੇ ਲੱਭ ਨਾ, ਇਹ ਕੀ ਚੱਕਰ ਹੈ? ਰਾਤ ਨੂੰ ਸੌਂਦੇ ਆ ਤੇ ਵਿਚਾਰ ਬੰਦ ਹੋ ਜਾਂਦੇ ਆ ਜੀ, ਇਹ ਸਵੇਰੇ ਫਿਰ ਚੱਲ ਪੈਂਦੇ, ਚੱਕਰ ਕੀ ਹੈ? ਜਦੋਂ ਸਿਮਰਨ ਕਰਨਾ ਹੈ ਉਹ ਧਿਆਨ ਹਟ ਜਾਂਦਾ ਤੇਰਾ ਕਾਮ ਦੀ ਹੱਟ ਤੋਂ, ਕ੍ਰੋਧ ਦੀ ਹੱਟ ਤੋਂ। ਜਦੋਂ ਰਾਤ ਨੂੰ ਸੌਂਦੇ ਹੋ, ਸੁਣ ਵਿੱਚ ਧਿਆਨ ਲੱਗ ਜਾਂਦਾ ਹੈ, ਸਾਰੀਆਂ ਹੱਟਾਂ ਵਿੱਚੋਂ ਧਿਆਨ ਹਟ ਜਾਂਦਾ। ਸਵੇਰੇ ਫਿਰ ਆਉਂਦੇ ਜੇ, ਫਿਰ ਉੱਥੇ ਕੱਚਾ ਮਾਲ ਲੈਣ ਲੱਗ ਜਾਂਦੇ ਜੇ। ਕੱਚਾ ਮਾਲ ਕਹਿ ਦਿੱਤਾ ਇਹਨਾਂ ਨੂੰ। ਇਸ ਕਰਕੇ ਉਹਨਾਂ ਨੇ ਕਹਿ ਦਿੱਤਾ, ਇੱਕੋ ਹੀ ਇਹ ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲੈ ਲਾਏ ਹਰ ਨਾਮੇ ਕਿ ਹੋਵੋ ਜੋੜੀ ਗੁਰਮੁਖ ਵਿੱਚ ਸਭ ਵਿੱਚ। ਇਕੱਠੇ ਹੋ ਜੋ, ਸਿਮਰਨ ਕਰੋ। ਜਦੋਂ ਵਾਹਿਗੁਰੂ ਦਾ ਤੁਸੀਂ ਅਭਿਆਸ ਕਰੋਗੇ, ਤੁਹਾਡਾ ਉਹਨਾਂ ਹੱਟਾਂ ਵਿੱਚੋਂ ਧਿਆਨ ਹਟ ਕੇ ਗੁਰਮੰਤਰ ਤੇ ਆ ਜਾਏਗਾ। ਫਿਰ ਗੁਰਮੰਤਰ ਦੁਆਰਾ ਜਦੋਂ ਵਿਚਾਰ ਬੰਦ ਹੋ ਗਏ, ਫਿਰ ਤੁਸੀਂ ਸੁਣ ਵਿੱਚ ਚਲੇ ਜਾਣਾ। ਸੁਣ ਵਿੱਚ ਜਾ ਕੇ ਧਿਆਨ ਲਾ ਦਿਓ, ਤੁਹਾਡੇ ਵਿਚਾਰ ਖਤਮ। ਫਿਰ ਉਹਦੇ ਤੋਂ ਬਾਅਦ ਇਹ ਕੋਸ਼ਿਸ਼ ਕਰਨੀ ਹੈ ਉਸ ਹੱਟ ਤੇ ਮਨ ਨਾ ਜਾਵੇ ਜਿੱਥੇ ਜਾ ਕੇ ਤ੍ਰਿਸ਼ਨਾ ਇਹਨੂੰ ਮਹਿਸੂਸ ਹੁੰਦੀ ਹੈ। ਜਦੋਂ ਤੁਹਾਨੂੰ ਉਹ ਤ੍ਰਿਸ਼ਨਾ ਵਲਵਲਿਆਂ ਦੇ ਵਿਚਾਰ ਆਉਣ, ਤੁਹਾਨੂੰ ਪਤਾ, ਤੁਹਾਨੂੰ ਸਮਝ ਜਾਣਾ ਚਾਹੀਦਾ ਮੇਰਾ ਮਨ ਗਿਆ ਉਸੇ ਹੱਟ ਤੇ। ਤ੍ਰਿਸ਼ਨਾ ਦਾ ਕੋਈ ਇਲਾਜ ਨਹੀਂ, ਉਹਨੇ ਤਾਂ ਤ੍ਰਿਸ਼ਨਾ ਹੀ ਦੇਣੀ ਹੈ। ਸਮਝ ਆ ਗਿਆ ਨਾ? ਤੁਸੀਂ ਚਾਹੁੰਦੇ ਜੇ ਮੈਂ ਤ੍ਰਿਸ਼ਨਾ ਨੂੰ ਸੁਧਾਰ ਦਿਆਂ ਵੀ ਤ੍ਰਿਸ਼ਨਾ ਸੁਧਰ ਜਾਏ। ਤ੍ਰਿਸ਼ਨਾ ਨਹੀਂ ਸੁਧਰੇਗੀ, ਤੂੰ ਸੁਧਰੇਗਾ। ਤ੍ਰਿਸ਼ਨਾ ਦਾ ਤਾਂ ਕੰਮ ਤ੍ਰਿਸ਼ਨਾ ਦੇਣਾ। ਇਹ ਮੈਨੂੰ ਕਹਿੰਦਾ ਕੋਈ ਵਿਚਾਰ ਇਹ ਵਾਲਾ ਆਵੇ ਹੀ ਨਾ, ਇਹ ਆਵੇ ਹੀ ਨਾ ਤੇ ਤੈਨੂੰ ਸੰਗ ਛੱਡਣਾ ਪੈਣਾ। ਤੂੰ ਤ੍ਰਿਸ਼ਨਾ ਨੂੰ ਕਿਵੇਂ ਸੁਧਾਰ ਲੇਗਾ? ਉਹ ਤਾਂ ਕਾਲ ਦੀ ਪਿਆਦੀ ਹੈ।
ਅਸੀਂ ਚਾਹੁੰਦੇ ਆ ਵੀ ਕਾਮ ਨੂੰ ਸੁਧਾਰ ਲਈਏ, ਕਾਮ ਕਰਨਾ, ਕਾਮ ਦੇ ਫੁਰਨੇ ਦੇਣਾ ਛੱਡ ਜੇ, ਉਹ ਨਹੀਂ ਦੇਣਾ ਛੱਡੇਗਾ, ਤੈਨੂੰ ਲੈਣੇ ਛੱਡਣੇ ਪੈਣੇ ਆ, ਤੂੰ ਆਪ ਦਾ ਇੰਤਜ਼ਾਮ ਕਰ। ਅਸੀਂ ਚਾਹੁੰਦੇ ਆ ਜੀ ਗੁੱਸਾ ਸਾਨੂੰ ਆਵੇ ਹੀ ਨਾ, ਤੇ ਗੁੱਸਾ ਆਪਦਾ ਕੰਮ ਥੋੜੀ ਨਾ ਛੱਡੂਗਾ, ਗੁੱਸਾ ਤਾਂ ਇੱਕ ਅੰਦਰ ਸ਼ਕਤੀ ਹੈ, ਉਹ ਤਾਂ ਰਹਿਣਾ ਹੀ ਹੈ ਤੇਰੇ ਅੰਦਰ, ਤੂੰ ਗੁੱਸੇ ਦਾ ਸੰਗ ਛੱਡ ਦੇ। ਪਾਪਾ ਜੀ ਸਿਆਣੇ ਹੋ ਜਾਣ, ਪਾਪਾ ਜੀ ਸ਼ਰਾਬ ਬਹੁਤ ਪੀਂਦੇ, ਤੇ ਉਹ ਹੁਣ ਅੰਦਰ ਜਿਹੜਾ ਨਸ਼ੇ ਦਾ ਫੁਰਨਾ ਆ ਉਹ ਤਾਂ ਉਵੇਂ ਹੀ ਕਾਇਮ ਰਹਿਣਾ ਹੈ, ਤੇ ਜੇ ਪਾਪਾ ਜੀ ਨਸ਼ੇ ਦੇ ਫੁਰਨੇ ਦਾ ਸਹਾਰਾ ਲੈਣਾ ਛੱਡ ਦੇਣ ਤੇ ਉਹ ਸ਼ਰਾਬ ਛੱਡ ਜਾਣਗੇ। ਕ੍ਰੋਧੀ ਬਹੁਤ ਹੈ ਵੀਰਾ, ਤੇ ਉਹ ਕ੍ਰੋਧ ਦੇ ਉੱਤੇ ਧਿਆਨ ਲੱਗ ਜਾਂਦਾ, ਇਸ ਕਰਕੇ ਸਿਮਰਨ ਕਰਵਾਇਆ ਜਾਂਦਾ। ਕਹਿੰਦੇ ਨਾ ਵਾਹਿਗੁਰੂ 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 ਕਰਨ ਨਾਲ ਕੀ ਹੋ ਜਾਂਦਾ, ਤਾਂ ਤੁੱਤਾ ਰੱਟਣਾ ਜੀ, ਐਵੇਂ ਵਾਹਿਗੁਰੂ 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 ਕਰਾਈ ਜਾਂਦੇ, ਪਤਾ ਨਹੀਂ ਨਾ ਹੈਗਾ, ਨਾ ਤਾਂ ਕਰਨ ਵਾਲਿਆਂ ਨੂੰ ਪਤਾ ਨਾ ਕਰਾਉਣ ਵਾਲਿਆਂ ਨੂੰ ਪਤਾ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਇਹ ਸਾਰਾ ਸਾਡੀ ਸੁਰਤੀ ਇੱਕ ਮਨ ਇੱਕ ਚਿੱਤ ਹੋ ਕੇ, ਇਸ ਕਰਕੇ ਅਸੀਂ ਸਿਮਰਨ ਕਰਨਾ ਹੈ। ਕਾਲ ਦੀਆਂ ਜਿੰਨੀਆਂ ਵੀ ਹੱਟਾਂ ਨੇ ਉਧਰੋਂ ਸਾਡਾ ਧਿਆਨ ਹਟ ਜਾਂਦਾ ਹੈ, ਉਧਰੋਂ ਧਿਆਨ ਖਤਮ ਹੋ ਕੇ ਸਿਮਰਨ ਦੀ ਆਵਾਜ਼ ਵਿੱਚ ਆ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਸੁੰਨ ਵਿੱਚ ਚਲੇ ਜਾਂਦੇ ਹਾਂ, ਕਿਉਂਕਿ ਜਦੋਂ ਵਿਚਾਰ ਬੰਦ ਹੋਣਗੇ ਅਸੀਂ ਸੁੰਨ ਵਿੱਚ ਜਾਵਾਂਗੇ, ਜਿਹਨੂੰ ਕਹਿੰਦੇ ਨੀਂਦ ਆ ਜਾਂਦੀ। ਉੱਥੋਂ ਫਿਰ ਨਾਦ ਜਦੋਂ ਪ੍ਰਗਟ ਹੁੰਦਾ ਤਾਂ ਕਹਿੰਦੇ ਆ ਫਿਰ ਅੱਗੇ ਦੀ ਅੱਗੇ ਕਮਾਈ ਨੂੰ ਵਧਾਉਂਦੇ ਜਾਣਾ, ਸੰਗਤ ਕਰਦੇ ਰਵਾਂਗੇ, ਤੇ ਸੰਗਤ ਵਿੱਚ ਆ ਕੇ ਵੀ ਧਿਆਨ ਕਾਲ ਦੀਆਂ ਹੱਟਾਂ ਤੋਂ ਪਰੇ ਕਰ ਦਿੱਤਾ ਜਾਂਦਾ। ਜੇ ਕਾਲ ਦੇ ਸੰਤਾਂ ਕੋਲ ਜਾਓਗੇ, ਉਹ ਫਿਰ ਤੁਹਾਡਾ ਉੱਥੇ 68 ਹੱਟਾਂ ਤੇ ਧਿਆਨ ਲਵਾ ਦੇਣਗੇ, ਜਿਹੜੀਆਂ ਹੱਟਾਂ ਨੂੰ ਤੁਸੀਂ ਛੱਡ ਕੇ ਆਏ। ਜੇ ਪੂਰਨ ਸੰਤ ਕੋਲ ਜਾਓਗੇ, ਉਹ ਕਾਲ ਦੀਆਂ ਤ੍ਰੈਗੁਣ ਦੀਆਂ ਹੱਟਾਂ ਤੋਂ ਧਿਆਨ ਹਟਾ ਕੇ ਉਹ ਸੁੰਨ ਵਿੱਚ ਸੱਚ ਵਿੱਚ ਲਵਾਈ ਜਾਏਗਾ। ਵਾਰ-ਵਾਰ ਜਦੋਂ ਤੁਸੀਂ ਧਿਆਨ ਇੱਧਰ ਪ੍ਰਪੱਖ ਕਰੋਗੇ, ਗੁਰਮੰਤਰ ਵਿੱਚ, ਨਾਦ ਵਿੱਚ, ਜਿਵੇਂ ਜਿਵੇਂ ਤੁਹਾਡੀ ਅਵਸਥਾ ਹੁੰਦੀ ਜਾਏਗੀ, ਧਿਆਨ ਇੱਧਰ ਦਾ ਆਦੀ ਹੋ ਜਾਏਗਾ, ਉਹ ਖਤਮ ਹੋ ਜਾਣਗੇ, ਤੇ ਤੁਹਾਡੇ ਸੁਭਾਅ ਦੇ ਵਿੱਚ ਤਬਦੀਲੀ ਆ ਜਾਏਗੀ। ਇਸੇ ਕਰਕੇ ਜਦੋਂ ਇੱਕ ਪਰਿਵਾਰ ਸਾਰਾ ਰਲ ਕੇ ਸਿਮਰਨ ਕਰੇਗਾ, ਉਹਦਾ ਧਿਆਨ ਉਧਰੋਂ ਹਟੇਗਾ, ਇਕੱਠ ਦੀ ਵਿਚਾਰ ਸੁਣੇਗਾ, ਸਾਰਿਆਂ ਦੇ ਵਿਚਾਰ ਇੱਕ ਹੋ ਜਾਣਗੇ। ਕਿਉਂਕਿ ਮਨ ਤਾਂ ਜਿਹੜਾ ਉਹ ਧਰਮੀ ਹੈ, ਮਨ ਥੋੜੀ ਨਾ ਮਾੜਾ ਹੈ, ਇਹ ਮਾੜਿਆਂ ਦੇ ਨਾਲ ਰਲ ਜਾਂਦਾ ਹੈ। ਬਸ ਅੰਦਰੋਂ ਮਾੜੇ ਵਿਚਾਰਾਂ ਦੇ ਨਾਲ ਮਾੜੇ ਹੱਟਾਂ ਤੇ ਜਾ ਕੇ ਰਲ ਜਾਂਦਾ, ਤੇ ਉਵੇਂ ਦਾ ਹੋ ਜਾਂਦਾ। ਤੇ ਇਹਨੂੰ ਇਹ ਦੱਸਣਾ ਹੈ ਵੀ ਇਹਨਾਂ ਦੇ ਨਾਲ ਤੂੰ ਨਹੀਂ ਰਲਣਾ, ਜਾ ਕੇ ਅੰਦਰੋਂ ਹੱਟਾਂ ਤੇ ਇਹਨੂੰ ਸਿਮਰਨ ਕਰਕੇ ਇਹਨੂੰ ਉਧਰੋਂ ਮੋੜ ਦੇਣਾ। ਤੇ ਉਹ ਉਹਨੂੰ ਰਲਾਉਂਦੇ ਨੇ, ਇਹਨੂੰ ਧੱਕੇ ਨਾਲ ਰਲਾਉਂਦੇ ਨੇ। ਅੰਦਰੋਂ ਜਿਹੜੇ ਵਿਚਾਰ ਨੇ, ਹੱਟਾਂ ਨੇ, ਉਹ ਤਾਂ ਖੋਲ ਕੇ ਬੈਠੇ ਆ ਵੀ ਆਓ ਸਾਡੇ ਤੋਂ ਸੌਦਾ ਲਓ। ਤ੍ਰਿਸ਼ਨਾ ਆਪਦੀ ਆ ਹੱਟ ਖੋਲੀ ਬੈਠੀ ਹੈ, ਕਾਮ ਆਪਦੀ ਹੱਟ ਖੋਲੀ ਬੈਠਾ ਹੈ, ਚੁਗਲੀ ਆਪਦੀ ਖੋਲੀ ਬੈਠੀ ਹੈ। ਇਹ ਹੱਟਾਂ ਨੇ ਸਾਡੇ ਅੰਦਰ। ਨਿੰਦਿਆ ਆਪਦੀ ਖੋਲੀ ਬੈਠੀ ਹੈ, ਦੁਬਦਾ ਆਪਦੀ ਖੋਲੀ ਬੈਠੀ ਹੈ। ਇਸ ਕਾਇਆ ਅੰਦਰ ਹੱਟ ਪਟਣ ਬਾਜ਼ਾਰਾ, ਇਹਨੂੰ ਹੱਟੀਆਂ ਕਹਿ ਦਿੱਤਾ ਹੈ। ਇਹ ਜਿਹੜਾ ਬਾਜ਼ਾਰ ਇਹ ਬਾਜ਼ਾਰ ਹੈ, ਤੇ ਸਾਡੇ ਅੰਦਰ ਨਾਮ ਦਾ ਬਾਜ਼ਾਰ ਵੀ, ਪਰ ਉਹ ਕਾਲ ਦੇ ਦੇਸ਼ 'ਚ ਨਹੀਂ, ਉਹ ਸੁੰਨ 'ਚ ਹੈ। ਉਹ 68 ਤੀਰਥ ਨੇ ਸਾਡੇ ਅੰਦਰ, 68 ਤੀਰਥ ਵੀ ਨੇ, 68 ਕਾਲ ਦੀਆਂ ਹੱਟਾਂ ਵੀ ਨੇ। ਫੈਸਲਾ ਤੁਹਾਡੇ ਹੱਥ, ਤੁਸੀਂ ਕਿੱਥੇ ਜਾਣਾ। ਜਿਵੇਂ ਹੀ ਤੁਸੀਂ, ਤੁਹਾਨੂੰ ਇਹ ਜਿਹਨੂੰ ਕਹਿੰਦੇ ਨਾ ਭੁਲੋ ਕੇ, ਤੁਹਾਨੂੰ ਦੁਬਦਾ ਦੀ ਹੱਟ ਤੇ ਕਦੇ ਲੈ ਜਾਣਗੇ, ਕਦੇ ਤੁਹਾਨੂੰ ਭੁਲੋ ਕੇ ਲੋਭ ਦੀ ਹੱਟ ਤੇ ਲੈ ਜਾਂਦੇ ਨੇ। ਹੱਟ ਮਤਲਬ ਅੰਦਰ ਪੁਆਇੰਟ, ਜਿਵੇਂ ਦੇ ਤੁਹਾਡਾ ਧਿਆਨ ਚੱਲੇਗਾ ਉਵੇਂ ਦੀ ਤੁਹਾਡੇ ਦੇਹੀ ਵਿੱਚ ਫਿਰ ਉਹ ਵਿਸਤਾਰ ਹੋਣ ਲੱਗ ਜਾਂਦਾ। ਇਸ ਕਰਕੇ ਜਦੋਂ ਤੁਸੀਂ ਸਿਮਰਨ ਦਾ ਅਭਿਆਸ ਤਾਂ ਹੀ ਅਸੀਂ ਵੱਧ ਕਰਨਾ ਹੁੰਦਾ ਹੈ, ਤੁਰਦੇ ਫਿਰਦੇ ਵੀ ਕਰਨਾ ਹੁੰਦਾ ਹੈ। ਸਾਡਾ ਧਿਆਨ ਉਹਨਾਂ ਹੱਟਾਂ ਤੇ ਨਾ ਜਾਵੇ, ਨਾ ਸਾਨੂੰ ਵਿਚਾਰ ਆਉਣ। ਤੇ ਜਦੋਂ ਸਾਨੂੰ ਉਹ ਵਿਚਾਰ ਨਹੀਂ ਆਉਣਗੇ, ਸ਼ਬਦ ਦੇ ਨਾਲ, ਸੱਚ ਦੇ ਨਾਲ ਸਾਡੇ ਧਿਆਨ ਦੀ ਪਰਪੱਕਤਾ ਅਸੀਂ ਕਰਨੀ ਹੈ। ਤਾਂ ਹੀ ਕਹਿੰਦੇ ਨੇ ਕਿੰਨਾ ਕੁ ਅਭਿਆਸ ਕਰਕੇ ਕੰਮ ਬਣੇਗਾ। ਜਦੋਂ ਤੁਹਾਡਾ ਧਿਆਨ ਅੰਦਰੋਂ 68 ਹੱਟਾਂ ਪਾਸੋਂ ਹਟ ਗਿਆ, ਸੱਚ ਸ਼ਬਦ ਦੇ ਤੁਸੀਂ ਆਦੀ ਹੋ ਕੇ ਚੱਲਣ ਲੱਗ ਗਏ, ਤੇ ਫਿਰ ਤੁਹਾਡਾ ਧਿਆਨ ਹਟ ਜਾਏਗਾ, ਉਹ ਅਭਿਆਸ ਸਫਲ ਹੋ ਗਿਆ। ਤੇ ਜੇ ਸਿਮਰਨ ਵੀ ਕਰ ਰਹੇ ਜੇ 68 ਹੱਟਾਂ 'ਚੋਂ ਧਿਆਨ ਹੀ ਨਹੀਂ ਹਟਿਆ, ਹਜੇ ਦੁਬਦਾ ਦੀ ਹੱਟ ਤੇ ਜਾ ਕੇ ਬਹਿੰਦੇ ਹੋ ਵੀ ਸਿਮਰਨ ਵੀ ਕਰ ਲੈਣਾ, ਚੰਗਾ ਵੀ ਬਣ ਜਾਣਾ, ਤੇ ਜਾ ਕੇ ਬਹਿਣਾ ਜਿਹੜੇ ਤਾਸ਼ ਖੇਡਦੇ ਆ, ਅਮਲੀ ਆ, ਦਾਰੂ ਪੀਣੇ ਆ, ਤੇ ਫਿਰ ਕਾਹਦਾ ਤੇਰਾ ਧਿਆਨ ਬਦਲੀ ਹੋਇਆ। ਪਰ ਜੇ ਧਿਆਨ ਬਦਲੀ ਹੋ ਗਿਆ, ਜਦੋਂ ਅੰਦਰੋਂ ਨਾਦ ਸੱਚ ਦੇ ਨਾਲ ਲਿਵ ਜੁੜ ਗਈ, ਸੱਚ ਨਿਰੰਕਾਰ ਦੇ ਨਾਲ ਧਿਆਨ ਜੁੜ ਗਿਆ, ਤੇ ਫਿਰ ਇੱਥੇ ਬਾਹਰ ਚਾਹੇ ਉਹਦੇ ਅੱਗੇ ਨਸ਼ੇ ਪਏ ਰਹਿਣ, ਚਾਹੇ ਅੱਗੇ ਉਹਦੇ ਕੰਮ ਹੀ ਲੰਗੀ ਜਾਣ, ਕ੍ਰੋਧੀ ਲੰਗੀ ਜਾਣ, ਉਹਨੂੰ ਪਤਾ ਹੀ ਨਹੀਂ, ਕਿਉਂਕਿ ਅੰਦਰੋਂ ਦਾ ਧਿਆਨ ਬਦਲੀ ਹੋ ਗਿਆ। ਫਿਰ ਬਾਹਰ ਅਸਰ ਨਹੀਂ ਕਰੇਗਾ ਉਹਦੇ ਤੇ। ਜਦੋਂ ਅੰਦਰ ਗੰਦ ਹੁੰਦਾ ਹੈ, ਅੰਦਰ ਧਿਆਨ ਜਿਹੜਾ ਪੰਜਾਂ ਦੇ ਵਿੱਚ ਹੁੰਦਾ, ਫਿਰ ਬਾਹਰ ਅਸਰ ਕਰਦਾ ਹੈ। ਜੋ ਬਾਹਰ ਅਸੀਂ ਦੇਖਦੇ ਹਾਂ ਜੀ, ਅਸਰ ਬਹੁਤ ਹੁੰਦਾ ਦਿਮਾਗ ਤੇ ਬਾਹਰ ਦੇਖ ਕੇ, ਕਿਉਂਕਿ ਅੰਦਰੋਂ ਨਹੀਂ ਧਿਆਨ ਬਦਲਿਆ। ਜਦੋਂ ਅੰਦਰੋਂ ਨਾਦ ਵਿੱਚ ਸੁਰਤ ਲੱਗ ਗਈ, ਸ਼ਬਦ 'ਚ ਲੱਗ ਗਈ, ਪੰਜਾਂ ਸ਼ਬਦਾਂ ਵਿੱਚ ਲੱਗ ਗਈ, ਸੱਚ ਨਿਰੰਕਾਰ ਦੇ ਉੱਪਰ ਜਾ ਕੇ ਤੁਹਾਡਾ ਧਿਆਨ ਟਿਕ ਗਿਆ, ਉਸ ਧਿਆਨ ਨੂੰ ਤੁਸੀਂ ਦੇਖ ਦੇਖ ਕੇ ਟਿਕਾ ਟਿਕਾ ਕੇ ਪਰਪੱਖ ਕਰ ਲਿਆ, ਫਿਰ ਬਾਹਰ ਵਾਲੇ ਜੋ ਵੀ ਦ੍ਰਿਸ਼ ਨੇ ਤੁਹਾਡੇ ਤੇ ਅੰਦਰ ਅਸਰ ਨਹੀਂ ਕਰਨਗੇ, ਚਾਹੇ ਵਿੱਚ ਬੈਠੇ ਰਹੋ ਉਹਨਾਂ, ਕਿਉਂਕਿ ਸੱਚ ਦੇ ਨਾਲ ਲਿਵ ਜੁੜ ਗਈ। ਇਸੇ ਕਰਕੇ ਤਾਂ ਰੱਬ ਸਾਡੇ ਤੋਂ ਬਚਿਆ ਹੋਇਆ। ਅਸੀਂ ਇੰਨਾ ਇੱਥੇ ਵਿਚਾਰਾਂ ਦਾ ਗੰਦਗੀ ਪਾਉਂਦੇ ਆ, ਮਨਮੁਖ ਜਿਹੜੇ ਆ ਉਹ ਇੰਨੀ ਵਿਚਾਰਾਂ ਦਾ ਇੱਥੇ ਪਾਉਂਦੇ ਆ, ਪਰ ਰੱਬ ਅਲਪ ਕਿਉਂ ਆ? ਕਿਉਂਕਿ ਰੱਬ ਦਾ ਧਿਆਨ ਆਪ ਦੀ ਅਵਸਥਾ ਵਿੱਚ ਆ, ਉਹਦਾ ਧਿਆਨ ਪ੍ਰਕਾਸ਼ ਵਿੱਚ ਆ। ਰੱਬ ਜਿਹੜਾ ਹੈ ਜੋਤ ਸਰੂਪ ਹੋ ਕੇ ਵਿਚਰਦਾ, ਇਸ ਕਰਕੇ ਉਹ ਬਚ ਜਾਂਦਾ। ਤੇ ਐਵੇਂ ਹੀ ਗੁਰਮੁਖ ਬਚਦੇ ਆ ਜਦੋਂ ਉਹਨਾਂ ਦਾ ਧਿਆਨ ਨਿਰੰਕਾਰ ਤੇ ਹੋ ਜਾਂਦਾ ਹੈ। ਸੰਸਾਰ ਜੋ ਮਰਜ਼ੀ ਕਰੀ ਜਾਵੇ,
ਕਿਉਂਕਿ ਸੰਸਾਰ ਕਰ ਰਿਹਾ ਕਾਲ ਦੇ 68 ਹੱਟਾਂ ਦੇ ਉੱਤੇ ਜਾ ਕੇ ਵਪਾਰ, ਜਿਹਨੂੰ ਕਹਿੰਦੇ ਨੇ ਕਾਚਾ ਧਨ ਸੰਚੈ ਮੂਰਖ ਗਵਾਰ, ਵਿਖਿਆ ਕੇ ਧਨ ਸਦਾ ਦੁੱਖ ਹੋਏ, ਨਾ ਸਾਥ ਚਲੇ ਨਾ ਪ੍ਰਾਪਤ ਹੋਏ। ਇਹ ਕੱਚਾ ਧਨ ਲੈਂਦੇ ਆ, ਅੰਦਰੋਂ ਵਿਚਾਰਾਂ ਦਾ ਧਨ ਲੈਂਦੇ ਆ। ਕੋਈ ਅੰਦਰੋਂ ਆਲਸ ਦੀ ਹੱਟ ਤੇ ਬੈਠਾ ਹੋਇਆ, ਉਹਨੂੰ ਸਾਰਾ ਦਿਨ ਆਲਸ ਹੀ ਚੜੀ ਜਾਂਦਾ। ਇਹ ਜੀਵਾਂ ਦੇ ਵਿੱਚ ਫਰਕ ਨਹੀਂ। ਇਸੇ ਕਰਕੇ ਸਾਨੂੰ ਭੇਤ ਨਾ ਹੋਣ ਕਰਕੇ ਵੀ ਇਹ ਅੰਦਰ ਹੱਟਾਂ ਦਾ ਭੇਟ ਨਹੀਂ ਹੈਗਾ। ਅਸੀਂ ਇੱਕ ਦੂਜੇ ਨੂੰ ਦੋਸ਼ੀ ਕਹੀ ਜਾਂਦੇ ਹਾਂ, ਤੇਰੇ ਚ ਤਾਂ ਆਲਸੀ ਬਹੁਤ ਆ, ਉਹ ਕਹਿੰਦਾ ਮੈਂ ਦੇਖ ਮੈਂ ਕੰਮ ਕਿੰਨਾ ਕਰਦਾ, ਉਹ ਕਹਿੰਦਾ ਤੂੰ ਤਾਂ ਨਸ਼ਈ ਬਹੁਤ ਆ। ਇਹ ਨਹੀਂ ਪਤਾ ਵੀ ਇਹ ਨਸ਼ਈ ਨਹੀਂ ਹੈਗੇ, ਵੀ ਇਹ ਤਾਂ ਅੰਦਰੋਂ ਪੰਜ ਸੀਗੇ, ਸਾਰੇ ਵਿਕਾਰ ਉਹਨਾਂ ਦੇ ਸੀ, ਤੇ ਤਾਂ ਇਹਨਾਂ ਨੇ ਉਹਨਾਂ ਦਾ ਧਿਆਨ ਬਦਲ ਦਿੱਤਾ, ਤੇ ਵਿਚਾਰੇ ਆਪ ਉਹ ਵਿਕਾਰ ਜਿਹੜਾ ਤ੍ਰਿਸ਼ਨਾ ਦਾ ਜਿਹੜਾ ਗੁਣ ਸੀ ਉਹ ਮਨ ਵਿੱਚ ਆਇਆ ਪਿਆ। ਕਿਉਂ? ਤ੍ਰਿਸ਼ਨਾ ਦੇ ਨਾਲ ਰਲਦਾ ਅੰਦਰੋਂ। ਸ਼ੱਕ, ਡਰ, ਜਿਹੜੇ ਕਈ ਹੁੰਦੇ ਨੇ ਡਰਪੋਕ ਹੀ ਬਹੁਤ ਹੁੰਦੇ ਆ, ਉਹ ਅੰਦਰ ਇੱਕ ਡਰ ਦੀ ਵੀ ਹੱਟ ਏ। ਇਹ ਡਰਪੋਕ ਕਿਉਂ ਹੋਗਾ? ਕਿਉਂਕਿ ਡਰ ਦਾ ਅੰਦਰੋਂ ਸੰਗ ਕਰਦਾ। ਜੇ ਅੰਦਰੋਂ ਡਰ ਦਾ ਸੰਗ ਹੀ ਨਾ ਕਰੇ, ਕਹਿੰਦੇ ਨੇ ਨਾ ਜੇ ਕੁਛ ਮੰਨੋ ਤਾਂ ਹੈ, ਜੇ ਨਾ ਮੰਨੋ ਤਾਂ ਨਹੀਂ ਹੈ। ਜੇ ਤੁਸੀਂ ਡਰ ਨੂੰ ਮੰਨੋਗੇ ਤੇ ਡਰ ਲੱਗੇਗਾ, ਡਰ ਦੀ ਹੱਟ ਤੇ ਅੰਦਰ ਜਾਓ ਹੀ ਨਾ, ਡਰ ਆਏਗਾ ਹੀ ਨਹੀਂ। ਮਨ ਤਾਂ ਨਿਰਭਉ ਏ ਨਿਰਵੈਰ ਏ, ਮਨ ਹੀ ਤਾਂ ਨਿਰੰਕਾਰ ਹੈ, ਪਰ ਉਹ ਨਿਰੰਕਾਰ ਆਪ ਦਾ ਪਛਾਣਦਾ ਨਹੀਂ, ਉਹ ਅੰਦਰ ਦੇ ਹੋਰ ਔਗਣਾਂ ਨੂੰ ਪਛਾਣੀ ਜਾਂਦਾ ਹੈ, ਜਿਹੜੇ ਅੰਦਰਲੀਆਂ ਚੀਜ਼ਾਂ ਨੂੰ ਦੇਖ ਰਿਹਾ। ਇਸੇ ਕਰਕੇ ਗੁਰਮੁਖਾਂ ਦਾ ਧਿਆਨ ਕਿਹੜੀ ਹੱਟ ਤੇ ਚਲਾ ਗਿਆ? ਚੌਥੀ ਹੱਟ ਵਿੱਚ ਚਲਾ ਗਿਆ, ਨਾਦ ਸ਼ਬਦ ਤੇ ਚਲਾ ਗਿਆ। ਇਸ ਕਰਕੇ ਉਹਨਾਂ ਵਿੱਚ ਉਹ ਗੁਣ ਪ੍ਰਵੇਸ਼ ਹੋ ਗਏ। ਮਨ ਉਹ, ਕਾਇਆ ਉਹ, ਪੰਜ ਤੱਤ। ਇਸ ਕਰਕੇ ਤੁਸੀਂ ਧਿਆਨ ਬਦਲੀ ਕਰਨਾ। ਤੇ ਜਦੋਂ ਸਾਰਾ ਪਰਿਵਾਰ ਬੈਠ ਕੇ ਸਿਮਰਨ ਕਰੇਗਾ, ਉਹ ਸਾਰਿਆਂ ਦਾ ਧਿਆਨ ਕਿੱਥੇ ਆ ਗਿਆ? ਵਾਹਿਗੁਰੂ ਵਿੱਚ, ਸੁੰਨ ਵਿੱਚ। ਤੇ ਵਾਰ-ਵਾਰ ਜਦੋਂ ਸਾਰਾ ਪਰਿਵਾਰ ਰਲ ਕੇ ਤੁਸੀਂ ਕਰੋਗੇ ਤੇ ਇਹ ਰੋਂਦੇ ਰਹਿ ਜਾਣਗੇ, ਕਹਿਣਗੇ ਤ੍ਰਿਸ਼ਨਾ ਰੋਏਗੀ ਅੱਜ ਕੱਲ ਮੇਰੀ ਹੱਟੀ ਤੇ ਨਹੀਂ ਆਉਂਦਾ, ਕਾਮ ਰੋਏਗਾ ਯਾਰ ਮੇਰੀ ਹੱਟੀ ਤੇ ਵੀ ਨਹੀਂ ਆਉਂਦਾ, ਕ੍ਰੋਧ ਰੋਏਗਾ ਯਾਰ ਪਹਿਲਾਂ ਸਾਡੇ ਨਾਲ ਰਲ ਕੇ ਚੱਲਦਾ ਹੀ, ਸਾਡੀਆਂ ਦੁਕਾਨਾਂ ਤੇ ਹੀ ਨਹੀਂ ਇਹ ਮਨ ਆਉਂਦਾ ਅੱਜ ਕੱਲ। ਫਿਰ ਇਕੱਠੇ ਹੋ ਕੇ ਵਿਚਾਰ ਕਰਦੇ ਆ ਵੀ ਇਹਨੂੰ ਤੋੜੀਏ। ਇਹ ਤਾਂ ਗਿਆ, ਜੇਕਰ ਇਹ ਸਾਡੀਆਂ ਹੱਟਾਂ ਤੇ ਨਾ ਆਇਆ ਤੇ ਇਹ ਤਾਂ ਗੁਣਵਾਨ ਹੋ ਜਾਏਗਾ। ਤਾਂ ਹੀ ਫਿਰ ਜਦੋਂ ਸਿਮਰਨ ਕਰਦੇ ਆ ਪਰਿਵਾਰ ਵਿੱਚ, ਇੱਕ ਅੱਧੇ ਨੂੰ ਇਹ ਪੱਟ ਲੈਂਦੇ ਆ, ਰਾਤ ਨੂੰ ਸਲਾਹ ਕਰਦੇ ਆ, ਜਦੋਂ ਅਸੀਂ ਸੁੰਨ ਵਿੱਚ ਚਲੇ ਜਾਂਦੇ ਆ ਸਲਾਹ ਕਰਦੇ ਆ ਪੱਟੋ ਇੱਕ ਨੂੰ, ਉਹ ਇੱਕ ਅੱਧਾ ਫਿਰ ਆ ਜਾਏਗਾ। ਸਵੇਰੇ ਤੋਂ ਸਿਮਰਨ ਕਰੋਗੇ, ਉਹ ਤੁਸੀਂ ਇਕੱਠੇ ਬਹਿ ਕੇ ਕਰੋਗੇ, ਉਹ ਕਹਿੰਗਾ ਮੈਂ ਤਾਂ ਨਹੀਂ ਕਰਦਾ। ਇਹ ਦਲਾਲੀ ਦਿੰਦੇ ਆ ਫਿਰ। ਤੇ ਜੇਕਰ ਅਸੀਂ ਸਾਰੇ ਪੱਕੇ ਰਹੀਏ, ਇਵੇਂ ਹੀ ਸੰਗਤ ਹੁੰਦੀ ਹੈ ਨਾ, ਜਦੋਂ ਆਪਾਂ ਸੰਗਤ ਰੂਪ ਹੋ ਕੇ ਸਿਮਰਨ ਕਰਦੇ ਆ, ਇਹ ਦੇਖ ਰਿਹਾ ਵੀ ਇਹ ਤਾਂ ਜੁੜ ਗਏ ਇੱਕ ਦੂਜੇ ਦੇ ਨਾਲ, ਇਹ ਤਾਂ ਨਿਕਲ ਜਾਣਗੇ, ਜਿੱਤ ਜਾਣਗੇ ਸਾਨੂੰ। ਇਵੇਂ ਫਿਰ ਇਹ ਸੰਗਤ ਰੂਪ ਵਿੱਚ ਵੀ ਜਿੰਨੇ ਕੁ ਹੁਣ 50 ਜੀਵ ਜੁੜੇ ਆ, ਇਹ 50 ਦੇ 50 ਨੂੰ ਕਹਿਣਗੇ ਕਿੰਨੇ ਕੁਛ ਤਾਂ ਤੋੜੋ ਵਿੱਚੋਂ। ਇਹ ਦਲਾਲੀ ਦਿੰਦੇ ਆ ਇੱਕ ਦੂਜੇ ਨੂੰ। ਜਿਹੜਾ ਇਹਨਾਂ ਦੇ ਵੱਸ ਆ ਜਾਂਦਾ ਉਹ ਧੜਾ ਬਣਾ ਜਾਂਦਾ। ਤੇ ਗੁਰਮੰਤਰ ਦੀ ਕਮਾਈ ਚ ਕਾਹਦਾ ਧੜਾ ਬਈ? ਬ੍ਰਹਮ ਦੇ ਵਿੱਚ ਕਾਹਦੇ ਧੜੇ? ਉਹ ਸਮਝੋ ਇਹਨਾਂ ਤੋਂ ਦਲਾਲੀ ਲੈ ਗਏ ਅੰਦਰੋਂ। ਆਪਾਂ ਤਾਂ ਵਾਹਿਗੁਰੂ ਕਰਕੇ ਇਹਨਾਂ ਦਾ ਸੰਗ ਛੱਡਣਾ ਸੀ। ਇਹ ਦੇਖਦੇ ਨੇ ਵੀ ਵਾਹਿਗੁਰੂ ਕਰਕੇ ਸਾਡਾ ਸੰਗ ਛੱਡ ਕੇ ਸਾਡੇ ਹੱਟਾਂ ਤੇ ਹੀ ਨਹੀਂ ਆਉਂਦੇ। ਤੇ ਜੇ ਸਾਡੀਆਂ ਹੱਟਾਂ ਤੇ ਨਾ ਆਇਆ, ਤ੍ਰਿਸ਼ਨਾ ਕਹਿੰਦੀ ਮੇਰੀ ਹੱਟ ਤੇ ਨਹੀਂ ਆਉਂਦਾ, ਲੋਭ ਕਹਿੰਦਾ ਮੇਰੀ ਹੱਟ ਤੇ ਨਹੀਂ ਆਉਂਦਾ, ਆਲਸ ਕਹਿੰਦਾ ਮੇਰੀ ਹੱਟ ਤੇ ਨਹੀਂ ਆਉਂਦਾ, ਡਰ ਕਹਿੰਦਾ ਮੇਰੀ ਹੱਟ ਤੇ ਨਹੀਂ ਆਉਂਦਾ, ਹੰਕਾਰ ਕਹਿੰਦਾ ਮੇਰੀ ਹੱਟ ਤੇ ਨਹੀਂ ਆਉਂਦਾ, ਅੰਦਰ 68 ਹੱਟਾਂ ਲੱਗ ਲੈ। ਉਹ ਕਿੱਥੇ ਜਾ ਕੇ ਬਹਿਣ ਲੱਗ ਗਿਆ? ਉਹ ਗੁਰਮੰਤਰ ਦੀ ਹੱਟ ਤੇ ਜਾ ਕੇ ਬਹਿਣ ਲੱਗ ਗਿਆ, ਸੁੰਨ ਚ ਬਹਿਣ ਲੱਗ ਗਿਆ, ਉਹ ਫੁਰਨਾ ਲੈਂਦਾ ਹੀ ਨਹੀਂ। ਇਸ ਕਰਕੇ ਉਹ ਵਿਕਾਰਾਂ ਤੋਂ ਰਹਿਤ ਹੋ ਜਾਂਦਾ। ਤੇ ਇਸ ਕਰਕੇ ਜਦੋਂ ਇੱਕ ਪਰਿਵਾਰ ਇਹਨਾਂ ਦੇ ਨਾਲ ਨਾ ਰਲੇਗਾ, ਚਾਹੇ ਤੁਸੀਂ 10 ਜਣੇ ਹੋ ਤੇ ਸਿਮਰਨ ਕਰੋਗੇ, ਸੁੰਨ ਵਿੱਚ ਜਾਓਗੇ, ਤੁਹਾਡੇ ਵਿਚਾਰ ਇੱਕ ਹੋ ਜਾਣਗੇ। ਮਾਂ-ਬਾਪ ਦੀ ਬਣਨ ਲੱਗ ਜਾਏਗੀ, ਧੀਆਂ ਪੁੱਤਰਾਂ ਦੀ ਬਣਨ ਲੱਗ ਜਾਏਗੀ, ਤੁਹਾਡੇ ਪਤੀ ਪਤਨੀ ਦੀ ਬਣਨ ਲੱਗ ਜਾਏਗੀ, ਇੱਕ ਹੋ ਜਾਓਗੇ ਤੁਸੀਂ। ਕਿਉਂਕਿ ਸਿਮਰਨ ਕਰੋਗੇ ਇਕੱਠੇ ਬਹਿ ਕੇ, ਸਿਮਰਨ ਕਰੋਗੇ ਤੇ ਨਾਲ ਬ੍ਰਹਮ ਦਾ ਗਿਆਨ ਵੀ ਲਓ। ਤਾਂ ਹੀ ਕਹਿੰਦੇ ਰੋਜ਼ ਘੱਟੋ ਘੱਟ 1 ਘੰਟਾ ਕਥਾ ਸੁਣਨੀ ਜ਼ਰੂਰੀ ਹੈ। ਘੱਟੋ ਘੱਟ ਵੱਧ ਜਿੰਨੀ ਮਰਜ਼ੀ ਸੁਣੋ, 2 ਘੰਟੇ ਸੁਣੋ, 3 ਘੰਟੇ ਸੁਣੋ, ਨਾਲ ਸਿਮਰਨ ਕਰੋ, ਗੁਰਬਾਣੀ ਵੀ ਪੜੋ, ਵਿਚਾਰੋ, ਕੀਰਤਨ ਸੁਣੋ, ਕਿਉਂਕਿ ਉਹਦੇ ਤੋਂ ਬ੍ਰਹਮ ਦਾ ਗਿਆਨ ਮਿਲਦਾ ਤੇ ਤੁਹਾਡੇ ਵਿਚਾਰ ਬਦਲੀ ਹੋ ਜਾਣਗੇ। ਵਿਚਾਰ ਕਿਵੇਂ ਬਦਲੀ ਹੋਣਗੇ? ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਵਾਕਈ ਇਹ ਤਾਂ ਅਸੀਂ ਤਾਂ ਸਹਿਜ ਵਿੱਚ ਹੁੰਦੇ ਆ। ਇੱਥੇ ਕਥਾ ਵਿੱਚ ਆ ਕੇ ਕਿਉਂ ਸਹਿਜ ਵਿੱਚ ਹੋ ਜਾਂਦੇ ਹੋ ਤੁਸੀਂ? ਤੁਹਾਡਾ ਧਿਆਨ ਉਧਰੋਂ ਹਟਾ ਕੇ ਬ੍ਰਹਮ ਵਿੱਚ ਲਵਾ ਦਿੱਤਾ ਜਾਂਦਾ, ਸੁੰਨ ਵਿੱਚ ਤੁਹਾਡਾ ਮਨ ਚਲਾ ਜਾਂਦਾ, ਸੁੱਖ ਆ ਜਾਂਦਾ ਤੁਹਾਨੂੰ। ਤੇ ਜੇ ਹੁਣ ਤੁਹਾਨੂੰ ਇਹ ਫਿਰ ਵਿਚਾਰ ਦੇਣ, ਤੁਹਾਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਤਾਂ ਆਪਦੀਆਂ ਹੱਟਾਂ ਤੇ ਲੈ ਕੇ ਜਾਣਾ, ਤੁਸੀਂ ਉੱਥੇ ਤੁਹਾਡੇ ਕੋਲ ਇੱਕ ਸ਼ਸਤਰ ਹੈ, ਪਹਿਲਾਂ ਤਾਂ ਆਪਦੇ ਮਨ ਨੂੰ ਮੋੜੋ। ਜੇ ਨਹੀਂ ਟਿਕਦਾ ਵਿਚਾਰ, ਨਾਲੋਂ ਨਾਲ ਸ਼ਸਤਰ ਮਾਰੋ ਇਹਨਾਂ ਨੂੰ ਖਿੱਚ ਕੇ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਏ। ਕਿਹੜਾ ਸ਼ਸਤਰ ਹੈ? ਵਾਹ ਗੁਰੂ ਵਾਹ ਗੁਰੂ, ਭਜਾ ਦਿਓ ਇਹਨੂੰ ਪਿੱਛੇ, ਹਟ, ਮੈਂ ਨਹੀਂ ਫੁਰਨਾ ਲੈਣਾ ਤੇਰਾ। ਪਹਿਲਾਂ ਤਾਂ ਧਿਆਨ ਮੋੜੋ, ਨਹੀਂ ਮੁੜਦਾ ਗੁਰਮੰਤਰ ਦਾ ਸ਼ਸਤਰ ਮਾਰ ਕੇ ਇਹਨਾਂ ਨੂੰ ਭਜਾ ਦਿਓ। ਇਹ ਕਹਿੰਦੇ ਤਾਂ ਸਿਆਣੇ ਹੋ ਗਏ, ਸਾਡੇ ਤੋਂ ਤਾਂ ਵਿਚਾਰ ਲੈਂਦੇ ਹੀ ਨਹੀਂ। ਇਸ ਕਰਕੇ ਜਦੋਂ ਮਨ ਵਿਚਾਰਾਂ ਤੋਂ ਰਹਿਤ ਹੋ ਗਿਆ, ਇਹ ਕਾਇਆ ਨੂੰ ਵੀ ਸੁੱਖ ਮਿਲਣ ਲੱਗ ਜਾਂਦਾ ਹੈ। ਕਿਉਂਕਿ ਮਨ ਵਿਚਾਰ ਨਹੀਂ ਲਏਗਾ ਤੇ ਕਾਇਆ ਦੇ ਆਪਣੇ ਆਪ ਨਹੀਂ ਵਿਚਾਰ ਬਣਦੇ, ਕਿਉਂਕਿ ਇਹ ਤਾਂ ਇਹਦੇ ਅਧੀਨ ਕੀਤੀ ਹੈ। ਤੇ ਕਾਇਆ ਦੇ ਵੀ ਹੌਲੀ ਹੌਲੀ ਤੱਤ ਸਿਆਣੇ ਹੋਣ ਲੱਗ ਜਾਂਦੇ ਆ। ਇਹ ਕਾਇਆ ਵੀ ਗੁਰਮੁਖ ਬਣਨ ਲੱਗ ਜਾਂਦੀ ਹੈ।
ਹੌਲੀ ਹੌਲੀ ਇਹ ਸਾਰੇ ਤੱਤ ਜਿਹੜੇ ਨੇ ਫਿਰ ਮਨ ਵੇਖਦਾ ਮੈਂ ਤਾਂ ਵਿਚਾਰਾਂ ਤੋਂ ਰਹਿਤ ਹੋ ਗਿਆ, ਜਿਹੜੇ ਕਾਇਆ ਦੇ ਤੱਤ ਨੇ, ਜਿਹੜੀ 84 ਲੱਖ ਜੂਨ ਹੈ, ਇਹਨੂੰ ਵੀ ਕਾਲ ਨੇ ਫਸਾਇਆ ਹੋਇਆ, ਹੁਣ ਇਹਨਾਂ ਨੂੰ ਵੀ ਚੱਲ ਮੈਂ ਰਹਿਤ ਕਰਾ ਦਿਆਂ। ਇਸ ਕਰਕੇ ਜਦੋਂ ਦੇਖਦਾ ਕਾਇਆ ਦੇ ਤੱਤ ਆਪਸ ਵਿੱਚ ਉਲਝਦੇ ਆ, ਇਸ ਕਾਇਆ ਦੇ ਵਿੱਚ ਵਿਚਾਰ ਵੱਧਦੇ ਆ, ਨਾਲੋਂ ਨਾਲੋਂ ਸਿਮਰਨ ਕਰਕੇ ਅੰਮ੍ਰਿਤ ਛਿੜਕ ਕੇ ਇਸ ਕਾਇਆ ਨੂੰ ਵੀ ਠੰਡਾ ਰੱਖਦਾ। ਆਪ ਦੇ ਵਿਚਾਰ ਵੀ ਖਤਮ, ਇਸ ਕਾਇਆ ਦੇ ਤੱਤਾਂ ਦੇ ਵਿਚਾਰ ਵੀ ਉਹ ਅੰਮ੍ਰਿਤ ਰਸ ਪਾ ਕੇ ਗੁਰਮੰਤਰ ਕਰਕੇ ਇਸ ਕਾਇਆ ਨੂੰ ਵੀ ਸੁੱਖ ਦਿੰਦਾ। ਇਹ ਫਿਰ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਕੇ ਮਨ ਤੇ ਇਹ ਕਾਇਆ ਦੇ ਤੱਤ, ਜਿੰਨਾ ਵੀ ਇਹ ਸਾਰਾ ਪਰਿਵਾਰ ਸੰਸਾਰ ਹੈ, ਇਹ ਮੁਕਤ ਹੋ ਕੇ ਸੱਚਖੰਡ ਦੇ ਵਿੱਚ ਜਾਂਦਾ ਹੈ। ਇਸ ਤਰੀਕੇ ਕਿਉਂ? ਉਹਨੂੰ ਪਤਾ ਲੱਗ ਗਿਆ ਵੀ ਜਿਹੜੀਆਂ ਹੱਟਾਂ ਕਰਕੇ, ਜਿਹੜੇ ਕਾਲ ਦੇ ਜਾਲ ਕਰਕੇ, ਜਿਹੜੇ ਵਿਚਾਰਾਂ ਕਰਕੇ ਅਸੀਂ ਫਸੇ ਹੋਏ ਸੀ, ਉਹ ਵਿਚਾਰ ਕਰ ਦਿੱਤੇ ਬੰਦ। ਤੇ ਹੁਣ ਕਿਹੜੇ ਵਿਚਾਰ ਲੈਂਦੇ ਆ? ਅਕੱਥ ਦੇ ਵਿਚਾਰ, ਬ੍ਰਹਮ ਦੀ ਵਿਚਾਰ। ਆਓ ਫਿਰ ਕਰੀਏ ਸ਼ੁਰੂ ਅਭਿਆਸ, ਜਿੰਦੇ ਨਾਲ ਆਪਣੇ ਵਿਚਾਰ ਇੱਕ ਹੋ ਜਾਣਾ। ਇਧਰੋਂ ਇਹਨਾਂ ਦੇ ਖਤਮ ਕਰ ਦੇਣੇ ਨੇ, ਇਧਰੋਂ ਨਾਮ ਦਾ ਵਿਚਾਰ ਲੈ ਕੇ ਸੁਣ ਵਿੱਚ ਚਲੇ ਜਾਣਾ। ਹਾਂਜੀ, ਕਰੋ ਸ਼ੁਰੂ ਜੀ। ਵਾਹਿਗੁਰੂ 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 ਕਰੋ 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 ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸੇ ਤਰੀਕੇ ਗੁਰਮੰਤਰ ਦਾ ਅਭਿਆਸ ਕਰਕੇ ਆਪਾਂ ਇੱਕ ਸਾਰਾ ਪਰਿਵਾਰ ਜੇਕਰ ਇਹ ਸਮਝ ਕੇ ਚੱਲ ਪਵੇ, ਇੱਕ ਸੰਗਤ, ਇੱਕ ਪਰਿਵਾਰ, ਤੇ ਆਪਾਂ ਉਸੇ ਤਰੀਕੇ ਹੀ ਇੱਕ ਦੂਜੇ ਦੇ ਨਾਲ ਪਿਆਰ ਬਣਾ ਲਵਾਂਗੇ। ਜਿਵੇਂ ਪਹਿਲੇ ਦਿਨੋਂ ਆਪਾਂ ਨਿਰੰਕਾਰ ਚੋਂ ਪ੍ਰਗਟ ਹੋ ਕੇ ਸਾਰਾ ਪਰਿਵਾਰ ਇੱਥੇ ਆਏ ਸੀ, ਉਸ ਪਹਿਲੇ ਦਿਨ ਤੋਂ ਆਪਾਂ ਇਕੱਠੇ ਆਏ ਸੀ ਇਸ ਧਰਤੀ ਤੇ ਖੇਲਣ। ਪਰ ਪਾਟੇ ਕਿਵੇਂ? ਆਪਸ ਚ ਦੁਫਾੜ ਕਿਵੇਂ ਹੋਏ, ਕਿਵੇਂ ਧੜੇ ਬਣੇ, ਕਿਵੇਂ ਸਕੇ ਸੰਬੰਧੀ ਦੁਸ਼ਮਣ ਬਣੇ। ਇਸੇ ਤਰੀਕੇ ਹੀ ਆਪਦੇ ਦੇਸ਼, ਆਪਦੀਆਂ ਹੱਟਾਂ, ਆਪਦੇ ਨਾਮ ਦਾ, ਸੁਣ ਦਾ, ਸੱਚ ਦਾ ਧਿਆਨ ਛੱਡ ਕੇ ਆਪਾਂ ਇਹ ਬਗਾਨੇ ਦੇਸ਼, ਇਹਨਾਂ ਪੰਜਾਂ ਵਿਚਾਰਾਂ ਦੇ ਵਿੱਚ, ਇਹਨਾਂ ਦੀਆਂ ਹੱਟਾਂ ਦੇ ਵਿੱਚ ਆ ਕੇ ਧਿਆਨ ਪਰਪੱਕ ਕਰ ਲੈ। ਤੇ ਇਹਨਾਂ ਦੇ ਵਿੱਚ ਸਹਿਜ ਨਹੀਂ ਹੈਗੀ, ਇੱਕ ਦੂਜੇ ਦੇ ਨਾਲ ਰਲ ਕੇ ਨਹੀਂ ਚੱਲਦੇ। ਇਹ ਪੰਜ ਖੁਦ ਵੀ ਆਪਸ ਵਿੱਚ ਲੜਦੇ ਆ, ਜਿਹਨੂੰ ਕਹਿੰਦੇ ਨੇ ਕਲਯੁਗ ਮੈਂ ਧੜੇ ਪੰਜ, ਚੋਰ ਝਗੜਾਏ, ਕਾਮ ਕ੍ਰੋਧ ਲੋਭ ਅਭਿਮਾਨ ਵਧਾਏ। ਇਵੇਂ ਹੀ ਇੱਕ ਇਹ ਕੋਈ ਵੀ ਹੁਣ ਇੱਕ ਇਵੇਂ ਗੁਰਮੁਖ ਸੀਗੇ, ਭਾਈ ਸਾਹਿਬ ਵੱਡੇ ਗੁਰਮੁਖ ਸੀਗੇ, ਉਹਨਾਂ ਨੇ ਆ ਕੇ ਇਸੇ ਤਰੀਕੇ ਹੀ ਸ਼ਬਦ ਦਾ ਅਭਿਆਸ ਕਰਵਾਇਆ, ਭੇਤ ਦਿੱਤਾ, ਇੱਕ ਮਿਕ ਹੋ ਕੇ ਆਪਾਂ ਚੱਲਦੇ ਆ। ਇਸੇ ਤਰੀਕੇ ਹੀ ਕੁਛ ਨੂੰ ਵਿੱਚੋਂ ਦਲਾਲੀ ਦੇ ਲੈਂਦੇ ਆ ਸਾਰੇ। ਜਦੋਂ ਇੱਕ ਇਸ ਧਿਆਨ ਨੂੰ ਪਰਪੱਕਤਾ ਨਹੀਂ ਕਰਦੇ, ਜਿੰਨੀ ਦੇਰ ਤੱਕ ਸਾਡਾ ਧਿਆਨ ਸੁਣ ਸਿਮਰਨ ਦੇ ਵਿੱਚ, ਨਾਦ ਦੇ ਵਿੱਚ ਨਹੀਂ ਸਮਾਉਂਦਾ, ਸੱਚ 'ਚ ਨਹੀਂ ਪਰਪੱਕ ਹੁੰਦਾ, ਇਹ ਸਾਨੂੰ ਮੋੜ ਘੋੜ ਕੇ ਜਿਹੜੇ ਆ ਅੰਦਰੋਂ ਹੱਟਾਂ ਤੇ ਲੈ ਜਾਂਦੇ ਨੇ। ਜਦੋਂ ਹੀ ਅਸੀਂ ਅੰਦਰ ਤ੍ਰਿਸ਼ਨਾ ਦੀ ਹੱਟ ਤੇ ਜਾਵਾਂਗੇ, ਤੇ ਜੇ ਅਭਿਆਸ ਕਰਕੇ ਅਕਥ ਕਥਾ ਸੁਣ ਕੇ, ਇਹ ਸੁਣੋ ਹੁਣ ਤੁਸੀਂ, ਅਭਿਆਸ ਕਰਕੇ ਕਥ ਕਥਾ ਸੁਣ ਕੇ ਕਿਰਪਾ ਲੈਣ ਤੋਂ ਬਾਵਜੂਦ ਤੁਸੀਂ ਫਿਰ ਜਾ ਕੇ ਇਹਨਾਂ ਦੀਆਂ ਹੱਟਾਂ ਤੇ ਬਹਿ ਜਾਓਗੇ, ਤੇ ਤੁਸੀਂ ਫਿਰ ਜੂਨਾਂ ਵਿੱਚ ਆ ਜਾਓਗੇ। ਤੇ ਫਿਰ ਪੈਦਾ ਕੀ ਹੋਇਆ ਉਸ ਅਭਿਆਸ ਦਾ? ਵੀ ਫਿਰ ਜਾ ਕੇ ਜੇ ਅੰਦਰ ਤ੍ਰਿਸ਼ਨਾ ਦੀ ਹੱਟ ਤੇ ਬਹਿਣਾ, ਫਿਰ ਜਾ ਕੇ ਅੰਦਰ ਦੁਬਦਾ ਦੀ ਹੱਟ ਤੇ ਬਹਿਣਾ। ਇਹ ਹੱਟਾਂ ਜਿਹੜੀਆਂ ਨੇ ਇਹ ਖਤਮ ਨਹੀਂ ਹੁੰਦੀਆਂ, ਇਹ ਬੰਦ ਹੋ ਜਾਂਦੀਆਂ ਨੇ। ਬੰਦ ਤੋਂ ਭਾਵ ਮਨ ਜਦੋਂ ਇਧਰੋਂ ਧਿਆਨ ਮੋੜ ਲੈਂਦਾ, ਇਹ ਬੰਦ ਹੋ ਜਾਂਦੇ ਨੇ। ਤੇ ਜੇ ਦੁਬਾਰਾ ਜਾ ਕੇ ਧਿਆਨ ਅੰਦਰ ਹਉਮੈ ਤੇ ਲਾ ਦਿਓਗੇ, ਤੇ ਹਉਮੈ ਨੇ ਫਿਰ ਹੱਟ ਖੋਲ ਦੇਣੀ ਹੈ। ਇਸ ਕਰਕੇ ਅਖੀਰੀ ਸਵਾਸ ਤੱਕ ਦਾ ਖੇਲ ਏ ਵੀ ਇਹ ਹਉਮੈ ਦੀਆਂ, ਜਿੰਨੀਆਂ ਇਹ ਹਉਮੈ ਦੀਆਂ 68 ਹੱਟਾਂ ਨੇ, ਇਹਨਾਂ ਤੋਂ ਧਿਆਨ ਮੋੜ ਕੇ ਰੱਖਣਾ। ਤੇ ਤਾਂ ਹੀ ਵਾਰ-ਵਾਰ ਅਸੀਂ ਗੁਰਮੰਤਰ, ਨਾਦ, ਸੰਗਤ, ਸੱਚ ਨੂੰ ਪਰਪੱਕ ਕਰੀ ਜਾਂਦੇ ਆ ਵੀ ਕਿਤੇ ਸਾਡਾ ਧਿਆਨ ਜਿਹੜਾ ਹੈ ਇੱਧਰ ਦੁਬਾਰੇ ਨਾ ਚਲਾ ਜਾਏ। ਤਾਂ ਹੀ ਸੰਗਤ ਵਿੱਚ ਆਉਨੇ ਆ, ਸਾਨੂੰ ਆ ਕੇ ਪਤਾ ਲੱਗਦਾ ਹੈ ਵੀ ਸਾਡਾ ਧਿਆਨ ਦੁਬਾਰਾ ਤਾਂ ਨਹੀਂ ਇਹਨਾਂ ਵਿੱਚ ਚਲਾ ਗਿਆ। ਤਾਂ ਹੀ ਇੱਕ ਦੂਜੇ ਦਾ ਸੰਗ ਕਰਨਾ ਜ਼ਰੂਰੀ। ਅਸੀਂ ਇਕੱਲੇ ਹੋ ਕੇ ਨਹੀਂ ਨਿਕਲ ਸਕਦੇ, ਰਲ ਕੇ ਸਿਮਰਨ ਕਰਨੇ ਆ, ਉਹ ਛੇਤੀ ਬਣਦਾ ਕੰਮ। ਇਹਨਾਂ ਨੇ ਸੰਗਤ ਵਿੱਚ ਵੀ ਦੁਫਾੜ ਕਰਨਾ, ਜਿਹੜੀ ਨਾਮਲੇਵਾ ਸੰਗਤ ਹੈ ਉੱਥੇ ਵੀ ਇਹ ਵਿਚਾਰ ਬਦਲੀ ਕਰਕੇ ਦੁਫਾੜ ਕਰਨਗੇ। ਪਰਿਵਾਰਾਂ ਵਿੱਚ ਵੀ, ਰਿਸ਼ਤੇਦਾਰਾਂ ਵਿੱਚ ਵੀ। ਕਿਵੇਂ?
ਇਹ ਅਲੱਗ-ਅਲੱਗ ਹੱਟਾਂ ਤੇ ਧਿਆਨ ਲੱਗ ਜਾਂਦਾ, ਪੁਆਇੰਟਾਂ ਅੰਦਰੋਂ ਅਲੱਗ-ਅਲੱਗ, ਉਹ ਵਿਚਾਰ ਅਲੱਗ ਬਦਲੀ ਹੋ ਜਾਂਦੇ ਨੇ। ਵਿਚਾਰ ਇੱਕ ਉਦੋਂ ਹੋਣਗੇ ਜਦੋਂ ਸਿਮਰਨ ਕਰਾਂਗੇ ਰਲ ਕੇ। ਫਿਰ ਚਾਹੇ ਜਿੱਦਾਂ ਮਰਜ਼ੀ ਜੋ ਵੀ ਵਿਚਾਰ ਹੈ, ਜਿਹੜੀ ਵੀ ਉਹ ਹੱਟ ਤੇ ਬੈਠਾ, ਜਿਹੜੇ ਵੀ ਪੁਆਇੰਟ ਤੇ ਬੈਠਾ, ਜਦੋਂ ਗੁਰਮੰਤਰ ਕਰੇਗਾ ਉਧਰੋਂ ਧਿਆਨ ਹਟ ਕੇ ਉਹਦਾ ਸੁੰਨ ਵਿੱਚ ਆ ਜਾਏਗਾ। ਤੇ ਸੁੰਨ ਇੱਕ ਏ, ਸੁੰਨ ਦੋ ਤਰੀਕਿਆਂ ਦੀ ਨਹੀਂ ਹੈਗੀ। ਸੁੰਨ ਇੱਕ ਏ, ਸੁੰਨ ਭਾਵ ਕਿ ਜਦੋਂ ਵਿਚਾਰਾਂ ਤੋਂ ਰਹਿਤ ਹੋ ਗਿਆ ਉਹ ਇੱਕ ਹੋ ਗਿਆ। ਜਿਵੇਂ ਅਸੀਂ ਜਦੋਂ ਸੌਂ ਜਾਂਦੇ ਹਾਂ ਉਦੋਂ ਕੋਈ ਸਾਡੀ ਦੁਸ਼ਮਣੀ ਨਹੀਂ ਹੁੰਦੀ, ਕੋਈ ਸਾਡਾ ਲੋਭ ਨਹੀਂ ਹੁੰਦਾ, ਕੋਈ ਸਾਡੀ ਠੱਗੀ ਨਹੀਂ, ਕੋਈ ਚੋਰੀ ਨਹੀਂ, ਕੋਈ ਯਾਰੀ ਨਹੀਂ। ਜਦੋਂ ਆਪਾਂ ਸੌਂ ਗਏ ਕਿੰਨਾ ਆਨੰਦ ਹੁੰਦਾ, ਕੋਈ ਪਤਾ ਹੁੰਦਾ ਵੀ ਆਪਾਂ ਕੌਣ ਆ, ਕਿੱਥੋਂ ਆਏ, ਉਹ ਸੁੰਨ ਹੁੰਦੀ ਆ ਉਹ। ਇਸੇ ਤਰੀਕੇ ਸਿਮਰਨ ਕਰਕੇ ਉਸ ਅਵਸਥਾ ਚਲੇ ਜਾਓ, ਉੱਥੇ ਪਰਫੈਕਟਤਾ ਕਰੋ ਮਨ ਦੀ। ਵਾਰ-ਵਾਰ ਜਦੋਂ ਸੁੰਨ ਵਿੱਚ ਬੈਠਾਂਗੇ ਉੱਥੋਂ ਫਿਰ ਸਾਡਾ ਮਨ ਉਸ ਸੱਚ ਦੀ ਖੋਜ ਕਰ ਲੈਂਦਾ। ਜਦੋਂ ਸੱਚ ਤੇ ਧਿਆਨ ਲੱਗ ਜਾਂਦਾ ਫਿਰ ਉੱਥੇ ਘਰ ਦਾ ਵਾਸੀ ਹੋ ਜਾਂਦਾ। ਫਿਰ ਸਾਨੂੰ ਧਿਆਨ ਦਾ ਖੇਲ, ਤਾਂ ਹੀ ਧਿਆਨ ਦਾ ਖੇਲ ਜਿੰਨਾ ਚਿਰ ਨਹੀਂ ਨਾ ਆਪਾਂ ਸਿੱਖਦੇ ਵੀ ਧਿਆਨ ਲਾਉਣਾ ਕਿੱਥੇ ਹੈ। ਗੁਰਮੰਤਰ ਦੁਆਰਾ ਧੁਨ ਵਿੱਚ ਧਿਆਨ ਲਗਾ ਕੇ ਉਸ ਤੋਂ ਬਾਅਦ ਸੁੰਨ ਵਿੱਚ ਲਿਜਾ ਕੇ ਸ਼ਬਦਾਂ ਦੇ ਉੱਤੇ ਕਿਵੇਂ ਧਿਆਨ ਲੱਗ ਕੇ ਕਿਵੇਂ ਸੱਚ ਵਿੱਚ ਇਹ ਕਾਇਆ ਦੇ ਵਿੱਚੋਂ ਰਹਿਤ ਹੋਣਾ ਨਹੀਂ ਨਾ ਆਪਾਂ ਸਿੱਖਦੇ, ਇਹ ਪੰਜਾਂ ਦੀਆਂ ਹੱਟਾਂ ਤੋਂ ਰਹਿਤ ਹੋਣਾ ਸਿੱਖਦੇ। ਵਿਚਾਰ ਇੱਕ ਨਹੀਂ ਹੁੰਦੇ। ਇਸ ਤਰੀਕੇ ਆਪਾਂ ਨੂੰ ਵਿਚਾਰ ਆਉਂਦੇ ਨੇ, ਫਸਾਉਂਦੇ ਨੇ ਅਲੱਗ-ਅਲੱਗ ਵਿਚਾਰ ਦੇ ਕੇ। ਤਾਂ ਹੀ ਪਰਪਕਤ ਜੀ ਦੀ ਜਿੱਥੇ ਪਰਪਕਤਾ ਹੋ ਜਾਂਦੀ ਹੈ ਬਸ ਉਵੇਂ ਦਾ ਹੋ ਜਾਂਦਾ। ਆਪਾਂ ਕਹਿੰਦੇ ਆ ਉਹ ਬੰਦਾ ਕਰੋਧੀ ਬਹੁਤ ਹੈ, ਨਾ ਉਹ ਤਾਂ ਲੋਭੀ ਬਹੁਤ ਹੈ। ਇਵੇਂ ਰੇਕਦੇ ਆਪਾਂ ਨੂੰ ਗੁਣ ਔਗਣ ਪਤਾ ਹੁੰਦੇ ਨੇ। ਉਹ ਹੁਣ ਉਸੇ ਹੱਟ ਤੇ ਬੈਠਾ ਹੈ, ਇਸੇ ਬੈਠਾ ਰਵੇ ਜਿੰਨੀ ਦੇਰ ਤੱਕ ਉਹ ਪੂਰਨ ਗੁਰੂ ਨਾ ਮਿਲੇਗਾ, ਸੰਗਤ ਨਾ ਮਿਲੇਗੀ, ਬੈਠਾ ਰਹੇਗਾ। ਭਾਵੇਂ 4 ਯੁੱਗ ਬੈਠਾ ਰਹੇਗਾ, ਉਹ ਕਰੋਧੀ ਰਹੇਗਾ। ਨਾ ਉਹਦਾ ਧਿਆਨ ਕੋਈ ਆ ਕੇ ਬਦਲੀ ਕਰੇ, ਨਾ ਉਹਨੂੰ ਕੋਈ ਨਾਮ ਜਪਾ ਕੇ ਉੱਥੋਂ ਦੀ ਸੁਰਤੀ ਨੂੰ ਅਲੱਗ ਕਰੇ, ਬੈਠਾ ਰਹੇਗਾ। ਇਸੇ ਤਰੀਕੇ ਤੁਹਾਨੂੰ ਕਹਿੰਦੇ ਆ ਵੀ ਇਹ ਗਿਆਨ ਲੈ ਕੇ, ਸਿਮਰਨ ਲੈ ਕੇ ਆਪਾਂ ਨਿਰਮਲ ਹੁੰਦੇ ਜਾਣਾ। ਕਈ ਤਾਂ ਗਿਆਨ ਨਾਮ ਸਿਮਰਨ ਕਰਕੇ ਵੀ ਫਿਰ ਜੇ ਤੁਸੀਂ ਇਹਨਾਂ ਦੇ ਨਾਲ ਰਲਣਾ ਹੈ, ਫਿਰ ਇੱਕ ਦੂਜੇ ਨੂੰ ਟੀਚਰਾਂ ਹੀ ਕਰਨੀਆਂ ਨੇ, ਫਿਰ ਇੱਕ ਦੂਜੇ ਦੀ ਪ੍ਰਥਾ ਦੁਬਦਾ ਹੀ ਕਰਨੀ, ਤੇ ਫਿਰ ਗਿਆਨ ਤੇ ਸਿਮਰਨ ਦਾ ਫਾਇਦਾ ਕੀ ਹੋਇਆ? ਕਿ ਲੋਕਾਚਾਰੀ ਵਾਸਤੇ ਹੀ ਕਰੀ ਜਾਂਦੇ ਜੀ ਸਾਰਾ ਕੁਝ। ਅੰਦਰ ਲੋਕਾਚਾਰੀ ਦੀ ਵੀ ਹੱਟ ਹੈ, ਉਹ ਉੱਥੇ ਪਰਪੱਕ ਕਰਵਾਇਆ ਹੋਇਆ ਵੀ ਚੱਲ ਤੂੰ ਕੀ ਲੈਣਾ ਹੈ, ਤੂੰ ਵਾਹ ਕਰਾ ਆਪਦੀ। ਜੇ ਸਾਰਾ ਕੁਝ ਲੈ ਦੇ ਕੇ ਵੀ ਬ੍ਰਹਮ ਦੀ ਵਿਚਾਰ ਸੁਣ ਕੇ ਵੀ ਇਹਨਾਂ ਦਾ ਸੰਗ ਕਰਨਾ, ਤੇ ਕੀ ਤੁਹਾਡੇ ਤੇ ਅਸਰ ਹੋਇਆ? ਕੋਈ ਅਸਰ ਨਹੀਂ। ਫਿਰ ਇੱਕ ਦੂਜੇ ਨੂੰ ਟੀਚਰਾਂ ਦਵੈਤ ਕਰਨੀ, ਦੁਬਦਾ ਕਰਨੀ। ਜੇ ਬ੍ਰਹਮ ਦੀ ਵਿਚਾਰ ਸੁਣ ਕੇ ਧੜੇ ਬਣ ਜਾਂਦੇ ਆ, ਬ੍ਰਹਮ ਦੀ ਵਿਚਾਰ ਸੁਣ ਕੇ ਲੜਾਈਆਂ, ਬ੍ਰਹਮ ਦੀ ਵਿਚਾਰ ਸੁਣ ਕੇ ਲੋਭ ਨਹੀਂ ਟੁੱਟਿਆ, ਬ੍ਰਹਮ ਦੀ ਵਿਚਾਰ ਸੁਣ ਕੇ ਨਹੀਂ ਇੱਕ ਨਹੀਂ ਹੋਏ ਅਸੀਂ, ਮਤਲਬ ਬ੍ਰਹਮ ਦੀ ਵਿਚਾਰ 'ਚ ਕੋਈ ਫਰਕ ਨਹੀਂ, ਅਸੀਂ ਸਮਝਿਆ ਹੀ ਨਹੀਂ ਵੀ ਇਹ ਕਰਨਾ ਕੀ ਸੀ, ਧਿਆਨ ਹੀ ਨਹੀਂ ਬਦਲੀ ਕੀਤਾ। ਫਿਰ ਚਾਹੇ ਬ੍ਰਹਮ ਦੀ ਵਿਚਾਰ ਉੱਥੇ ਕੀ ਕਰੂਗੀ? ਜੇ ਗੁਰਬਾਣੀ ਪੜ੍ਹ ਕੇ ਧਿਆਨ ਹੀ ਨਹੀਂ ਬਦਲੀ ਹੋਇਆ ਤੇ ਜਿੰਨੀ ਮਰਜ਼ੀ ਪੜ੍ਹੀ ਜਾਓ ਫਿਰ ਕੋਈ ਅਸਰ ਨਹੀਂ। ਗੁਰਮੰਤਰ ਕਰ ਕਰਕੇ ਤੁਹਾਡੇ ਮਨ 'ਚ ਨਿਰਮਲਤਾ ਤਾਂ ਹੀ ਕਹਿੰਦੇ ਆ ਨਾ, ਜੇ ਮਨ ਦਾ ਸੁਭਾਅ ਹੀ ਨਹੀਂ ਬਦਲਿਆ ਤੇ ਫਿਰ ਕੀ ਬਦਲਿਆ? ਫਿਰ ਕੋਈ ਫਾਇਦਾ ਨਹੀਂ, ਜੋ ਮਰਜ਼ੀ ਤੁਸੀਂ ਕਰੀ ਜਾਓ। ਜੇ ਇਹਨਾਂ ਦਾ ਸੰਗ ਹੀ ਨਹੀਂ ਛੱਡਣਾ, ਜਿੱਥੇ ਤੁਹਾਡਾ ਧਿਆਨ ਹੈ, ਜਿਹੜੀ ਹੱਟ ਤੇ ਧਿਆਨ ਹੈ, ਤੇ ਇਹ ਕਾਲ ਦੀਆਂ 68 ਹੱਟਾਂ ਵਿੱਚ ਜੂਨਾਂ ਨੇ, ਉਸੇ ਜੂਨ ਵਿੱਚ ਲੈ ਜਾਣਗੇ। ਸੋ ਇੱਕ ਬੜਾ ਜ਼ਿੰਮੇਵਾਰ ਬਣਨਾ ਪੈਂਦਾ ਮਨ ਨੂੰ, ਆਪ ਵੀ ਮੁਕਤ ਹੋਵੇ ਤੇ ਸੰਸਾਰ ਨੂੰ ਵੀ, ਇਸ ਸਰੀਰ ਨੂੰ ਵੀ ਮੁਕਤ ਕਰਾਏ। ਤਾਂ ਫਿਰ ਜਦੋਂ ਆਪ ਸੰਪੂਰਨ ਮੁਕਤ ਹੋ ਜਾਏਗਾ ਤਾਂ ਹੀ ਬਾਹਰ ਕਿਸੇ ਨੂੰ ਦੂਜੇ ਨੂੰ ਮੁਕਤ ਕਰਾ ਸਕਦਾ। ਜਿਹਨੂੰ ਕਹਿ ਦਿੱਤਾ ਧੰਨ 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 ਜਾਨੇ ਆਇਆ, ਜੇ ਪ੍ਰਸਾਦ ਸਭ ਜਗਤ ਤਰਾਇਆ। ਇਹ ਜਗਤ ਅੰਦਰਲਾ ਵੀ ਬਾਹਰਲਾ ਵੀ। ਜਨ ਕਹੇ ਸੋ ਜਨ ਕੇ ਸੰਗ ਚਿਤਾਵੇ ਨਾਉ, ਉਹ ਨਾਮ ਦੇ ਉੱਤੇ ਧਿਆਨ ਲਵਾ ਦਿੰਦੇ ਆ, ਸੱਚ ਦੇ ਉੱਤੇ ਧਿਆਨ ਲਵਾ ਦਿੰਦੇ ਆ। ਤਾਂ ਹੀ ਭਾਈ ਸਾਹਿਬ ਨੇ ਸਿੱਧਾ ਸੱਚ ਤੇ ਧਿਆਨ ਲਵਾ ਦਿੱਤਾ। ਇੱਥੇ ਧਿਆਨ ਲਾ ਗੁਰਮੁਖੋ ਪ੍ਰਪੱਖ ਕਰੋ, ਅਨਾਦ ਤੇ ਧਿਆਨ ਲਾ ਕੇ ਪ੍ਰਪੱਖ ਕਰੋ। ਸੋ ਇੰਨੇ ਬਚਨ ਕੋਖਰ ਵਾਧਾ ਘਾਟਾ ਹੋਇਆ ਹੋਵੇ, ਸੰਗਤ ਗੁਰੂ ਬਖਸ਼ਣ ਜੋਗ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।